ਸਾਧ ਸੰਗਤ ਜੇ ਸੱਜ ਜਾਓ। ਪ੍ਰੇਮ ਨਾਲ ਅੰਮ੍ਰਿਤਮਈ ਗੁਰਬਾਣੀ ਦੇ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੂ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਗ ਹਿਜੈ। ਕੋਟ ਇੰਦਰ ਇੰਦਰਾਣ ਸਾਹੀ ਸਾਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ। ਤੈ ਸਰਬ ਨਾਮ ਕਥ ਕਵਨ ਕਰਮ ਨਾਮ ਵਰਨਤ ਸੁਮਤ। ਜਬ ਲਉ ਨਹੀਂ ਪਾਗਲ ਲਿਆਰ ਉਦੈ ਤਬ ਲਉ ਪ੍ਰਮਤੇ ਫਿਰਤੇ ਬਹੁਤ ਆਓ। ਕਾਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਆਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ। ਤਰਨ ਗਗਨ ਨਵ ਖੰਡ ਮਹ ਜੋਤ ਸਵਰੂਪੀ ਰਹਿਓ ਭਰ। ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪਰ ਤਖ ਹਰ। ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰਾਖਹੁ ਰਾਖਨ ਹਾਰ ਦਇਆਲਾ ਨਾਨਕ ਕਰ ਕੀ ਗੋਲੇ। ਬੇਸੁਮਾਰ ਅਥਾਹ ਅਗਨਤ ਅਤੋਲਾ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲਾ। ਜਿਉ ਬੁਲਾਵਹੁ
ਤਿਉ ਨਾਨਕ ਦਾਸ ਬੋਲੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਮਨ ਰਾਮ ਨਾਮ ਗੁਣ ਗਾਈਐ, ਨੀਤ ਨੀਤ ਹਰ ਸੇਵੀਐ, ਸਾਸ ਸਾਸ ਹਰ ਧਿਆਈਐ। ਮਨ ਰਾਮ ਨਾਮ ਗੁਣ ਗਾਈਐ, ਨੀਤ ਨੀਤ ਹਰ ਸੇਵੀਐ, ਸਾਸ ਸਾਸ ਹਰ ਧਿਆਈਐ। ਰਹਾਉ ਸੰਤ ਸੰਗ ਹਰ ਮਨ ਵਸੈ, ਦੁਖ ਦਰਦ ਅਨੇਰਾ ਭ੍ਰਮ ਨਸੈ। ਸੰਤ ਪ੍ਰਸਾਦ ਹਰ ਜਾਪੀਐ, ਸੋ ਜਨ ਦੁਖ ਨਾ ਵਿਆਪੀਐ। ਜਾ ਕਉ ਗੁਰ ਹਰ ਮੰਤਰ ਦੇ, ਸੋ ਉਪਰਿਆ ਮਾਇਆ ਅਗਨ ਤੇ। ਨਾਨਕ ਕਉ ਪ੍ਰਭ ਮਇਆ ਕਰ, ਮੇਰੇ ਮਨ ਤਨ ਵਾਸੈ ਨਾਮ ਹਰ। ਨਾਨਕ ਕਉ ਪ੍ਰਭ ਮਇਆ ਕਰ, ਮੇਰੇ ਮਨ ਤਨ ਵਾਸੈ ਨਾਮ ਹਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਜ ਗੁਰ ਪਰਮੇਸ਼ਰ, ਕਲਗੀਧਰ ਦਸ਼ਮੇਸ਼ ਪਿਤਾ, ਚਿੱਟਿਆਂ ਬਾਜਾਂ ਵਾਲੇ, ਨੀਲੇ ਦੇ ਸ਼ਾਹ ਅਸਵਾਰ, ਸ਼ਮਸ਼ੇਰ ਬਹਾਦਰ, ਚੋਜੀ ਪ੍ਰੀਤਮ, ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਸਰਬਤ ਜੀਵਾਂ ਦੇ ਉੱਪਰ ਬੇਅੰਤ ਕਿਰਪਾਲਤਾ ਬਖਸ਼ਿਸ਼ ਰਹਿਮਤ ਕਰਕੇ ਆਪਣੇ ਪਾਵਨ ਸਤਜੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ, ਦਸਾਂ ਹੀ ਪਾਤਸ਼ਾਹੀਆਂ ਜੀ ਦੇ ਪਾਵਨ ਆਤਮਕ ਸਰੂਪ ਗੁਰਤਾ ਗੱਦੀ ਤੇ ਸੁਭਾਏਮਾਨ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਰੂਪੀ ਗੋਦ ਦੇ ਅੰਦਰ ਬਿਠਾ ਕਰਕੇ ਨਾਮ ਦੁਆਰਾ ਸਭਨਾ ਜੀਵਾਂ ਨੂੰ ਗੁਰਬਾਣੀ ਉਪਦੇਸ਼ ਦੁਆਰਾ ਨਿਹਾਲ ਕਿਰਤਾਰਥ ਸਫਲਿਆਂ ਕਰ ਰਹੇ ਨੇ। ਸਤਿਗੁਰੂ ਜੀ ਦੇ ਪਾਵਨ ਦੀਦਾਰਿਆਂ ਦੇ ਅਭਿਲਾਖੀਆਂ ਨੇ ਦੂਰੋਂ ਨੇੜਿਓਂ ਚੱਲ ਕੇ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਭਰ ਕਰਕੇ ਪਾਵਨ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹ, ਸਰਵਣ ਅਤੇ ਗਾਇਨ ਕਰਕੇ ਸਤਿਗੁਰੂ ਜੀ ਦੇ ਨਾਮ ਦੇ ਵੱਡੇ ਭਾਰੀ ਆਤਮ ਸੁਖ ਨੂੰ ਅੰਤਰ ਆਤਮੇ ਮਾਨਣਾ ਕੀਤਾ ਹੈ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਦੇ ਪਾਵਨ ਸੱਚਖੰਡ ਦਰਬਾਰ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਪਾਵਨ ਚੱਲ ਰਹੀ ਲੜੀਵਾਰ ਕਥਾ ਵਿਚਾਰ ਨੂੰ ਸਰਵਣ ਕਰਨੇ ਦਾ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸਤਿਗੁਰੂ ਜੀ ਦਾ ਨਾਮ ਬਾਣੀ ਦੁਆਰਾ ਉਚਾਰਨ ਕੀਤਾ ਹੋਇਆ ਵਾਹਿਗੁਰੂ ਜੀ ਦਾ ਹਰ ਜਸ ਸਰਵਣ ਕਰਨਾ ਕਰੀਏ ਜੀ। ਰਸਨਾ ਦੀ ਪਵਿੱਤਰਤਾ ਤੇ ਹਿਰਦੇ ਦੀ ਇਕਾਗਰਤਾ ਦੇ ਵਾਸਤੇ ਸਤਿਗੁਰੂ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਮ ਉਚਾਰਨਾ ਕਰੀਏ। ਸਹਿਤ ਪ੍ਰੇਮ ਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਗੌੜੀ ਮਹੱਲਾ ਪੰਜਵਾ। ਗਰੀਬ ਨਿਵਾਜ ਸਤਿਗੁਰੂ ਸ਼ਹੀਦਾਂ ਦੇ ਸਿਰ ਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ, ਹਾਲਤ ਪਲਤ ਰੱਖਿਅਕ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਸ ਸ਼ਰਧਾਲੂ ਸਿੱਖਾਂ ਨੇ ਬੇਨਤੀ ਕਰਨਾ ਕੀਤੀ ਏ, ਇਹ ਸੱਚੇ ਪਾਤਸ਼ਾਹ ਜੀਓ, ਇਹ ਜਿਹੜਾ ਮਨ ਹੈ ਨਾ, ਨਾਮ ਦੇ ਅੰਦਰ ਜੁੜਦਾ ਨਹੀਂ। ਮਹਾਰਾਜ ਬਾਹਰ ਮੁਖੀ ਬਿਰਤੀ ਹੋਣ ਦੇ ਕਾਰਨ ਸਾਡਾ ਜਿਹੜਾ ਮਨ ਹੈ, ਜੜ ਮਾਇਆ, ਚੇਤਨ ਮਾਇਆ, ਮਾਇਆ ਦੇ ਚਮਤਕਾਰੇ, ਮਾਇਆ ਦੇ ਵਰਤਾਰੇ ਤੇ ਵਿਸ਼ੇ ਵਿਕਾਰਾਂ ਦੇ ਪਿੱਛੇ ਬੜਾ ਦੌੜਦਾ ਹੈ। ਸੱਚੇ ਪਾਤਸ਼ਾਹ ਜੀ ਬੜਾ ਯਤਨ ਕਰਦੇ ਆ ਮਨ ਕਿਸੇ ਤਰੀਕੇ ਦੇ ਨਾਲ ਟਿਕ ਜਾਵੇ, ਮਨ ਜਿਹੜਾ ਹੈ ਸਥਿਰਤਾ ਪ੍ਰਾਪਤ ਕਰ ਲਵੇ। ਪਰ ਗਰੀਬ ਨਿਵਾਜ ਜੀ, ਇਹ ਮਨ ਜਿਹੜਾ ਹੈ ਠਹਿਰਦਾ ਨਹੀਂ। ਸੱਚੇ ਪਾਤਸ਼ਾਹ ਕਿਰਪਾਲਤਾ ਕਰਕੇ ਐਸਾ ਸੱਚ ਦਾ ਉਪਦੇਸ਼ ਬਖਸ਼ਿਸ਼ ਕਰਨਾ ਕਰੋ ਜਿਸ ਨੂੰ ਸਰਵਣ ਕਰਕੇ ਸਾਡੀ ਲਿਵ ਲੱਗ ਜਾਵੇ, ਸਾਡਾ ਜਿਹੜਾ ਮਨ ਹੈ ਸਥਿਰਤਾ ਪ੍ਰਾਪਤ ਕਰੇ। ਤੇ ਹਜ਼ੂਰ ਪਾਤਸ਼ਾਹ ਜੀ ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀ। ਮਨ ਰਾਮ ਨਾਮ ਗੁਣ ਗਾਈਐ। ਇਹ ਭਾਈ, ਇਹ ਜਿਹੜਾ ਮਨ ਹੈ ਨਾ, ਇਹ ਅਣਜਾਣ ਹੈ, ਬੜਾ ਅਥਰਾ ਹੈ। ਜਿਵੇਂ ਬੱਚਾ ਅਗਿਆਤ ਹੁੰਦਾ ਹੈ, ਬੱਚੇ ਨੂੰ ਕਿਸੇ ਚੀਜ਼ ਦੀ ਸਮਝ ਨਹੀਂ ਨਾ ਹੁੰਦੀ, ਇਸੇ ਪ੍ਰਕਾਰ ਜਿਹੜਾ ਮਨ ਹੈ ਬੇਸਮਝੀ ਦੇ ਸਹਿਤ ਹੋ ਕਰਕੇ ਬੁਰੇ ਕੰਮਾਂ ਨੂੰ ਕਰਦਾ, ਇਸ ਦਾ ਫਲ ਕੀ ਮਿਲੇਗਾ? ਅਗਿਆਤ ਬੱਚੇ ਵਾਂਗੂ ਭੋਲੇ ਮਨ ਨੂੰ ਸਮਝ ਨਹੀਂ। ਜਿਹੜਾ ਮੈਂ ਕਾਰਜ ਕਰਨ ਲੱਗਿਆ, ਇਸ ਦਾ ਪ੍ਰਣਾਮ ਕੀ ਹੋਵੇਗਾ, ਸਿੱਟਾ ਕੀ ਹੋਵੇਗਾ, ਮਨ ਨਹੀਂ ਸਮਝਦਾ ਹੈ। ਇਸੇ ਪ੍ਰਕਾਰ ਇਹ ਜਿਹੜਾ ਮਨ ਹੈ, ਇਸ ਨੂੰ ਗੁਰ ਉਪਦੇਸ਼ ਦੁਆਰਾ ਹੀ ਸਿੱਧੇ ਰਸਤੇ ਪਾਇਆ ਜਾ ਸਕਦਾ ਹੈ। ਮਨ ਨੂੰ ਇਸ ਪ੍ਰਕਾਰ ਸਮਝਾਵਣਾ ਕਰਨਾ ਹੈ, ਮਨ ਰਾਮ ਨਾਮ ਗੁਣ ਗਾਵੀਐ। ਇਹ ਮਨਾ, ਭੋਲਿਆ ਮਨਾ, ਪਿਆਰਿਆ ਮਨਾ, ਰਮੇ ਹੋਏ ਪ੍ਰਮਾਤਮਾ ਜੀ ਦੇ, ਨਿਰੰਕਾਰ ਜੀ ਦੇ ਗੁਣਾਂ ਨੂੰ ਸਦਾ ਹੀ ਗਾਇਨ ਕਰਨਾ ਕਰੀਏ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੁੰਦਾ ਹੈ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਾਧ ਸੰਗਤ ਜੀ, ਜਿਤਨਾ ਵੀ ਸੰਸਾਰ ਦਾ ਕਾਰਜ ਵਿਵਹਾਰ ਚੱਲ ਰਿਹਾ ਨਾ, ਦੁਨੀਆਦਾਰੀ ਦੇ ਹਰ ਇੱਕ ਕਾਰਜ ਵਿਵਹਾਰ ਦਾ ਆਧਾਰ ਮਨ ਹੈ। ਜਿਸ ਕਿਸੇ ਦੇ ਪ੍ਰਾਣੀ ਮਾਤਰ ਦੇ ਮਨ ਨੇ ਜੋ ਜੋ ਖਵਾਹਿਸ਼ ਪ੍ਰਗਟਾਵਣਾ ਕੀਤੀ ਏ, ਸਰੀਰ ਨੇ ਮਨ ਦੀ ਅਵਸਥਾ ਦੇ ਅਨੁਸਾਰ ਹੀ ਅੱਗੇ ਕੰਮ ਕੀਤਾ ਹੈ। ਚਾਹੇ ਕੋਈ ਦੁਨਿਆਵੀ ਕੰਮ ਹੈ, ਚਾਹੇ ਰੂਹਾਨੀਅਤ ਦਾ ਕਾਰਜ ਹੈ, ਬੰਦਗੀ ਦਾ ਕਾਰਜ ਹੈ, ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਨੂੰ ਹਿਰਦੇ ਦੇ ਪਿਆਰ ਦੇ ਸਹਿਤ ਕਰਨਾ ਏ, ਚਾਹੇ ਮਾਇਆ ਦੇ ਚਮਤਕਾਰੇ ਅੰਦਰ ਗਲਤਾਨ ਹੋ ਜਾਣਾ ਹੈ। ਸਾਰਾ ਕੇਵਲ ਤਾਂ ਕੇਵਲ ਜਿਹੜਾ ਸਬੰਧ ਹੈ ਉਹ ਮਨ ਦੇ ਫੁਰਨਿਆਂ ਦਾ ਹੈ। ਮਨਮੁਖ ਦਾ ਜਿਹੜਾ ਮਨ ਹੈ ਉਹ ਵਿਸ਼ੇ ਵਿਕਾਰਾਂ ਵੱਲ ਨੂੰ ਦੌੜਦਾ ਹੈ, ਤੇ ਮਨ ਦੇ ਪਿੱਛੇ ਲੱਗਿਆ ਹੋਇਆ ਜਿਹੜਾ ਸਰੀਰ ਹੈ ਫਿਰ ਵਿਸ਼ੇ ਵਿਕਾਰਾਂ ਨੂੰ ਕਮਾਉਣ ਵਾਸਤੇ ਦੌੜਦਾ ਹੈ। ਪਹਿਲਾਂ ਮਨ ਦੇ ਅੰਦਰ ਚਾਹਤ ਉਤਪੰਨ ਹੁੰਦੀ ਏ, ਫਿਰ ਸਰੀਰ ਉਸ ਕਾਰਜ ਨੂੰ ਕਰਦਾ ਹੈ। ਕਾਰਜ ਚਾਹੇ ਭਲਾ ਏ ਚਾਹੇ ਬੁਰਾ ਏ, ਪਰ ਦੁਨੀਆ ਦਾ ਐਸਾ ਕੋਈ ਵੀ ਕਾਰਜ ਨਹੀਂ ਜਿਹੜਾ ਮਨ ਦੀ ਇੱਛਾ ਤੋਂ ਬਿਨਾਂ ਕੀਤਾ ਗਿਆ ਹੋਵੇ। ਜੋ ਮਨ ਨੇ ਇੱਛਾ ਪ੍ਰਗਟਾਈ, ਪਹਿਲਾਂ ਸੰਕਲਪ ਫੁਰਦਾ ਹੈ, ਪਹਿਲਾਂ ਵਿਕਲਪ ਪੈਦਾ ਹੁੰਦਾ ਹੈ, ਬਾਰ-ਬਾਰ ਫੁਰਦਾ, ਫਿਰ ਸੰਕਲਪ ਬਣ ਜਾਂਦਾ ਹੈ। ਫਿਰ ਸੰਕਲਪ ਦੇ ਸਹਿਤ ਹੋਇਆ ਜਿਹੜਾ ਜੀਵ ਹੈ, ਮਨ ਦੇ ਸੰਕਲਪ ਨੂੰ ਪੂਰਾ ਕਰਨ ਵਾਸਤੇ, ਉਸ ਕਾਰਜ ਨੂੰ ਕਰਨ ਵਾਸਤੇ ਉੱਠ ਕੇ ਧਾਉਂਦਾ ਹੈ। ਤੇ ਕਈ ਕਾਰਜ ਤੇ ਐਸੇ ਹੁੰਦੇ ਨੇ, ਪਹਿਲਾਂ ਮਨੁੱਖ ਕਈ ਸਾਲ ਮਨ ਦੇ ਅੰਦਰ ਚਿਤਵਦਾ ਹੀ ਰਹਿੰਦਾ ਹੈ, ਚਿਤਵਦਾ ਰਹਿੰਦਾ ਹੈ। ਕਿੰਨੇ ਸਾਲਾਂ ਦੇ ਅੰਦਰ ਉਸ ਦੀ ਚਿਤਵਨੀ ਪ੍ਰਪੱਕ ਹੋ ਜਾਂਦੀ ਹੈ, ਤੇ ਫਿਰ ਸਰੀਰ ਦੁਆਰਾ ਉਸ ਕੰਮ ਨੂੰ ਕਿਰਿਆਮਾਨ ਕਰਮ ਦੇ ਵਿੱਚ ਲੈ ਕਰਕੇ ਆਉਂਦਾ ਹੈ, ਭਾਵ ਫਿਰ ਉਸ ਕੰਮ ਨੂੰ ਕਰਦਾ ਹੈ। ਕਿਸੇ ਸੰਬੰਧੀ ਦੇ ਕੋਲ ਹੀ ਜਾਣਾ ਹੋਵੇ ਤੇ ਕਹਿੰਦਾ ਜੀ ਬੜੇ ਦਿਨਾਂ ਤੋਂ ਦਿਲ ਕਰਦਾ ਸੀ, ਬੜੇ ਦਿਨਾਂ ਤੋਂ ਜੀ ਕਰਦਾ ਸੀ ਤੈਨੂੰ ਮਿਲ ਕੇ ਆਵਾਂ, ਫਿਰ ਅੱਜ ਟਾਈਮ ਕੱਢ ਕੇ ਆ ਹੀ ਗਿਆ। ਕਹਿਣ ਤੋਂ ਭਾਵ ਇਹ ਆ, ਉਹ ਸੰਕਲਪ ਕਈ ਦਿਨਾਂ ਤੋਂ ਪਹਿਲਾਂ ਹਿਰਦੇ ਦੇ ਅੰਦਰ ਫੁਰਦਾ ਰਿਹਾ, ਤਾਂ ਉਸ ਸੰਕਲਪ ਨੇ ਜਦੋਂ ਦ੍ਰਿੜਤਾ ਦਾ ਰੂਪ ਧਾਰਨ ਕਰ ਲਿਆ, ਫਿਰ ਜਿਹੜਾ ਮਨੁੱਖ ਹੈ ਸਰੀਰ ਦੇ ਨਾਲ ਉਸ ਕਰਮ ਨੂੰ ਕਮਾਉਂਦਾ ਜਿਹੜਾ ਮਨੁੱਖ ਦੇ ਮਨ ਨੇ ਸੰਕਲਪ ਲਿਆ ਹੁੰਦਾ ਹੈ। ਇਸੇ ਪ੍ਰਕਾਰ ਇੱਥੋਂ ਚੱਲ ਕਰਕੇ ਨਾਂਦੇੜ ਦੀ ਧਰਤੀ ਤੋਂ ਚੱਲ ਕਰਕੇ ਗੁਰਮੁਖ ਪਿਆਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਪੰਜਾਬ ਦੀ ਧਰਤੀ ਤੇ ਜਾਂਦੇ ਨੇ, ਤੇ ਜਿੱਦਣ ਪਹੁੰਚ ਗਏ ਉਹ ਉਸੇ ਦਿਨ ਦੀ ਖੇਡ ਨਹੀਂ ਹੁੰਦੀ।
ਕਈ ਮਹੀਨੇ ਕਈ ਸਾਲ ਮਨ ਦੇ ਅੰਦਰ ਵਿਚਾਰ ਆਉਂਦਾ ਰਹਿੰਦਾ ਹੈ, ਜਾ ਕਰਕੇ ਦਰਸ਼ਨ ਕਰੀਏ, ਦੀਦਾਰੇ ਕਰੀਏ। ਫਿਰ ਮਨੁੱਖ ਉੱਥੇ ਜਾਂਦੇ ਨੇ, ਪ੍ਰੇਮੀ ਜਾਂਦੇ ਨੇ ਜਿਹੜੇ ਪੰਜਾਬ ਦੀ ਧਰਤੀ ਤੋਂ ਜਾਂ ਵਿਦੇਸ਼ਾਂ ਦੀ ਧਰਤੀ ਤੋਂ ਇੱਥੇ ਕਲਗੀਧਰ ਸਾਹਿਬ ਜੀ ਦੇ ਤਖਤ ਸਾਹਿਬ ਤੇ ਦਰਸ਼ਨ ਕਰਨ ਆਏ ਨੇ। ਜਿਹੜੇ ਅੱਜ ਪੁੱਜੇ ਨੇ ਉਹ ਅੱਜ ਦੀ ਹੀ ਖੇਡ ਥੋੜਾ ਹੈ। ਕਿਸੇ ਦੇ ਮਨ ਦੇ ਅੰਦਰ ਉਹ ਜਿਹੜਾ ਸੰਕਲਪ ਹੈ 1 ਮਹੀਨੇ ਤੋਂ, ਕਈਆਂ ਦੇ ਮਨ ਦੇ ਅੰਦਰ 6 ਮਹੀਨਿਆਂ ਤੋਂ, ਕਈਆਂ ਦੇ ਮਨ ਦੇ ਅੰਦਰ ਕਈ ਸਾਲਾਂ ਤੋਂ ਉਹ ਜਿਹੜੀ ਵਿਚਾਰ ਸੀ ਬਾਰ-ਬਾਰ ਪ੍ਰਗਟ ਹੁੰਦੀ ਸੀ। ਕਲਗੀਧਰ ਸਾਹਿਬ ਜੀ ਦੇ ਤਖਤ ਸਾਹਿਬ ਜੀ ਦੇ ਦਰਸ਼ਨ ਕਰਕੇ ਆਈਏ, ਸੱਚਖੰਡ ਵਿਖੇ ਹਾਜ਼ਰੀ ਭਰ ਕੇ ਆਈਏ। ਕਈ ਮਹੀਨੇ ਕਈ ਸਾਲ ਜਦੋਂ ਉਹ ਵਿਚਾਰ ਚੱਲਦੀ ਰਹੀ, ਇਸੇ ਪ੍ਰਕਾਰ ਉਹ ਪੱਕਾ ਦ੍ਰਿੜ ਸੰਕਲਪ ਹੋ ਗਿਆ ਤੇ ਮਨ ਦੇ ਦ੍ਰਿੜ ਸੰਕਲਪ ਨੂੰ ਪੂਰਾ ਕਰਨ ਵਾਸਤੇ ਸਰੀਰ ਹਰਕਤ ਵਿੱਚ ਆਇਆ ਤੇ ਜਿਹੜਾ ਸਾਧਨ ਪ੍ਰਾਪਤ ਹੋਇਆ ਫਿਰ ਉਸ ਤੇ ਅਸਵਾਰ ਹੋ ਕਰਕੇ ਸਤਿਗੁਰੂ ਜੀ ਦੇ ਦੀਦਾਰ ਕਰਨ ਆ ਗਿਆ। ਜਿਤਨੀ ਵੀ ਸਰੀਰ ਦੀ ਕਿਰਿਆ ਏ, ਸਾਰੀ ਕਿਰਿਆ ਦਾ ਆਧਾਰ ਮਨ ਹੈ। ਜਦੋਂ ਮਨ ਲੋਚਦਾ ਹੈ ਮੈਂ ਘੁੰਮ ਫਿਰ ਕੇ ਆਵਾਂ, ਦੁਨੀਆ ਦੇ ਰੰਗ ਤਮਾਸ਼ੇ ਦੇਖਾਂ, ਤੇ ਸਰੀਰ ਮਨ ਦੇ ਪਿੱਛੇ ਲੱਗਾ ਹੋਇਆ, ਜਿੱਥੇ ਮਨ ਚਾਹੁੰਦਾ ਉੱਥੇ ਪਹੁੰਚ ਜਾਂਦਾ ਹੈ। ਜਿਸ ਪ੍ਰਕਾਰ ਸਾਧ ਸੰਗਤ ਜੀ ਕੋਈ ਗੱਡੀ ਹੁੰਦੀ ਹੈ ਜਾਂ ਘੋੜਾ ਹੁੰਦਾ ਨਾ, ਤੇ ਘੋੜੇ ਦਾ ਸਵਾਰ ਜਿੱਥੇ ਚਾਹੁੰਦਾ ਘੋੜੇ ਨੂੰ ਲੈ ਜਾਂਦਾ ਹੈ, ਗੱਡੀ ਦਾ ਡਰਾਈਵਰ ਜਿੱਥੇ ਚਾਹੁੰਦਾ ਗੱਡੀ ਨੂੰ ਚਲਾ ਕਰਕੇ ਲੈ ਜਾਂਦਾ ਹੈ। ਇਹ ਜਿਹੜਾ ਮਨ ਹੈ ਸਰੀਰ ਰੂਪੀ ਘੋੜੇ ਦਾ, ਸਰੀਰ ਰੂਪੀ ਗੱਡੀ ਦਾ ਡਰਾਈਵਰ ਹੈ। ਜਿੱਥੇ ਮਨ ਚਾਹੁੰਦਾ ਹੈ ਉੱਥੇ ਸਰੀਰ ਰੂਪੀ ਘੋੜੇ ਨੂੰ ਅਥਵਾ ਗੱਡੀ ਨੂੰ ਲੈ ਜਾਂਦਾ ਹੈ। ਤੇ ਮਨ ਐਸਾ ਚੰਚਲ ਹੈ ਨਾ, ਚੰਚਲ ਚੀਤ ਨਾ ਰਹੀ ਠਾਏ। ਇਹ ਚਿੱਤ, ਇਹ ਮਨ ਐਸਾ ਚੰਚਲ ਹੈ, ਇੱਕ ਜਗ੍ਹਾ ਤੇ ਕਦੇ ਠਹਿਰਦਾ ਹੀ ਨਹੀਂ। ਚੋਰੀ ਮਿਰਗ ਅੰਗੂਰੀ ਖਾਏ। ਜਿਵੇਂ ਮਿਰਗ ਮਾਲਕ ਦੇ ਜ਼ਿਮੀਦਾਰ ਤੋਂ ਅੱਖ ਬਚਾ ਕਰਕੇ, ਮਾਲਕ ਤੋਂ ਚੋਰੀ ਜਾ ਕਰਕੇ ਉਸਦੇ ਖੇਤਾਂ ਨੂੰ, ਹਰਿਆਵਲਤਾ ਨੂੰ ਚਰਦਾ ਨਾ, ਇਸੇ ਪ੍ਰਕਾਰ ਇਹ ਜਿਹੜਾ ਮਨ ਰੂਪੀ ਹਿਰਨ ਹੈ ਵਿਸ਼ੇ ਵਿਕਾਰੀ ਰੂਪਾਂ ਨੂੰ, ਵਿਸ਼ੇ ਵਿਕਾਰ ਰੂਪੀ ਖੇਤੀ ਨੂੰ, ਹਰਿਆਵਲ ਨੂੰ, ਅੰਗੂਰੀ ਨੂੰ ਸੰਸਾਰ ਦੇ ਜੀਵਾਂ ਤੋਂ ਲੁਕਾ ਕਰਕੇ ਚਰਦਾ ਹੈ, ਲੁਕਾ ਕਰਕੇ ਵਿਸ਼ੇ ਵਿਕਾਰ ਭੋਗਦਾ ਹੈ। ਪਰਦਾ ਰੱਖ ਕਰਕੇ ਕਿਸੇ ਦਾ ਹੱਕ ਮਾਰਦਾ ਹੈ, ਚੋਰੀ ਕਰਦਾ ਹੈ, ਹੱਟੀਆਂ ਨੂੰ ਸੰਨ ਲਾਉਂਦਾ ਹੈ, ਦੀਵਾਰਾਂ ਪਾੜ ਕੇ ਘਰ ਲੁੱਟ ਕੇ ਲੈ ਆਉਂਦਾ ਹੈ। ਇਹ ਜਿਹੜਾ ਮਨ ਰੂਪੀ ਹਿਰਨ ਹੈ, ਪਦਾਰਥਾਂ ਰੂਪੀ ਤੇ ਵਿਕਾਰਾਂ ਰੂਪੀ ਜਿਹੜੀ ਅੰਗੂਰੀ ਹੈ, ਹਰਿਆਵਲ ਹੈ, ਇਹ ਜੀਵਾਂ ਤੋਂ, ਬਾਕੀਆਂ ਤੋਂ, ਸੰਸਾਰੀ ਲੋਕਾਂ ਤੋਂ ਚੋਰੀ ਕਰਕੇ ਖਾਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਕਰਕੇ ਬਚਨ ਕਰਨਾ ਕਰਦੇ ਨੇ, ਭਾਈ ਮਨ ਨੂੰ ਪ੍ਰੇਮ ਦੇ ਸਹਿਤ ਗੁਰੂ ਉਪਦੇਸ਼ ਦੇ ਨਾਲ ਸਮਝਾਉਣਾ ਕਰੋ। ਇਹ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ, ਹੇ ਮੇਰਿਆ ਮਨਾ, ਹੇ ਪਿਆਰਿਆ ਮਿੱਤਰਾ ਮਨਾ। ਇਹ ਮਨੁੱਖਾ ਸਰੀਰ ਜਿਹੜਾ ਤੈਨੂੰ ਪ੍ਰਾਪਤ ਹੋਇਆ ਨਾ, ਇਹ ਸਮਾਂ ਪ੍ਰਾਪਤ ਹੋਇਆ ਹੈ, ਵੇਲਾ ਪ੍ਰਾਪਤ ਹੋਇਆ ਹੈ ਪ੍ਰਮਾਤਮਾ ਜੀ ਦੇ ਨਾਲ ਮਿਲਾਪ ਕਰਨੇ ਦਾ। ਤੇ ਜੇ ਇੱਕ ਵਾਰ ਇਹ ਸਮਾਂ ਲੰਘ ਗਿਆ ਤੇ ਯਾਦ ਰੱਖੀ ਦੁਬਾਰਾ ਮਨੁੱਖਾ ਜਨਮ ਕੋਈ ਬਾਰ-ਬਾਰ ਥੋੜਾ ਨਾ ਮਿਲਦਾ ਏ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰ ਹੈ ਬਾਰ, ਜਿਉ ਬਨ ਫਲ ਪਾ ਕੇ ਭੋਏ ਗਿਰੇ, ਬਹੁਰ ਨਾ ਲੱਗਾ ਹੈ ਡਾਰ। ਇੱਕ ਵਾਰ ਫਲ ਪੱਕ ਗਿਆ, ਟੁੱਟ ਕੇ ਜ਼ਮੀਨ ਤੋਂ ਡਿੱਗ ਗਿਆ, ਟਾਹਣੀ ਦੇ ਨਾਲੋਂ ਅਲੱਗ ਹੋ ਗਿਆ, ਜੁਦਾ ਹੋ ਗਿਆ, ਤੇ ਮੁੜ ਉਸ ਫਲ ਨੂੰ ਕਦੇ ਵੀ ਦੁਬਾਰਾ ਟਾਹਣੀ ਦੇ ਨਾਲ, ਡਾਲੀ ਦੇ ਨਾਲ ਨਹੀਂ ਲਾਇਆ ਜਾ ਸਕਦਾ ਹੈ। ਸੰਸਾਰ ਰੂਪੀ ਬ੍ਰਿਸ਼ ਦੀ ਉਮਰਾਂ ਰੂਪੀ ਟਾਹਣੀ ਦੇ ਨਾਲੋਂ ਸਰੀਰ ਰੂਪੀ ਫਲ ਇੱਕ ਵਾਰੀ ਪੱਕ ਕੇ ਡਿੱਗ ਗਿਆ ਜ਼ਮੀਨ ਤੇ, ਭਾਵ ਇੱਕ ਵਾਰ ਸ਼ਾਂਤ ਹੋ ਗਿਆ, ਇੱਕ ਵਾਰ ਮਰ ਗਿਆ, ਮ੍ਰਿਤੂ ਭਾਵ ਨੂੰ ਪ੍ਰਾਪਤ ਹੋ ਗਿਆ, ਤੇ ਫਿਰ ਇਸ ਦੇ ਅੰਦਰ ਜਿੰਦ ਪ੍ਰਾਣ ਕਲਾ ਨਹੀਂ ਪੈਣੀ ਹੈ। ਫਿਰ ਸੰਸਾਰ ਰੂਪੀ ਟਾਹਣੀ ਦੇ ਨਾਲ ਇਹੋ ਸਰੀਰ ਦੁਬਾਰਾ ਨਹੀਂ ਲੱਗ ਸਕਦਾ, ਹੋਰ ਤੇ ਬੜੇ ਸਰੀਰ ਪ੍ਰਾਪਤ ਹੋ ਜਾਣਗੇ। 84 ਲੱਖ ਜੂਨੀਆਂ ਦੇ ਪ੍ਰਾਪਤ ਵੀ ਹੋ ਸਕਦੇ ਨੇ। ਜੇ ਕਿਸੇ ਦੇ ਬਹੁਤ ਚੰਗੇ ਕਰਮ ਨੇ ਤੇ ਦੁਬਾਰਾ ਮਨੁੱਖਾ ਦੇਹੀ ਵੀ ਮਿਲ ਜਾਵੇਗੀ। ਪਰ ਇਹ ਸਰੀਰ ਇੱਕ ਵਾਰ ਹੱਥੋਂ ਛੁੱਟ ਗਿਆ ਤੇ ਇਹ ਨਹੀਂ ਦੁਬਾਰਾ ਮਿਲਣਾ। ਇਹ ਜਨਮ ਇੱਕ ਵਾਰ ਲੰਘ ਗਿਆ ਤੇ ਦੁਬਾਰਾ ਨਹੀਂ ਮਿਲਣਾ। ਸਾਧ ਸੰਗਤ ਜੀ, ਜਿਨ੍ਹਾਂ ਦੇ ਨਿਸ਼ਕਾਮ ਕਰਮ, ਭਲੇ ਕਰਮ ਹੁੰਦੇ ਨੇ, ਕਰਮ ਇਤਨੇ ਚੰਗੇ ਤੇ ਸੱਚੇ ਹੁੰਦੇ ਨੇ, ਸੱਚਿਆਰ ਹੁੰਦੇ ਨੇ ਕਿ ਉਹ ਕਰਮ ਨਰਕਾਂ ਵਿੱਚ ਨਹੀਂ ਜਾਣ ਦਿੰਦੇ। ਪਰ ਬੰਦਗੀ ਇਤਨੀ ਨਹੀਂ ਹੁੰਦੀ, ਭਗਤੀ ਇਤਨੀ ਨਹੀਂ ਹੁੰਦੀ ਕਿ ਵਾਹਿਗੁਰੂ ਵਿੱਚ ਮਿਲ ਜਾਈਏ, ਤੇ ਵਾਹਿਗੁਰੂ ਜੀ ਦਾ ਮਿਲਾਪ ਵੀ ਨਹੀਂ ਹੁੰਦਾ। ਜਦੋਂ ਮਿਲਾਪ ਵੀ ਨਹੀਂ ਹੁੰਦਾ ਤੇ ਜੀਵ ਅਧੋਗਤੀ ਨੂੰ ਵੀ ਪ੍ਰਾਪਤ ਨਹੀਂ ਹੁੰਦਾ, ਤੇ ਫਿਰ ਵਾਹਿਗੁਰੂ ਜੀ ਵੱਲੋਂ ਬਖਸ਼ਿਸ਼ ਹੁੰਦੀ ਹੈ, ਦੁਬਾਰਾ ਫਿਰ ਮਨੁੱਖਾ ਸਰੀਰ ਮਿਲ ਜਾਂਦਾ ਹੈ। ਪਰ ਇਹ ਸਾਰਿਆਂ ਨੂੰ ਨਹੀਂ ਮਿਲਦਾ, ਦੁਬਾਰਾ ਸਭਨਾਂ ਨੂੰ ਨਹੀਂ ਮਿਲ ਜਾਂਦਾ ਹੈ। ਭਾਵਨਾ ਵਾਲਿਆਂ ਨੂੰ, ਬੰਦਗੀ ਵਾਲਿਆਂ ਨੂੰ ਬੰਦਗੀ ਤਾਂ ਕੀਤੀ ਪਰ ਅਭੇਦਤਾ ਨਹੀਂ ਮਿਲੀ। ਉਹਨਾਂ ਨੂੰ ਅਭੇਦਤਾ ਪ੍ਰਾਪਤ ਕਰਨ ਵਾਸਤੇ ਫਿਰ ਦੁਬਾਰਾ ਸਰੀਰ ਮਿਲ ਜਾਇਆ ਕਰਦਾ ਏ।
ਇਸੇ ਪ੍ਰਕਾਰ ਜਿਹੜੇ ਸ਼ਹੀਦ ਸਿੰਘ ਹੋਇਆ ਕਰਦੇ ਨੇ, ਪਰਉਪਕਾਰੀ ਗੁਰਮੁਖ ਹੋਇਆ ਕਰਦੇ ਨੇ, ਸੰਸਾਰ ਦੇ ਭਲੇ ਦੇ ਹਿੱਤ ਦੁਬਾਰਾ ਜਨਮ ਲਿਆ ਕਰਕੇ ਆ ਜਾਇਆ ਕਰਦੇ ਨੇ। ਪਰ ਸਭਨਾਂ ਨੂੰ ਤੇ ਪ੍ਰਾਪਤ ਨਹੀਂ ਨਾ ਹੁੰਦਾ, ਸਭਨਾਂ ਨੇ ਤੇ ਇਤਨੇ ਮਹਾਨ ਕਾਰਜ ਨਹੀਂ ਨਾ ਕੀਤੇ ਹੋਏ। ਇਹ ਜਿਹੜਾ ਮਨ ਹੈ, ਅਨਾਥ ਕਵੀ ਜੀ ਲਿਖਣਾ ਕਰਦੇ ਨੇ ਵੇਦਾਂਤ ਦੇ ਗ੍ਰੰਥ ਦੇ ਅੰਦਰ, ਕਬਹੂ ਨਾ ਮਨ ਥਿਰ ਤਾਗਹੀ ਸਮਝਾਇਓ ਸੈ ਪੋਤ। ਸੈਂਕੜੇ ਵਾਰ ਇਸ ਮਨ ਨੂੰ ਸਮਝਾ ਕੇ ਦੇਖ ਲਿਆ, ਉਕਤੀਆਂ ਜੁਗਤੀਆਂ ਦੇ ਨਾਲ ਟਿਕਾਉਣ ਦਾ ਯਤਨ ਕਰ ਲਿਆ, ਪਰ ਇਹ ਮਨ ਨਹੀਂ ਟਿਕਦਾ ਹੈ, ਸਥਿਰਤਾ ਨਹੀਂ ਪ੍ਰਾਪਤ ਕਰਦਾ ਹੈ। ਜੈਸੇ ਮਰਹਟ ਬਿਰਸ਼ ਪਰ ਕਬਹੂ ਨਾ ਠਾਂਡੋ ਹੋਤ। ਮਰਹਟ ਨਾਮ ਹੈ ਬਾਂਦਰ ਦਾ ਤੇ ਬ੍ਰਿਸ਼ ਨਾਮ ਹੈ ਦਰਖਤ ਦਾ। ਦਰਖਤ ਦੇ ਉੱਪਰ ਬਾਂਦਰ ਚੜਿਆ ਹੋਵੇ, ਉਹ ਛਾਲਾਂ ਮਾਰਦਾ, ਸਾਰੇ ਦਰਖਤ ਤੇ ਘੁੰਮਦਾ, ਇੱਕ ਦਰਖਤ ਤੋਂ ਦੂਜੇ ਦਰਖਤ ਤੇ, ਤੀਜੇ ਦਰਖਤ ਤੇ, ਨਹੀਂ ਟਿਕਦਾ ਇੱਕ ਥਾਂ ਤੇ। ਜੇ ਵੱਡਾ ਭਾਰੀ ਦਰਖਤ ਇੱਕ ਦੇ ਉੱਪਰ ਹੀ ਘੁੰਮ ਰਿਹਾ ਤੇ ਇੱਕ ਟਾਹਣੀ ਤੇ ਤਾਂ ਵੀ ਨਹੀਂ ਟਿਕਦਾ, ਇੱਕ ਡਾਲ ਤੇ ਤਾਂ ਵੀ ਨਹੀਂ ਬੈਠਦਾ, ਸਾਰੇ ਦਰਖਤ ਦੇ ਉੱਪਰ ਭੱਜਾ ਫਿਰਦਾ, ਇੱਕ ਥਾਂ ਤੇ ਟਿਕਦਾ ਨਹੀਂ। ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਮਨ ਹੈ, ਪੂਰੇ ਸੰਸਾਰ ਰੂਪੀ ਬ੍ਰਿਸ਼ ਦੇ ਉੱਪਰ ਆਪਣੀ ਬਿਰਤੀ ਦੇ ਨਾਲ ਭੱਜਾ ਹੀ ਫਿਰਦਾ ਹੈ। ਕਦੇ ਰਿਸ਼ਤੇਦਾਰਾਂ ਦੇ ਕੋਲ, ਕਦੇ ਸੰਬੰਧੀਆਂ ਦੇ ਕੋਲ, ਕਦੇ ਮਾਇਆ ਦੇ ਪਿੱਛੇ, ਕਦੇ ਧਨ ਦੇ ਪਿੱਛੇ, ਕਦੇ ਰੂਪ ਦੇ ਪਿੱਛੇ, ਕਦੇ ਡਾਲਰਾਂ ਪਾਉਂਡਾਂ ਦੇ ਪਿੱਛੇ, ਵਿਦੇਸ਼ਾਂ ਦੇ ਵਿੱਚ ਠਹਿਰਦਾ ਥੋੜਾ ਕਿਤੇ ਇੱਕ ਥਾਂ ਤੇ। ਇੱਕ ਬ੍ਰਿਸ਼ ਤੋਂ ਦੂਜੇ ਬ੍ਰਿਸ਼ ਤੋਂ ਭਾਵ ਹੈ ਇੱਕ ਲੋਕ ਤੋਂ ਦੂਜੇ ਲੋਕ, ਕਦੇ ਜਮ ਲੋਕ ਚਲਿਆ ਜਾਂਦਾ ਹੈ, ਕਦੇ ਨਾਗ ਬਣ ਕੇ ਪਾਤਾਲ ਲੋਕ ਚਲਿਆ ਜਾਂਦਾ ਹੈ, ਕਦੇ ਪੁੰਨ ਕਰਮਾ ਕਰਕੇ ਸਵਰਗ ਲੋਕ ਵੀ ਚਲਿਆ ਜਾਂਦਾ ਹੈ। ਪੁੰਨ ਕਰਮ ਸਮਾਪਤ ਹੋਣ ਤੇ ਫਿਰ ਉੱਥੋਂ ਡਿੱਗਦਾ ਹੈ, ਫਿਰ 84 ਲੱਖ ਜੂਨੀਆਂ ਦੇ ਵਿੱਚ ਸਰੀਰਾਂ ਨੂੰ ਪ੍ਰਾਪਤ ਕਰਦਾ ਹੈ। ਇਹ ਬਾਂਦਰ ਵਾਂਗੂ ਦੌੜਾ ਹੀ ਫਿਰਦਾ ਹੈ, ਇੱਕ ਜਗ੍ਹਾ ਤੇ ਟਿਕਦਾ ਨਹੀਂ। ਤੇ ਇਸ ਦੇ ਪਿੱਛੇ ਲੱਗ ਕਰਕੇ ਜਿਹੜੇ ਸਰੀਰ ਨੇ ਕਰਮ ਕਰਨਾ ਕੀਤੇ, ਫਿਰ ਸਰੀਰ ਨੂੰ ਵੀ ਟਿਕਾ ਨਹੀਂ ਮਿਲਦਾ ਹੈ, ਸਰੀਰ ਵੀ ਬਹੁਤੀਆਂ ਜੂਨੀਆਂ ਦੇ ਵਿੱਚ ਆ ਕਰਕੇ ਖੁਆਰ ਹੁੰਦਾ ਹੈ। ਜਿਤਨੀ ਵੀ ਮਨੁੱਖ ਦੀ ਕਿਰਿਆ ਮਨ ਕਿਰਿਆ ਨਾ, ਇਹ ਸਾਰੀ ਦਾ ਆਧਾਰ ਮਨ ਹੈ। ਪਰ ਜਿਹੜੇ ਮਨਮੁਖ ਲੋਕ, ਦੁਨਿਆਵੀ ਲੋਕ ਹੁੰਦੇ ਨੇ, ਉਹਨਾਂ ਦੇ ਮਨ ਦੇ ਜਿਹੜੇ ਸੰਕਲਪ ਨੇ ਉਹ ਮੈਲੇ ਹੋਣ ਦੇ ਕਾਰਨ ਉਹਨਾਂ ਦੀ ਜਿਹੜੀ ਕਿਰਿਆ ਉਹ ਮੈਲੀ ਹੋਇਆ ਕਰਦੀ ਏ, ਮਨਮੁਖਤਾਈ ਵਾਲੀ ਹੋਇਆ ਕਰਦੀ ਏ। ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਮੁਖੀ ਸਤਿਗੁਰੂ ਜੀ ਨੂੰ ਬਣਾ ਲਿਆ, ਗੁਰਮੁਖ ਗੁਰੂ ਨੂੰ ਮੁਖੀ ਬਣਾ ਲਿਆ। ਤੇ ਜਿਵੇਂ ਸਾਧ ਸੰਗਤ ਜੀ ਕੋਈ ਆਰਮੀ ਚੀਫ ਹੁੰਦਾ ਹੈ, ਜਿਵੇਂ ਉਹ ਆਰਮੀ ਦਾ ਆਫੀਸਰ ਕਹਿੰਦਾ ਹੈ, ਸਾਰੇ ਜਵਾਨ ਉਸ ਦੇ ਪਿੱਛੇ ਚੱਲਦੇ ਨੇ। ਜਿਵੇਂ ਕਮਾਂਡਰ ਕਹਿੰਦਾ ਹੈ, ਜਿਵੇਂ ਸਿਪਾਹ ਸਲਾਰ ਕਹਿੰਦਾ ਹੈ, ਜਿਵੇਂ ਸੈਨਾਪਤੀ ਕਹਿੰਦਾ ਹੈ, ਜਿਵੇਂ ਮੁਖੀ ਕਹਿੰਦਾ ਹੈ, ਸਾਰੇ ਸਿਪਾਹੀ ਉਵੇਂ ਹੀ ਚੱਲਦੇ ਨੇ ਨਾ। ਜਿਨ੍ਹਾਂ ਨੇ ਮਨ ਨੂੰ ਮੁਖੀ ਬਣਾ ਲਿਆ ਹੈ, ਫਿਰ ਸਰੀਰ ਦੇ ਸਾਰੇ ਸਿਪਾਹੀ ਕਿਹੜੇ ਨੇ? ਕਰਮ ਇੰਦਰੇ ਤੇ ਗਿਆਨ ਇੰਦਰੇ। ਜਿਸ ਚੀਜ਼ ਨੂੰ ਮਨ ਵੇਖਣਾ ਚਾਹੁੰਦਾ, ਅੱਖਾਂ ਉਧਰ ਨੂੰ ਤੱਕਦੀਆਂ ਨੇ। ਜਿਸ ਚੀਜ਼ ਨੂੰ ਸੁਣਨਾ ਚਾਹੁੰਦਾ, ਕੰਨ ਉਸੇ ਆਵਾਜ਼ ਨੂੰ ਸੁਣਦੇ ਨੇ। ਤੇ ਕਈ ਵਾਰ ਮਨੁੱਖ ਕਿਸੇ ਚੀਜ਼ ਨੂੰ ਸੁਣਨ ਵਿੱਚ, ਵੇਖਣ ਵਿੱਚ ਇਤਨਾ ਮਸਤ ਹੋਇਆ ਹੁੰਦਾ ਹੈ, ਘਰ ਵਾਲੇ ਆਵਾਜ਼ਾਂ ਮਾਰਦੇ ਰਹਿਣ, ਕਹਿੰਦਾ ਜੀ ਮੇਰੀ ਸੁਰਤ ਉਧਰ ਲੱਗੀ ਸੀ, ਧਿਆਨ ਉਧਰ ਲੱਗੀ ਸੀ, ਤੁਹਾਡੀ ਆਵਾਜ਼ ਹੀ ਨਹੀਂ ਸੁਣੀ। ਘਰਾਂ ਦੇ ਵਿੱਚ ਆਮ ਦੇਖਿਆ ਜਾਂਦਾ ਹੈ, ਬੱਚੇ ਟੈਲੀਵਿਜ਼ਨ ਦੇਖਦੇ ਹੋਣ, ਮਾਤਾ ਆਵਾਜ਼ਾਂ ਮਾਰਦੀ ਏ ਪੁੱਤ ਨੂੰ, ਪੁੱਤ ਭੋਜਨ ਛਕ ਲੈ, ਪ੍ਰਸ਼ਾਦਾ ਛਕ ਲੈ। ਉਹ ਇੰਨਾ ਮਗਨ ਹੋਇਆ ਟੈਲੀਵਿਜ਼ਨ ਇਤਿਆਦਿਕ ਦੇਖਣ ਦੇ ਅੰਦਰ, ਕਹਿੰਦਾ ਜੀ ਤੁਹਾਡੀ ਆਵਾਜ਼ ਹੀ ਨਹੀਂ ਸੁਣੀ। ਕਿਉਂਕਿ ਮਨ ਨੇ ਉਸ ਦੀਆਂ ਅੱਖਾਂ ਨੂੰ ਟਿਕਾਇਆ ਹੋਇਆ ਹੈ ਦ੍ਰਿਸ਼ ਵੇਖਣ ਵਾਸਤੇ, ਸੀਨ ਵੇਖਣ ਵਾਸਤੇ। ਮਨ ਨੇ ਉਸ ਦੇ ਕੰਨਾਂ ਨੂੰ ਟਿਕਾਇਆ ਹੋਇਆ, ਤੂੰ ਇਸ ਸ਼ਬਦ ਨੂੰ ਸੁਣਨਾ ਹੈ। ਉਹ ਮਾਤਾ ਦੀ ਆਵਾਜ਼ ਸੁਣਦਾ ਹੀ ਨਹੀਂ, ਭਲੇ ਦੀ ਗੱਲ ਸੁਣਦਾ ਹੀ ਨਹੀਂ, ਇੱਥੋਂ ਤੱਕ ਕਿ ਗੁਰ ਪਰਮੇਸ਼ਰ ਜੀ ਦੀ ਗੁਰਬਾਣੀ ਦੀ ਆਵਾਜ਼ ਨੂੰ ਵੀ ਸੁਣਦਾ ਹੀ ਨਹੀਂ, ਕਿਉਂਕਿ ਮਨ ਨੂੰ ਮੁਖੀ ਜੂ ਬਣਾਇਆ ਹੋਇਆ ਹੈ। ਮਨ ਜਿਸ ਚੀਜ਼ ਨੂੰ ਦੇਖਣਾ ਚਾਹੁੰਦੇ ਨੇ, ਪੈਰ ਸਾਰੇ ਸਰੀਰ ਨੂੰ ਚੁੱਕ ਕੇ ਉੱਥੇ ਲੈ ਜਾਂਦੇ ਨੇ। ਮਨ ਜਿਹੜੇ ਕੰਮ ਨੂੰ ਕਰਾਉਣਾ ਚਾਹੁੰਦਾ, ਹੱਥ ਉਸ ਕੰਮ ਨੂੰ ਕਰਦੇ ਨੇ, ਕਿਉਂਕਿ ਮਨ ਮੁਖੀ ਹੈ। ਪਰ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਆਪਣਾ ਮੁਖੀ ਬਣਾ ਲਿਆ, ਗੁਰਮੁਖ। ਅਕਸਰ ਜਦੋਂ ਅਸੀਂ ਗੁਰਮੁਖ ਸ਼ਬਦ ਪੜ੍ਹਦੇ ਹਾਂ ਤੇ ਖੱਖੇ ਨੂੰ ਸਿਹਾਰੀ ਹੁੰਦੀ ਹੈ। ਗੱਗੇ ਔਂਕੜ ਰਾਰਾ, ਮੰਮੇ ਔਂਕੜ ਖੱਖੇ ਸਿਹਾਰੀ। ਗੁਰਮੁਖ ਕਹਿਣ ਤੋਂ ਭਾਵ ਹੈ ਜਿਸ ਨੇ ਆਪਣੇ ਗੁਰੂ ਨੂੰ ਮੁਖੀ ਬਣਾ ਲਿਆ। ਜਿਵੇਂ ਮੁਖੀ ਦੇ ਪਿੱਛੇ ਸਾਰਾ ਕਬੀਲਾ ਚੱਲਦਾ, ਪਿੰਡ ਚੱਲਦਾ, ਸੈਨਾਪਤੀ ਦੇ ਪਿੱਛੇ, ਕਿਉਂਕਿ ਸੈਨਾਪਤੀ ਮੁਖੀ ਹੈ, ਸਾਰੀ ਸੈਨਾ ਚੱਲਦੀ ਹੈ, ਸਾਰੇ ਸਿਪਾਹੀ ਚੱਲਦੇ ਹੈ। ਜਿਸ ਨੇ ਮਨ ਨੂੰ ਮੁਖੀ ਬਣਾ ਲਿਆ, ਸਰੀਰ ਦੇ ਇੰਦਰੇ ਉਸ ਦੇ ਪਿੱਛੇ, ਮਨ ਦੇ ਪਿੱਛੇ ਚੱਲਦੇ ਨੇ। ਜਿਸ ਨੇ ਸਤਿਗੁਰੂ ਜੀ ਨੂੰ ਮੁਖੀ ਬਣਾ ਲਿਆ, ਫਿਰ ਪੂਰਾ ਸਰੀਰ ਦੇ ਇੰਦਰੇ ਤੇ ਜਿਹੜਾ ਮਨ ਹੈ ਉਹ ਸਤਿਗੁਰੂ ਜੀ ਦੇ ਪਿੱਛੇ ਚੱਲਦਾ ਹੈ। ਜਿਵੇਂ ਜਿਵੇਂ ਸਤਿਗੁਰੂ ਜੀ ਉਪਦੇਸ਼ ਕਰਦੇ ਨੇ, ਸਤਿਗੁਰੂ ਜੀ ਉਪਦੇਸ਼ ਕਰਦੇ ਨੇ, ਸਿਖਾ ਅੰਮ੍ਰਿਤ ਵੇਲੇ ਉੱਠਣਾ ਕਰ। ਗੁਰ ਸਤਿਗੁਰ ਕਾ ਜੋ ਸਿੱਖਾ ਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਤੇ ਫਿਰ ਗੁਰਸਿੱਖ ਨਹੀਂ ਅੰਮ੍ਰਿਤ ਵੇਲੇ ਲੰਬੀਆਂ ਤਾਣ ਕੇ ਸੌਂਦੇ, ਕਿਉਂਕਿ ਮੁਖੀ ਮਨ ਨਹੀਂ, ਮੁਖੀ ਸਤਿਗੁਰੂ ਜੀ ਨੇ। ਅੰਮ੍ਰਿਤ ਵੇਲੇ ਉੱਠਿਆ, ਇਸ਼ਨਾਨ ਕਰਿਆ,
ਸਤਿਗੁਰੂ ਜੀ ਦਾ ਬਚਨ ਹੈ ਨਾ, ਅੰਮ੍ਰਿਤ ਵੇਲੇ ਉੱਠ ਕਰਕੇ ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਹੈ। ਤੇ ਗੁਰਮੁਖ ਪਿਆਰੇ ਸਿਮਰਨ ਦੇ ਅੰਦਰ ਜੁੜਦੇ ਨੇ, ਅੰਮ੍ਰਿਤ ਵੇਲੇ ਉੱਠਦੇ ਨੇ, ਚੌਂਕੜੇ ਮਾਰ ਲੈਂਦੇ ਨੇ, ਨੇਤਰ ਬੰਦ ਕਰ ਲੈਂਦੇ ਨੇ, ਸੁਰਤ ਜੋੜ ਲੈਂਦੇ ਨੇ ਤੇ ਸਹਿਤ ਪਿਆਰ ਦੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਨਾਮ ਦਾ ਰਸੀਆ ਕੋਈ ਮੂਲ ਮੰਤਰ ਦਾ ਅਭਿਆਸ ਕਰ ਰਿਹਾ ਹੈ, ਕੋਈ ਗੁਰ ਮੰਤਰ ਦਾ ਅਭਿਆਸ ਕਰ ਰਿਹਾ ਹੈ, ਕੋਈ ਪੰਜ ਬਾਣੀਆਂ ਪੜ੍ਹ ਰਿਹਾ ਹੈ, ਕੋਈ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਿਹਾ, ਕੋਈ ਆਸਾ ਜੀ ਦੀ ਵਾਰ ਨੂੰ ਗਾਇਨ ਕਰ ਰਿਹਾ। ਕਿਉਂ? ਸਤਿਗੁਰੂ ਜੀ ਨੂੰ ਜੋ ਮੁਖੀ ਬਣਾ ਲਿਆ। ਹੁਣ ਸਤਿਗੁਰੂ ਜੀ ਜੋ ਕਹਿੰਦੇ ਨੇ ਫਿਰ ਮਨ ਉਧਰ ਨੂੰ ਲੱਗਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਸਿੱਖਾ ਤੇਰਾ ਜਿਹੜਾ ਜੀਵਨ ਹੈ ਨਿਰਮਲ ਹੋਣਾ ਚਾਹੀਦਾ ਹੈ। ਜੇ ਸਤਿਗੁਰੂ ਜੀ ਦੀ ਮਰਿਆਦਾ ਨੂੰ ਕਮਾਉਣਾ, ਧਰਮੀ ਹੋਣਾ ਚਾਹੁੰਦਾ ਨਾ, ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ। ਸਾਰਿਆਂ ਧਰਮਾਂ ਦੇ ਵਿੱਚੋਂ ਇਹ ਸ੍ਰੇਸ਼ਟ ਧਰਮ ਹੈ, ਸਰਬ ਸ੍ਰੇਸ਼ਟ ਧਰਮ ਹੈ। ਸਰਬ ਸ੍ਰੇਸ਼ਟ ਕਿਉਂ ਜੀ? ਕਿਉਂਕਿ ਇਹ ਸਾਰੇ ਹੀ ਧਰਮਾਂ ਦੇ ਲੋਕਾਂ ਵਾਸਤੇ ਸਾਂਝਾ ਉਪਦੇਸ਼ ਹੈ। ਜੇ ਇੱਕ ਇੱਕ ਧਰਮ ਦੇ ਮਨੁੱਖ ਨੂੰ ਉਪਦੇਸ਼ ਦਿੱਤਾ ਜਾਵੇ ਤੇ ਗੁਰਸਿੱਖ ਨੂੰ ਆਖਿਆ ਜਾਵੇਗਾ ਅੰਮ੍ਰਿਤ ਵੇਲੇ ਉੱਠ ਕਰਕੇ ਗੁਰਬਾਣੀ ਪੜ੍ਹ, ਤੇ ਮੁਸਲਮਾਨ ਨੂੰ ਆਖਿਆ ਜਾਵੇਗਾ ਅੰਮ੍ਰਿਤ ਵੇਲੇ ਉੱਠ ਕਰਕੇ ਨਮਾਜ਼ ਪੜ੍ਹ, ਤੇ ਹਿੰਦੂ ਨੂੰ ਆਖਿਆ ਜਾਵੇਗਾ ਗਾਇਤਰੀ ਮੰਤਰ ਇਤਿਆਦਿਕ ਪੜ੍ਹ, ਪੂਜਾ ਇਤਿਆਦਿਕ ਕਰ। ਉਪਦੇਸ਼ ਵੱਖਰਾ ਵੱਖਰਾ ਹੋ ਗਿਆ ਕਿਉਂਕਿ ਧਰਮ ਬਦਲ ਗਏ। ਪਰ ਸਾਰਿਆਂ ਦੇ ਨਾਲੋਂ ਵੱਡਾ ਧਰਮ, ਸਾਂਝਾ ਉਪਦੇਸ਼, ਸਾਰਿਆਂ ਧਰਮਾਂ ਚੋਂ ਸ੍ਰੇਸ਼ਟ ਧਰਮ ਹੈ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਣਾ ਤੇ ਨਿਰਮਲ ਕਰਮ ਕਰਨੇ, ਮੈਲ ਤੋਂ ਰਹਿਤ ਕਰਮ ਕਰਨੇ, ਨਿਸ਼ਕਾਮ ਕਰਮ ਕਰਨੇ। ਨਿਸ਼ਕਾਮ ਭਾਵਨਾ ਦੇ ਨਾਲ ਜਿਹੜਾ ਨਾਮ ਜਪਣਾ ਇਹ ਵੀ ਨਿਰਮਲ ਕਰਮ ਹੈ। ਇਸ ਪ੍ਰਕਾਰ ਜਿਸ ਨੇ ਸਤਿਗੁਰੂ ਜੀ ਨੂੰ ਆਪਣਾ ਮੁਖੀ ਬਣਾ ਲਿਆ, ਫਿਰ ਮਨ ਦੀ ਮੱਤ ਨੂੰ ਤਿਆਗ ਕਰਕੇ ਸਤਿਗੁਰੂ ਜੀ ਦੀ ਮੱਤ ਨੂੰ ਧਾਰਨ ਕਰਦਾ ਹੈ। ਜਦੋਂ ਮਨ ਦੀ ਮੱਤ ਦੇ ਅਨੁਸਾਰ ਚੱਲਦਾ ਤੇ ਫਿਰ ਕਿਹਾ ਜਾਂਦਾ ਜੀ ਫਲਾਨਾ ਬੜਾ ਮਨਮਤੀਆ ਹੈ, ਭਾਵ ਮਨ ਦੀ ਮੱਤ ਵਰਤਦਾ ਹੈ। ਤੇ ਜਿਹੜਾ ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ, ਸਿਧਾਂਤਾਂ ਨੂੰ ਦ੍ਰਿੜ ਕਰਕੇ ਗੁਰਮਰਿਆਦਾ ਅਨੁਸਾਰ ਚੱਲਦਾ, ਕਿਹਾ ਜਾਂਦਾ ਜੀ ਫਲਾਣਾ ਬੜਾ ਗੁਰਮੁਖ ਪਿਆਰਾ, ਉਹ ਗੁਰਮਤੀਆ ਹੈ, ਭਾਵ ਗੁਰੂ ਕੀ ਮੱਤ ਨੂੰ ਧਾਰਨ ਕੀਤਾ ਹੈ, ਮਨ ਮੱਤ ਨੂੰ ਨਹੀਂ, ਗੁਰੂ ਕੀ ਮੱਤ ਨੂੰ ਧਾਰਨ ਕੀਤਾ ਹੈ। ਕਿਉਂਕਿ ਸਤਿਗੁਰੂ ਜੀ ਦੀ ਸ੍ਰੇਸ਼ਟ ਮੱਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਆਤਮ ਵਿਸ਼ੈਣੀ ਮੱਤ ਦੇ, ਆਤਮ ਵਿਸ਼ੈਣੀ ਬੁੱਧੀ ਦੇ ਦਾਤੇ ਨੇ ਤੇ ਐਸੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕਰਦੇ ਨੇ ਜਿਹੜਾ ਜੀਵ ਦਾ ਲੋਕ ਅਤੇ ਪਰਲੋਕ ਸੰਵਾਰ ਦਿੰਦੇ ਨੇ, ਜੰਮਣ ਮਰਨ ਕੱਟ ਦਿੰਦੇ ਨੇ। ਤੇ ਉਪਦੇਸ਼ ਵੀ ਇਤਨੇ ਪਿਆਰ ਦੇ ਦਿੰਦੇ ਨੇ, ਇਤਨੇ ਮਿੱਠਾ ਬੋਲ ਕੇ ਦਿੰਦੇ ਨੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥਕੀ ਜੀ ਹੋ ਕਦੇ ਨਾ ਬੋਲਾ ਕੌੜਾ। ਕਦੇ ਕੌੜਾ ਬੋਲ ਕਰਕੇ ਨਹੀਂ, ਮਿੱਠਾ ਬੋਲ ਕਰਕੇ, ਪਿਆਰਾ ਕਹਿ ਕਰਕੇ, ਮਿੱਤਰ ਕਹਿ ਕਰਕੇ, ਭਾਈ ਕਹਿ ਕਰਕੇ, ਸੰਬੰਧੀ ਕਹਿ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਅਤਿਅੰਤ ਪਿਆਰ ਦੇ ਨਾਲ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਨੇ। ਤੇ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਨੇ, ਹੇ ਮਨਾ ਪਿਆਰਿਆ ਮਿੱਤਰਾ, ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕਰ। ਨਾਮ ਜਪਣ ਤੋਂ ਬਿਨਾਂ ਕਿਸੇ ਦਾ ਭਲਾ ਨਹੀਂ ਹੋਇਆ, ਕਿਸੇ ਦਾ ਛੁਟਕਾਰਾ ਨਹੀਂ ਹੋਇਆ। ਸਿੱਖੋ ਇਸ ਪ੍ਰਕਾਰ ਮਨ ਨੂੰ ਸਿੱਖਿਆ ਦੇਵਣੀ ਕਰੋ। ਇਸੇ ਹੀ ਪ੍ਰਕਾਰ ਮਨ ਰਾਮ ਨਾਮ ਗੁਣ ਗਾਈਐ। ਹੇ ਪਿਆਰਿਆ ਮਨਾ, ਰਾਮ ਰਮੇ ਹੋਏ ਪਰਮਾਤਮਾ ਜੀ ਦੇ ਗੁਣਾ ਰੂਪੀ ਨਾਮ ਨੂੰ ਸਦਾ ਹੀ ਸਤ ਸੰਗਤ ਦੇ ਵਿੱਚ ਬੈਠ ਕਰਕੇ ਗਾਵਣਾ ਕਰੀਏ, ਅਥਵਾ ਇਸੇ ਨੂੰ ਕੀਰਤਨ ਰੂਪੀ ਭਾਂਡੇ, ਰਾਗ ਰੂਪੀ ਭਾਂਡੇ ਦੇ ਅੰਦਰ ਪਾ ਕਰਕੇ ਕੀਰਤਨ ਦੁਆਰਾ ਗਾਵੀਏ, ਗਾਇਨ ਕਰਨਾ ਕਰੀਏ। ਸਤ ਸੰਗਤ ਦੇ ਅੰਦਰ ਬੈਠ ਕਰਕੇ ਨਾਮ ਰੂਪੀ ਜਸ ਨੂੰ ਗਾਵੀਏ, ਸਦਾ ਹੀ ਗਾਇਨ ਕਰਨਾ ਕਰੀਏ। ਸ਼ਰਧਾ ਪਿਆਰ ਦੇ ਨਾਲ ਗਾਉਂਦੇ ਰਹੀਏ, ਜਪਦੇ ਰਹੀਏ ਸਤਨਾਮ ਸ੍ਰੀ ਵਾਹਿਗੁਰੂ। ਰਾਮ ਜੀ ਦੇ ਗੁਣਾਂ ਨੂੰ ਸਦਾ ਹੀ ਗਾਉਂਦੇ ਰਹੀਏ। ਨੀਤ ਨੀਤ ਹਰ ਸੇਵੀਐ। ਨੀਤ ਨੀਤ, ਨਿਤ ਨਿਤ, ਰੋਜ਼ ਰੋਜ਼, ਹਰ ਰੋਜ਼, ਪ੍ਰਤੀ ਦਿਨ ਹਰੀ ਪਰਮਾਤਮਾ ਜੀ ਨੂੰ ਸੇਵੀਏ, ਸੇਵਾ ਹੀ ਕਰਦੇ ਰਹੀਏ। ਜੋ ਨੀਤ ਤੋਂ ਭਾਵ ਹੁੰਦਾ ਨਿਤ, ਤੇ ਨਿਤ ਦਾ ਅਰਥ ਹੁੰਦਾ ਸਦਾ। ਜੋ ਪਰਮਾਤਮਾ ਜੀ ਸਦਾ ਤੋਂ ਸਥਿਰ ਨੇ, ਸਦਾ ਤੱਕ ਰਹਿਣਗੇ, ਨੀਤ ਨੀਤ, ਸਦਾ ਸਦਾ ਸਥਿਰ ਸਰੂਪ ਨੇ, ਐਸੇ ਹਰੀ ਪਰਮਾਤਮਾ ਜੀ ਦੀ ਸਦਾ ਹੀ ਸੇਵਾ ਕਰਦੇ ਰਹੀਏ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਹਰ ਕੀ ਸੇਵਾ ਤੇ ਮਨੁ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਈ ਜੀ। ਵਾਹਿਗੁਰੂ ਜੀ ਦੀ ਸੇਵਾ ਕਰਨੇ ਦੇ ਨਾਲ ਤੇ ਮਨ ਇਸ਼ਤ ਪਦਾਰਥ ਪਾਈਦੇ ਨੇ, ਪ੍ਰਾਪਤ ਹੁੰਦੇ ਨੇ। ਪਰ ਦ્વੈਤ ਭਾਵਨਾ ਵਿੱਚ ਲੱਗ ਕਰਕੇ ਕੀਤੀ ਹੋਈ ਜਿਹੜੀ ਦੂਜੀ ਸੇਵਾ ਹੈ ਨਾ, ਉਸ ਦੇ ਨਾਲ ਜਨਮ ਵਿਅਰਥ ਚਲਿਆ ਜਾਂਦਾ ਹੈ, ਜਨਮ ਅਜਾਈ ਚਲਿਆ ਜਾਂਦਾ ਹੈ। ਤੇ ਸਿੱਖਾਂ ਨੇ ਬੇਨਤੀ ਕਰਨਾ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਜੀ
ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਹੜੀ ਸੇਵਾ ਕਰੀਏ ਜਿਸ ਦੇ ਨਾਲ ਸਫਲੇ ਹੋ ਜਾਈਏ। ਸਾਸ ਸਾਸ ਹਰ ਧਿਆਈਐ। ਹਜ਼ੂਰ ਫਰਮਾਵਨਾ ਕਰਦੇ ਨੇ ਸਿੱਖੋ, ਹਰ ਇੱਕ ਸਵਾਸ ਸਵਾਸ ਦੇ ਨਾਲ ਹਰੀ ਪ੍ਰਮਾਤਮਾ ਜੀ ਦੇ ਨਾਮ ਨੂੰ ਹਿਰਦੇ ਦੇ ਅੰਦਰ ਧਿਆਵਨਾ ਕਰੀਏ। ਇਹੀ ਹੀ ਹਰੀ ਪ੍ਰਮਾਤਮਾ ਜੀ ਦੀ ਸੇਵਾ ਏ। ਹੁਕਮ ਸਮ ਨਹੀਂ ਸਾਹਿਬ ਸੇਵਾ। ਜੋ ਸਤਿਗੁਰੂ ਜੀ ਦਾ ਹੁਕਮ ਮੰਨਣਾ ਹੈ, ਹੁਕਮ ਦੇ ਬਰਾਬਰ ਕੋਈ ਵੀ ਸੇਵਾ ਨਹੀਂ ਪੁੱਛਦੀ ਏ। ਤੇ ਗਰੀਬ ਨਿਵਾਜ ਸਤਿਗੁਰੂ ਜੀ ਦਾ ਸਾਨੂੰ ਸਾਰਿਆਂ ਨੂੰ ਹੁਕਮ ਹੀ ਇਹ ਹੈ, ਸਾਸੇ ਸਾਸੇ ਸਿਮਰਹੁ ਗੋਬਿੰਦ। ਹਰ ਇੱਕ ਸਵਾਸ ਸਵਾਸ ਦੇ ਨਾਲ, ਆਉਂਦੇ ਸਾਹ ਦੇ ਨਾਲ, ਜਾਂਦੇ ਸਾਹ ਦੇ ਨਾਲ ਪਰਮਾਤਮਾ ਜੀ ਦੇ ਨਾਮ ਦਾ ਸਿਮਰਨ ਹੀ ਕਰੋ। ਤੇ ਸਾਹਿਬ ਸਤਿਗੁਰੂ ਜੀ ਫਰਮਾਵਨਾ ਕਰਦੇ ਨੇ ਸਿੱਖੋ, ਹਰ ਇੱਕ ਆਉਂਦੇ ਜਾਂਦੇ ਸਾਹ ਦੇ ਨਾਲ ਸਾਸੇ ਸਾਸ ਹਰ ਧਿਆਈਐ। ਹਰੀ ਪਰਮਾਤਮਾ ਜੀ ਦਾ ਜਿਹੜਾ ਨਾਮ ਧਿਆਉਣਾ ਹੈ ਨਾ, ਇਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਣ ਰੂਪੀ ਸੇਵਾ ਏ। ਇਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣ ਰੂਪੀ, ਨਾਮ ਦਾ ਧਿਆਵਨਾ ਰੂਪ ਸੇਵਾ ਏ। ਇਸ ਸੇਵਾ ਨੂੰ ਅੱਠੇ ਪਹਿਰ ਸਦਾ ਹੀ ਪਿਆਰ ਦੇ ਸਹਿਤ ਕਰਦੇ ਰਹੋ। ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਉਂਦੇ ਹਨ ਜੀ, ਸੰਤ ਸੰਗ ਹਰ ਮਨ ਵਸੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੇ ਸਿਮਰਨ ਕਰਨੇ ਰੂਪੀ ਸੇਵਾ ਨੂੰ ਕਰਦੇ ਰਹੀਏ, ਆਪੇ ਨਾਮ ਜਪਦੇ ਰਹੀਏ, ਕੰਮਕਾਰ ਕਰਦਿਆਂ ਜਪਦੇ ਰਹੀਏ, ਧੰਦੇ ਤੇ ਧੰਦਾਰ ਕਾਰਜ ਵਿਵਹਾਰ ਕਰਦਿਆਂ ਜਪਦੇ ਰਹੀਏ, ਇਕਾਂਤ ਵਿੱਚ ਚੌਂਕੜਾ ਮਾਰ ਕਰਕੇ ਜਪਦੇ ਰਹੀਏ ਸਤਨਾਮ ਸ੍ਰੀ ਵਾਹਿਗੁਰੂ। ਫਿਰ ਸੰਗਤ ਵਿੱਚ ਜਾਣ ਦੀ ਲੋੜ ਤੇ ਨਹੀਂ, ਫਿਰ ਤਾਂ ਸਤ ਸੰਗਤ ਨਹੀਂ ਕਰਨੀ ਪੈਂਦੀ ਹੋਵੇਗੀ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਸਿੱਖੋ, ਜਿੱਥੇ ਇਕਾਂਤ ਵਿੱਚ ਜਪਣਾ ਹੈ, ਜਿੱਥੇ ਕਾਰਜ ਵਿਵਹਾਰ ਕਰਦਿਆਂ ਜਪਣਾ, ਅੱਠੇ ਪਹਿਰ ਜਪਣਾ, ਉੱਥੇ ਸਤ ਸੰਗਤ ਨੂੰ ਵੀ ਕਦੇ ਵਿਸਾਰਨਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਵੀ ਨਾਮ ਹੀ ਜਪਣਾ ਹੈ ਤੇ ਸੰਗਤ ਵਿੱਚ ਵੀ ਨਾਮ ਹੀ ਜਪਣਾ ਹੈ। ਫਿਰ ਸੰਗਤ ਵਿੱਚ ਵਿਸ਼ੇਸ਼ ਕਰਕੇ ਜਾਣ ਦੀ ਆਪ ਜੀ ਨੇ ਹਦਾਇਤ ਕਿਉਂ ਕੀਤੀ ਹੈ? ਤੇ ਹਜ਼ੂਰ ਫਰਮਾਵਨਾ ਕਰਦੇ ਨੇ, ਸੰਤ ਸੰਗ ਹਰ ਮਨ ਵਸੈ। ਸਤ ਸੰਗਤ ਦੇ ਅੰਦਰ ਅਥਵਾ ਸੰਤਾਂ ਦੀ ਸੰਗਤ ਵਿੱਚ ਬੈਠ ਕਰਕੇ ਜਪਣ ਦੇ ਨਾਲ ਹਰੀ ਪਰਮਾਤਮਾ ਜੀ ਦਾ ਸਹਿਜੇ ਹੀ ਨਿਵਾਸ ਹਿਰਦੇ ਦੇ ਅੰਦਰ ਹੋ ਜਾਂਦਾ ਹੈ, ਅੰਤਸ਼ਕਰਨ ਦੇ ਅੰਦਰ ਹੋ ਜਾਂਦਾ ਹੈ। ਕਿਉਂਕਿ ਹਰੀ ਪਰਮਾਤਮਾ ਜੀ ਸੰਗਤ ਦੇ ਅੰਦਰ ਪ੍ਰਤੱਖ ਨੇ। ਜੀਵ ਦੇ ਆਪਣੇ ਪੂਰਬਲੇ ਕਰਮਾਂ ਦੀ ਕਿਰਤ ਦੇ ਅਨੁਸਾਰ ਮਨ ਦੇ ਅੰਦਰ ਪਰਮਾਤਮਾ ਜੀ ਪ੍ਰਗਟ ਨਹੀਂ, ਪਰ ਸੰਗਤ ਦੇ ਅੰਦਰ ਪ੍ਰਗਟ ਨੇ, ਪ੍ਰਤੱਖ ਨੇ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਿਵੇਂ ਤਾਲਾਬਾਂ ਦੇ ਅੰਦਰ, ਝੀਲਾਂ ਦੇ ਅੰਦਰ, ਨਦੀਆਂ ਦਰਿਆਵਾਂ ਦੇ ਅੰਦਰ ਪਾਣੀ ਪ੍ਰਤੱਖ ਹੈ ਨਾ, ਧਰਤੀ ਦੇ ਅੰਦਰ ਜ਼ਮੀਨ ਦੇ ਥੱਲੇ ਵੀ ਪਾਣੀ ਹੈ, ਪਰ ਉਸ ਨੂੰ ਕੱਢਣ ਵਾਸਤੇ ਬੜਾ ਯਤਨ ਕਰਨਾ ਪੈਂਦਾ ਹੈ। ਪਰ ਜਿਹੜਾ ਮਨੁੱਖ ਝੀਲ ਦੇ ਕਿਨਾਰੇ ਹੈ, ਨਦੀ ਦੇ ਕਿਨਾਰੇ ਹੈ, ਪਿਆਸ ਲੱਗੀ ਹੋਵੇ ਤੇ ਪਾਣੀ ਪੀਣ ਵਾਸਤੇ ਕੋਈ ਯਤਨ ਥੋੜਾ ਬਹੁਤਾ ਕਰਨਾ ਪੈਂਦਾ, ਬਸ ਬੁੱਕ ਭਰਿਆ ਤੇ ਛਕ ਲਿਆ। ਜਦੋਂ ਹਿਰਦੇ ਦੇ ਅੰਦਰੋਂ ਨਾਮ ਅੰਮ੍ਰਿਤ ਨੂੰ ਪ੍ਰਗਟ ਕਰਨਾ ਤੇ ਇਕਾਂਤ ਵਿੱਚ ਬਹੁਤ ਅਭਿਆਸ ਕਰਨ ਦੀ ਲੋੜ ਹੈ। ਜਿਵੇਂ ਧਰਤੀ ਚੋਂ ਜਲ ਚੋਂ ਪਾਣੀ ਕੱਢਣ ਵਾਸਤੇ ਯਤਨ ਕਰਨੇ ਪੈਂਦੇ ਨੇ, ਖੂਹ ਪੁੱਟਣੇ ਪੈਂਦੇ ਨੇ, ਬੌਲੀਆਂ ਲਾਉਣੀਆਂ ਪੈਂਦੀਆਂ ਨੇ, ਬੋਰ ਕਰਨੇ ਪੈਂਦੇ ਨੇ, ਫਿਰ ਜਲ ਆਉਂਦਾ ਹੈ। ਇਸੇ ਪ੍ਰਕਾਰ ਸਿਮਰਨ ਭਜਨ ਤੇ ਇਕੱਲਿਆਂ ਵੀ ਕਰਨਾ ਹੀ ਕਰਨਾ ਹੈ, ਅੱਠੇ ਪਹਿਰ ਤੇ ਕਰਨਾ ਹੀ ਕਰਨਾ ਹੈ। ਪਰ ਇਹ ਬੋਰ ਕਰਨ ਵਾਂਗੂ ਹੈ, ਬੌਲੀ ਲਾਉਣ ਵਾਂਗੂ ਹੈ, ਹਿਰਦੇ ਦੇ ਅੰਦਰੋਂ ਨਾਮ ਅੰਮ੍ਰਿਤ ਪ੍ਰਗਟ ਹੋ ਹੀ ਜਾਵੇਗਾ। ਪਰ ਸਾਧ ਸੰਗਤ ਜੀ ਸਤ ਸੰਗਤ ਦੇ ਵਿੱਚ, ਸੰਤਾਂ ਦੀ ਸੰਗਤ ਦੇ ਵਿੱਚ ਤੇ ਇਹ ਵਗਦੇ ਪਾਣੀ ਦੇ ਝਰਨੇ ਨੇ। ਬਾਣੀ ਉਚਰਾਹੇ ਸਾਧ ਜਨ ਆਮਿਓ ਚਲਹਿ ਝਰਨੇ। ਜਿਵੇਂ ਪਹਾੜਾਂ ਚੋਂ ਸੁਤੇ ਸੇਧੀ ਪਾਣੀ ਦੇ ਝਰਨੇ ਚੱਲਦੇ ਨੇ ਨਾ, ਚਸ਼ਮੇ ਫੁੱਟਦੇ ਨੇ, ਇਵੇਂ ਸਤ ਸੰਗਤ ਦੇ ਅੰਦਰ ਤੇ ਨਾਮ ਦਾ ਪ੍ਰਵਾਹ ਨਿਰੰਤਰ ਸੁਤੇ ਹੀ ਚੱਲ ਰਿਹਾ ਹੈ। ਮਨ ਰੂਪੀ ਅਥਵਾ ਸੰਕਲਪਾਂ ਰੂਪੀ ਹੱਥਾਂ ਦੇ ਨਾਲ ਬੁੱਕ ਭਰ ਕੇ ਜੀਵ ਇਸ ਨਾਮ ਅੰਮ੍ਰਿਤ ਨੂੰ ਪੀਣਾ ਕਰ। ਇਹ ਜੋ ਸਾਧ ਸੰਗਤ ਹੈ, ਇਸ ਦੇ ਵਿੱਚ ਨਾਮ ਰੂਪੀ ਜਲ ਹੈ, ਭਗਤੀ ਦੀ ਨਦੀ ਹੈ, ਭਗਤੀ ਦਾ ਪ੍ਰਵਾਹ ਹੈ। ਸੰਤਾਂ ਦਾ ਸੰਗਤ ਤੇ ਸਾਧ ਸੰਗਤ ਤੇ ਸਤਿਗੁਰੂ ਜੀ ਫਰਮਾਵਨਾ ਕਰਦੇ ਨੇ ਸਿੱਖੋ, ਇਸ ਕਰਕੇ ਆਦ ਕਾਲ ਤੋਂ ਵੱਡਿਆਂ ਸਤਿਗੁਰਾਂ ਨੇ ਮਰਿਆਦਾ ਬਣਾਈ ਹੈ। ਧਰਮਸ਼ਾਲਾ ਦੇ ਅੰਦਰ ਜਾ ਕਰਕੇ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਜਸ ਨੂੰ ਕੰਨਾਂ ਦੇ ਨਾਲ ਸਰਵਣ ਕਰਨਾ ਤੇ ਰਸਨਾ ਦੇ ਨਾਲ ਉਚਾਰਨ ਕਰਨਾ, ਸਤਨਾਮ ਸ੍ਰੀ ਵਾਹਿਗੁਰੂ। ਸੰਤਾਂ ਦੀ ਸੰਗਤ ਦੇ ਵਿੱਚ ਅਥਵਾ ਸਤ ਸੰਗਤ ਵਿੱਚ ਮਿਲ ਬੈਠ ਕਰਕੇ ਜਪਣ ਦੇ ਨਾਲ ਸੁਭਾਵਿਕ ਹੀ ਪ੍ਰਮਾਤਮਾ ਜੀ ਦਾ ਪਿਆਰ, ਪ੍ਰਮਾਤਮਾ ਜੀ ਦਾ ਨਾਮ ਹਿਰਦੇ ਦੇ ਅੰਦਰ ਵਸ ਜਾਂਦਾ ਹੈ ਜੀ। ਦੁੱਖ ਦਰਦ ਅਨੇਰਾ ਭ੍ਰਮ ਨਸੈ। ਸੱਚੇ ਪਾਤਸ਼ਾਹ ਜਦੋਂ ਸਤ ਸੰਗਤ ਦੁਆਰਾ ਨਾਮ ਹਿਰਦੇ ਅੰਦਰ ਵਸ ਜਾਂਦਾ, ਫਿਰ ਉਸ ਨਾਮ ਦਾ ਫਲ ਕੀ ਮਿਲਦਾ ਹੈ, ਮਹਾਤਮ ਕੀ ਮਿਲਦਾ ਹੈ? ਤੇ ਹਜ਼ੂਰ ਫਰਮਾਉਂਦੇ ਨੇ ਸਿੱਖੋ,
ਦੁੱਖ ਜੰਮਣ ਮਰਨ ਦਾ ਦੁੱਖ ਮਿਟ ਜਾਂਦਾ ਹੈ। ਆਵਨ ਜਾਣ ਰਹੇ ਮਿਲ ਸਾਧਾ, ਸਾਧ ਜਨਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਜਪਣਾ ਕਰੀਏ ਤੇ ਜੀਵ ਆਉਣ ਜਾਣ ਤੋਂ ਰਹਿ ਜਾਂਦਾ ਹੈ, ਜੰਮਣ ਮਰਨ ਤੋਂ ਰਹਿ ਜਾਂਦਾ ਹੈ, 84 ਲੱਖ ਦਾ ਗੇੜਾ ਮਿਟ ਜਾਂਦਾ ਹੈ। ਇਸੇ ਪ੍ਰਕਾਰ ਦੁੱਖ ਦਰਦ ਹੈ ਅਗਿਆਨਤਾ ਦੀਆਂ ਪੀੜਾਂ, ਅਗਿਆਨਤਾ ਦਾ ਦਰਦ, ਅਗਿਆਨਤਾ ਦੀਆਂ ਪੀੜਾਂ। ਇਸੇ ਪ੍ਰਕਾਰ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਲਿਖਣਾ ਕੀਤਾ ਹੈ ਕਿ ਗੁਣੀ ਜਨ ਵਿਦਵਾਨ ਦਰਦ ਦਾ ਅਰਥ ਮਾਨਸਿਕ ਪੀੜਾ ਵੀ ਕਰਦੇ ਨੇ। ਦੁੱਖ ਹੋ ਗਏ ਸਰੀਰ ਦੇ ਦੁੱਖ ਤੇ ਦਰਦ ਹੋ ਗਏ ਮਾਨਸਿਕ ਰੋਗ। ਇਸੇ ਪ੍ਰਕਾਰ ਗੁਰਬਾਣੀ ਅਰਥ ਭੰਡਾਰ ਦੇ ਅੰਦਰ ਜੋ ਅਰਥ ਲਿਖੇ ਨੇ ਉਹ ਲਿਖਣਾ ਕੀਤੇ ਨੇ ਮਹਾਂਪੁਰਖਾਂ ਨੇ। ਦੁੱਖ ਹੈ ਜੰਮਣ ਮਰਨ ਦਾ ਅਤੇ ਦਰਦ ਹੈ ਅਗਿਆਨਤਾ ਦੀਆਂ ਪੀੜਾਂ। ਇਸੇ ਪ੍ਰਕਾਰ ਦੁੱਖ ਦਰਦ ਅੰਧੇਰਾ ਹੈ ਅਗਿਆਨਤਾ ਦਾ। ਤੇ ਸਤਿਗੁਰੂ ਜੀ ਦਾ ਨਾਮ ਜਿਹੜਾ ਹੈ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਕਰਕੇ ਸੱਚ ਦਾ ਪ੍ਰਕਾਸ਼ ਕਰਦਾ ਹੈ। ਵਾਹਿਗੁਰੂ ਨਾਮ ਦਾ ਅਰਥ ਵੀ ਇਹੀ ਬਣਦਾ ਨਾ। ਸੰਗਤ ਵਿੱਚ ਜਪਦੇ ਹਾਂ, ਇਸ਼ਨਾਨ ਕਰਨ ਲੱਗਿਆ ਪਾਣੀ ਸਰੀਰ ਦੇ ਉੱਪਰ ਪਾਉਂਦੇ ਹਾਂ, ਕਿਸੇ ਨੂੰ ਫਤਿਹ ਬੁਲਾਉਂਦੇ ਹਾਂ, ਸਰੀਰ ਦੀ ਕਿਰਿਆ ਕਰਦੇ ਹਾਂ, ਗੁਰ ਦਰਬਾਰ ਤੇ ਆਉਂਦੇ ਹਾਂ ਤੇ ਗੁਰਮੁਖਾਂ ਦੇ ਮੁਖ ਦੇ ਵਿੱਚੋਂ ਸੁਭਾਵਕ ਹੀ ਨਿਕਲਦਾ ਹੈ ਵਾਹਿਗੁਰੂ। ਇਸ ਪ੍ਰਕਾਰ ਜਿਹੜਾ ਵਾਹਿਗੁਰੂ ਜੀ ਦਾ ਨਾਮ ਉਚਾਰਨਾ ਸਤਿਗੁਰੂ ਜੀ ਨੇ ਗੁਰ ਮੰਤਰ ਬਖਸ਼ਿਆ, ਇਸ ਦਾ ਅਰਥ ਵੀ ਇਹੋ ਬਣਦਾ। ਵਾਹੇ ਨਾਮ ਅਸਚਰਜ ਦਾ ਹੈ। ਜਿਹੜੀ ਕੋਈ ਚੰਗੀ ਚੀਜ਼ ਮਨੁੱਖ ਦੇਖਦਾ ਤੇ ਕਹਿੰਦਾ ਬੜੀ ਸੋਹਣੀ ਚੀਜ਼ ਹੈ, ਬੜੀ ਚੰਗੀ ਚੀਜ਼ ਹੈ, ਇਸ ਦੀ ਕੁਆਲਿਟੀ ਬੜੀ ਵਧੀਆ ਹੈ, ਇਹਦੀ ਗੁਣਵੱਤਾ ਬੜੀ ਵਧੀਆ। ਜੇ ਤੇ ਚੀਜ਼ ਚੰਗੀ ਲੱਗੇ ਤੇ ਕਹਿੰਦਾ ਬੜੀ ਚੰਗੀ ਹੈ। ਕਿਸੇ ਬੱਚੇ ਨੂੰ ਵੇਖੇ ਤੇ ਕਹਿੰਦਾ ਕਿਤਨਾ ਪਿਆਰਾ ਬੱਚਾ ਹੈ, ਕਿਤਨਾ ਸੋਹਣਾ ਬੱਚਾ ਹੈ। ਹੁਣ ਸੋਹਣਾ, ਪਿਆਰਾ, ਗੁਣਵੱਤਾ, ਕੁਆਲਿਟੀ, ਇਹਦੇ ਕੋਲ ਅਜੇ ਅਲਫਾਜ਼ ਹਨ, ਸ਼ਬਦ ਹੈਗੇ ਨੇ ਅਜੇ। ਪਰ ਜਿਸ ਕਿਸੇ ਐਸੀ ਚੀਜ਼ ਨੂੰ ਦੇਖ ਲਵੇ ਜਿੱਥੇ ਸ਼ਬਦ ਮੁੱਕ ਜਾਣ, ਉੱਥੇ ਕਹਿੰਦਾ ਵਾਹ ਕਿਆ ਬਾਤ ਹੈ, ਕਿਆ ਚੀਜ਼ ਹੈ। ਹੁਣ ਵਾਹ ਸ਼ਬਦ ਆ ਗਿਆ, ਬਾਕੀ ਦੇ ਸਾਰੇ ਸ਼ਬਦ ਉੱਥੇ ਮੁੱਕ ਗਏ। ਤੇ ਵਾਹ ਇਹ ਨਾਮ ਹੁੰਦਾ ਅਸਚਰਜ ਦਾ। ਜਿੱਥੇ ਅਸਚਰਜਤਾ ਪ੍ਰਗਟ ਹੋ ਜਾਵੇ, ਹੈਰਾਨੀ ਦੀ ਕੋਈ ਹੱਦ ਨਾ ਰਵੇ, ਕੋਈ ਸੀਮਾ ਨਾ ਰਵੇ, ਬੁੱਧੀ ਇਤਨੀ ਅਸਚਰਜ ਹੋ ਜਾਵੇ, ਵਿਸਮਾਦ ਹੋ ਜਾਵੇ ਕਿ ਸ਼ਬਦ ਹੀ ਮੁੱਕ ਜਾਣ, ਅਲਫਾਜ਼ ਮੁੱਕ ਜਾਣ, ਉੱਥੇ ਕਿਹਾ ਜਾਂਦਾ ਵਾਹ। ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ, ਵਾਹਿਗੁਰੂ ਜੀ ਦੀਆਂ ਵਡਿਆਈਆਂ, ਵਾਹਿਗੁਰੂ ਜੀ ਦੀਆਂ ਸਿਫਤ ਸਲਾਹਾਂ, ਉਸ ਦੀ ਇਸੇ ਪ੍ਰਕਾਰ ਸ਼ੋਭਾ, ਵਾਹਿਗੁਰੂ ਜੀ ਦੀ ਵਿਸਮਾਦਤਾ, ਵਾਹਿਗੁਰੂ ਜੀ ਦੇ ਬਖਸ਼ਿਸ਼ਾਂ ਜੋ ਜੀਵਾਂ ਦੇ ਉੱਪਰ ਕਰਨੇ ਵਾਲੇ ਨੇ ਉਹ ਇਤਨੀਆਂ ਜ਼ਿਆਦਾ ਨੇ ਕਿ ਜੀਵ ਦੀ ਬੁੱਧੀ ਹੈਰਾਨ ਹੋ ਜਾਂਦੀ ਏ। ਫਿਰ ਜੇ ਕਹੀਏ ਬੜੀਆਂ ਬਖਸ਼ਿਸ਼ਾਂ, ਬੜੀਆਂ ਸ਼ਬਦ ਛੋਟਾ ਰਹਿ ਗਿਆ, ਬਹੁਤ ਬਖਸ਼ਿਸ਼ਾਂ ਛੋਟਾ ਰਹਿ ਗਿਆ। ਫਿਰ ਉੱਥੇ ਬੁੱਧੀ ਵਿਸਮਾਦ ਹੁੰਦੀ ਹੈ ਤੇ ਸ਼ਬਦ ਉਚਰਦਾ ਹੈ ਵਾਹ। ਤੇ ਗੋ ਨਾਮ ਹੈ ਅਗਿਆਨਤਾ ਦਾ, ਹਨੇਰੇ ਦਾ, ਤੇ ਰੂ ਨਾਮ ਹੈ ਪ੍ਰਕਾਸ਼ ਦਾ। ਐਸਾ ਅਸਚਰਜ ਸਰੂਪ ਪ੍ਰਮਾਤਮਾ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਨਾਚ ਕਰਕੇ ਸੱਚ ਦਾ ਪ੍ਰਕਾਸ਼ ਕਰਨ ਵਾਲਾ ਹੈ, ਸੋ ਕਹੀਏ ਵਾਹਿਗੁਰੂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਦੁੱਖ ਦਰਦ ਅੰਧੇਰਾ ਅਗਿਆਨਤਾ ਦਾ ਹਨੇਰਾ। ਵਾਹਿਗੁਰੂ ਜੀ ਦਾ ਨਾਮ ਐਸਾ ਹੈ, ਗੁਰ ਮੰਤਰ ਐਸਾ ਹੈ, ਅਗਿਆਨਤਾ ਦੇ ਹਨੇਰੇ ਨੂੰ ਮੇਟ ਦੇਣ ਵਾਲਾ ਹੈ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਸਤਿਗੁਰੂ ਜੀ ਮਨ ਅਤੇ ਬੁੱਧੀ ਰੂਪੀ ਨੇਤਰਾਂ ਦੇ ਅੰਦਰ ਉਪਦੇਸ਼ ਰੂਪੀ ਸੁਰਮਾ ਪਾ ਕਰਕੇ ਗਿਆਨ ਰੂਪੀ ਨਜ਼ਰ ਬਖਸ਼ ਦਿੰਦੇ ਨੇ, ਅਗਿਆਨਤਾ ਦੇ ਹਨੇਰੇ ਦਾ ਨਾਸ਼ ਕਰ ਦਿੰਦੇ ਨੇ ਤੇ ਹਿਰਦੇ ਦੇ ਅੰਦਰ ਐਸਾ ਨਾਮ ਦਾ ਚਾਨਣ ਕਰਦੇ ਨੇ, ਸਾਰਾ ਅਗਿਆਨਤਾ ਦਾ ਹਨੇਰਾ ਹੀ ਮਿਟਾ ਦਿੰਦੇ ਨੇ। ਤੇ ਭ੍ਰਮ ਹੈ ਆਪਣੇ ਸਰੂਪ ਦਾ। ਜੀਵ ਨੂੰ ਆਪਣੇ ਆਤਮ ਸਰੂਪ ਦਾ ਗਿਆਨ ਨਹੀਂ ਨਾ, ਆਪਣੇ ਆਤਮ ਸਰੂਪ ਨੂੰ ਆਪਣਾ ਵਾਸਤਵ ਰੂਪ ਨਹੀਂ ਸਮਝਦਾ ਕਿ ਮੈਂ ਆਤਮਾ ਹਾਂ, ਤੇ ਆਪਣੇ ਸਰੀਰ ਨੂੰ ਹੀ ਆਪਣਾ ਸਰੂਪ ਸਮਝਦਾ ਕਿ ਮੈਂ ਸਰੀਰ ਹਾਂ। ਕਿਸੇ ਨੂੰ ਵੀ ਕਿਸ ਦਾ ਪੁੱਛ ਲਈਏ ਭਾਈ ਤੂੰ ਕੌਣ ਹੈ, ਉਹ ਆਪਣੇ ਸਰੀਰ ਦਾ ਨਾਮ ਦੱਸੇਗਾ। ਸਰੀਰ ਦਾ ਨਾਮ ਕਦੋਂ ਪਿਆ? ਜਦੋਂ ਮਾਤਾ ਪਿਤਾ ਦੇ ਘਰ ਦੇ ਵਿੱਚ ਸਰੀਰ ਨੇ ਜਨਮ ਲਿਆ, ਸਰੀਰ ਪ੍ਰਗਟ ਹੋਇਆ, ਤੇ ਪ੍ਰਗਟ ਹੋਣ ਤੋਂ ਬਾਅਦ, ਜਨਮ ਲੈਣ ਤੋਂ ਬਾਅਦ ਮਾਤਾ ਨੇ ਨਾਮ ਰੱਖਿਆ, ਪਿਤਾ ਨੇ ਨਾਮ ਰੱਖਿਆ, ਸੰਬੰਧੀਆਂ ਨੇ ਨਾਮ ਰੱਖਿਆ। ਜਿਹੜਾ ਨਾਮ ਅਸੀਂ ਆਪਣੀ ਪਛਾਣ ਵਾਸਤੇ ਦੱਸਦੇ ਹਾਂ, ਇਹ ਸਾਡੇ ਸਰੀਰ ਦਾ ਨਾਮ ਹੈ, ਸਾਡਾ ਵਾਸਤਵ ਰੂਪ ਨਹੀਂ। ਸਰੀਰ ਦੇ ਜਨਮ ਲੈਣ ਤੋਂ ਬਾਅਦ ਇਹ ਨਾਮ ਧਰਿਆ ਗਿਆ, ਨਾਮ ਰੱਖਿਆ ਗਿਆ। ਪਰ ਜਿਹੜੀ ਅੰਦਰ ਚੇਤਨ ਸੱਤਾ, ਜਿਹੜੀ ਆਤਮਾ, ਉਹ ਤੇ ਪਹਿਲਾਂ ਵੀ ਸੀ। ਜਿਹੜੀ ਪਹਿਲਾਂ ਤੋਂ ਚੇਤਨ ਸੱਤਾ ਹੈ, ਆਤਮਾ ਹੈ, ਜੀਵ ਉਸ ਨੂੰ ਆਪਣਾ ਵਾਸਤਵ ਸਰੂਪ ਨਹੀਂ ਜਾਣਦਾ, ਕਿਉਂਕਿ ਉਸ ਦਾ ਕਦੇ ਅੰਤਰ ਆਤਮੇ ਦੀਦਾਰ ਹੀ ਨਹੀਂ ਹੋਇਆ। ਅੰਤਸ਼ਕਰਨ ਦੇ ਅੰਦਰ ਆਤਮ ਸਰੂਪ ਨੂੰ ਕਦੇ ਤੱਕਿਆ ਹੀ ਨਹੀਂ, ਕਦੇ ਨਿਹਾਰਿਆ ਹੀ ਨਹੀਂ, ਕਦੇ ਦੇਖਿਆ ਹੀ ਨਹੀਂ, ਦੀਦਾਰ ਹੋਇਆ ਹੀ ਨਹੀਂ, ਦਰਸ਼ਨ ਤੇ ਕੀਤਾ ਹੀ ਨਹੀਂ ਕਦੇ। ਤੇ ਜਦੋਂ ਆਤਮ ਸਰੂਪ ਦਾ ਗਿਆਨ ਹੀ ਨਹੀਂ, ਦਰਸ਼ਨ ਹੋਇਆ ਹੀ ਨਹੀਂ, ਤੇ ਫਿਰ ਸਰੀਰ ਨੂੰ ਹੀ ਆਪਣਾ ਸਰੂਪ ਮੰਨ ਲੈਂਦਾ ਹੈ।
ਮੈਂ ਸਰੀਰ ਹਾਂ। ਤੇ ਜਿਹੜਾ ਸਰੀਰ ਨੂੰ ਆਪਣਾ ਵਾਸਤਵ ਰੂਪ ਮੰਨ ਲੈਣਾ, ਇਹ ਭ੍ਰਮ ਪਿਆ ਹੋਇਆ ਜੀਵ ਦੇ ਹਿਰਦੇ ਦੇ ਅੰਦਰ, ਅਗਿਆਨਤਾ ਦੇ ਹਨੇਰੇ ਦੇ ਕਾਰਨ। ਤੇ ਭਰਮ ਦੇ ਵਿੱਚ ਹੀ ਜੀਵ ਸਾਰੀ ਆਪਣੀ ਉਮਰਾਂ ਬਤੀਤ ਕਰ ਦਿੰਦਾ ਹੈ ਕਿ ਮੈਂ ਸਰੀਰ ਹਾਂ, ਮੈਂ ਫਲਾਣੇ ਦਾ ਪੁੱਤ ਹਾਂ, ਮੈਂ ਫਲਾਣੇ ਦਾ ਬਾਪ ਹਾਂ, ਮੈਂ ਫਲਾਣੇ ਦਾ ਭਾਈ ਹਾਂ। ਪਰ ਜੋ ਵਾਸਤਵ ਸਰੂਪ ਹੈ ਉਸ ਨੂੰ ਨਹੀਂ ਸਮਝਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨਾ ਕਰਦੇ ਨੇ ਸਿੱਖੋ, ਸਤ ਸੰਗਤ ਦੇ ਅੰਦਰ, ਸੰਤ ਸੰਗਤ ਦੇ ਅੰਦਰ ਬੈਠ ਕਰਕੇ ਵਾਹਿਗੁਰੂ ਜੀ ਦੇ ਜਸ ਉਚਾਰਨੇ ਦਾ, ਸ਼ਰਵਣ ਕਰਨੇ ਦਾ ਮਹਾਤਮ ਐਸਾ। ਜਦੋਂ ਪਰਮਾਤਮਾ ਜੀ ਦਾ ਨਾਮ ਸਤ ਸੰਗਤ ਦੁਆਰਾ ਹਿਰਦੇ ਅੰਦਰ ਵਸਦਾ ਨਾ, ਜੰਮਣ ਮਰਨ ਦੇ ਦੁੱਖ ਨੱਥ ਜਾਂਦੇ ਨੇ, ਅਗਿਆਨਤਾ ਦੀਆਂ ਪੀੜਾਂ ਮਿਟ ਜਾਂਦੀਆਂ ਨੇ, ਸਰੀਰ ਦੇ ਰੋਗ ਨਾਸ ਹੋ ਜਾਂਦੇ ਨੇ, ਮਾਨਸਿਕ ਜਿਹੜੇ ਦਰਦ ਨੇ ਉਹ ਨਾਸ ਹੋ ਜਾਂਦੇ ਨੇ, ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਤੇ ਸਰੂਪ ਦੇ ਪ੍ਰਥਾਏ ਪਿਆ ਹੋਇਆ ਜਿਹੜਾ ਭਰਮ ਹੈ, ਨਸ਼ਾ, ਉਹ ਵੀ ਨਸ ਜਾਂਦਾ ਹੈ। ਨਸ਼ਾ ਉਹ ਨਾਸ ਹੋ ਜਾਂਦਾ ਹੈ, ਅਭਾਵ ਹੋ ਜਾਂਦਾ ਹੈ, ਅਗਿਆਨਤਾ ਦਾ ਹਨੇਰਾ ਵੀ ਮਿਟ ਜਾਂਦਾ ਹੈ। ਸਤਿਗੁਰੂ ਜੀ ਹਿਰਦੇ ਦੇ ਅੰਦਰ ਸਤ ਸੰਗਤ ਦੁਆਰਾ ਨਾਮ ਦਾ ਪ੍ਰਕਾਸ਼ ਚਾਨਣਾ ਹੀ ਐਸਾ ਬਖਸ਼ ਦਿੰਦੇ ਹਨ ਜੀ। ਸੰਤ ਪ੍ਰਸਾਦ ਹਰ ਜਾਪੀਐ। ਤੇ ਸਾਧ ਸੰਗਤ ਜੀ, ਇੱਥੇ ਹੁਣ ਸੰਤ ਦਾ ਅਰਥ ਹੈ ਸ਼ਾਂਤ ਆਤਮਾ ਸਤਿਗੁਰੂ ਜੀ ਮਹਾਰਾਜ। ਇਹ ਨਾਮ ਸਤ ਸੰਗਤ ਦੁਆਰਾ ਜਪਿਆ ਕਿਉਂ ਜਾਂਦਾ ਹੈ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਦੋਂ ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਦੇ ਨੇ ਨਾ, ਸੰਤ ਪ੍ਰਸਾਦ, ਸ਼ਾਂਤ ਆਤਮਾ ਸਤਿਗੁਰੂ ਜੀ ਦੀ ਕਿਰਪਾ ਦੇ ਦੁਆਰਾ ਸਤ ਸੰਗਤ ਪ੍ਰਾਪਤ ਹੁੰਦੀ ਹੈ। ਤੇ ਫਿਰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੀ ਜੀਵ ਸਤ ਸੰਗਤ ਵਿੱਚ ਬੈਠ ਕਰਕੇ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਨਾਮ ਜਪਣਾ ਮਿਲਦਾ ਹੈ, ਨਾਮ ਸ਼ਰਵਣ ਕਰਦਾ ਮਿਲਦਾ ਹੈ, ਤੇ ਸੋਤੇ ਸੇ ਦੀ ਜਾਣ ਲੋ ਕਿ ਸਤਿਗੁਰੂ ਜੀ ਦੀ ਬਖਸ਼ਿਸ਼ ਹੋ ਰਹੀ ਹੈ। ਕੀਰਤਨ ਸ਼ਰਵਣ ਕਰਨੇ ਦੀ ਦਾਤ ਮਿਲ ਰਹੀ ਏ, ਅੰਮ੍ਰਿਤ ਗੁਰਬਾਣੀ ਨੂੰ ਸ਼ਰਵਣ ਕਰਨੇ ਦੀ ਦਾਤ ਪ੍ਰਾਪਤ ਹੋ ਰਹੀ ਏ, ਕਥਾ ਵਿਚਾਰ ਸ਼ਰਵਣ ਕਰਨੇ ਦੀ ਦਾਤ ਪ੍ਰਾਪਤ ਹੋ ਰਹੀ ਏ, ਕੀਰਤਨ ਕਰਨੇ ਦੀ ਦਾਤ ਸਤਿਗੁਰੂ ਜੀ ਬਖਸ਼ ਰਹੇ ਨੇ, ਕਥਾ ਵਿਚਾਰ ਕਰਨੇ ਦੀ ਤੇ ਗੁਰਬਾਣੀ ਪੜ੍ਹਨੇ ਦੀ ਦਾਤ ਸਤਿਗੁਰੂ ਜੀ ਬਖਸ਼ ਰਹੇ ਨੇ। ਇਹ ਸੰਤ ਪ੍ਰਸਾਦ ਹੈ, ਇਹ ਸਤਿਗੁਰੂ ਜੀ ਦੀ ਕਿਰਪਾ ਹੈ। ਤੇ ਸਤਿਗੁਰੂ ਜੀ ਕਿਰਪਾ ਕਰਕੇ ਹੀ ਆਪਣੇ ਨਾਮ ਨੂੰ ਗੁਰਸਿੱਖਾਂ ਦੀ ਰਸਨਾ ਦੁਆਰਾ ਜਪਾਉਣਾ ਕਰਦੇ ਨੇ। ਆਪਣੀ ਕਿਰਪਾ ਦੁਆਰਾ ਹੀ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਨਾਮ ਦਾ ਚਿੰਤਨ ਕਰਵਾਵਣਾ ਕਰਦੇ ਹਨ। ਇਸੇ ਹੀ ਪ੍ਰਕਾਰ ਸੰਤ ਪ੍ਰਸਾਦ ਹਰ ਜਾਪੀਐ। ਪੂਰੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰੀਦਾ ਹੈ, ਨਾਮ ਦਾ ਭਜਨ ਕਰੀਦਾ ਹੈ ਜੀ। ਸੋ ਜਨ ਦੁਖ ਨਾ ਵਿਆਪੀਐ। ਤੇ ਜਿਸ ਜਨ ਦੇ ਉੱਪਰ ਹਰੀ ਪਰਮਾਤਮਾ ਜੀ ਦੀ ਕਿਰਪਾ ਹੋ ਜਾਂਦੀ ਹੈ, ਜਿਹੜਾ ਨਾਮ ਜਪਦਾ ਨਾ, ਤੇ ਇਸ ਜਨ ਨੂੰ ਫਿਰ ਜੰਮਣ ਮਰਨ ਦਾ ਦੁੱਖ ਨਹੀਂ ਵਿਆਪਦਾ ਹੈ, ਤੇ ਇਸ ਜਨ ਨੂੰ ਮਨ ਦਾ ਦੁੱਖ ਵੀ ਨਹੀਂ ਵਿਆਪਦਾ ਹੈ। ਸਰੀਰ ਤੇ ਕੋਈ ਰੋਗ ਆ ਵੀ ਜਾਵੇ, ਮਨ ਦੀ ਐਸੀ ਚੜ੍ਹਦੀ ਕਲਾ ਦੀ ਅਵਸਥਾ ਹੁੰਦੀ ਏ, ਮਨ ਉਸ ਰੋਗ ਦੀ ਪੀੜਾ ਨੂੰ ਮੰਨਦਾ ਹੀ ਨਹੀਂ। ਮਨ ਉਸ ਰੋਗ ਦੇ ਦੁੱਖ ਨੂੰ ਦੁੱਖ ਹੀ ਨਹੀਂ ਮੰਨਦਾ। ਦੁੱਖ ਉਦੋਂ ਹੈ ਜਦੋਂ ਮਨ ਉਸ ਦੁੱਖ ਨੂੰ ਮੰਨ ਲਵੇ, ਤੇ ਜਦੋਂ ਮੰਨਿਆ ਹੀ ਨਹੀਂ ਫਿਰ ਕਾਹਦਾ ਦੁੱਖ ਹੈ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਸਤਿਗੁਰੂ ਜੀ ਦੀ ਕਿਰਪਾ ਹੁੰਦੀ ਏ ਤੇ ਜੀਵ ਚੜ੍ਹਦੀ ਕਲਾ ਨੂੰ ਧਾਰਨ ਕਰਦਾ ਹੈ, ਉਸ ਜਨ ਨੂੰ ਫਿਰ ਕਦੇ ਦੁੱਖ ਨਹੀਂ ਵਿਆਪਦਾ। ਤੇ ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਣਾ ਕਰੀਏ, ਮਹਾਰਾਜ ਉਹ ਜਨ ਕਿਹੋ ਜਿਹਾ ਹੁੰਦਾ ਜਿਸ ਨੂੰ ਸਰੀਰ ਦੇ ਉੱਪਰ ਆਇਆ ਹੋਇਆ ਰੋਗ ਨਹੀਂ ਲੱਗਦਾ, ਸਰੀਰ ਦੇ ਉੱਪਰ ਆਇਆ ਹੋਇਆ ਦੁੱਖ ਵੀ ਦੁੱਖ ਲੱਗਦਾ ਹੀ ਨਹੀਂ, ਉਹ ਜਨ ਹੁੰਦਾ ਕੈਸਾ ਹੈ? ਐਸੀ ਹੀ ਬੇਨਤੀ ਇੱਕ ਸਮੇਂ ਜਗਿਆਸੂ ਜਨ ਨੇ ਸੰਗਤ ਵਿੱਚੋਂ ਉੱਠ ਕਰਕੇ ਭਗਤ ਕਬੀਰ ਸਾਹਿਬ ਜੀ ਨੂੰ ਕੀਤੀ ਹੈ। ਭਗਤ ਕਬੀਰ ਸਾਹਿਬ ਜੀ ਪ੍ਰਵਚਨ ਕਰ ਰਹੇ ਨੇ, ਕਥਾ ਦੁਆਰਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਦਾ ਉਪਦੇਸ਼ ਮੁਖ ਚੋਂ ਫਰਮਾਨ ਕਰਕੇ ਸੰਗਤਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਇੱਕ ਜਗਿਆਸੂ ਉੱਠ ਕੇ ਖੜਾ ਹੋ ਗਿਆ ਤੇ ਖੜਾ ਹੋ ਕਰਕੇ ਹੱਥ ਜੋੜੇ ਨੇ ਤੇ ਬੇਨਤੀ ਕਰਨਾ ਕੀਤੀ, ਹੈ ਮਹਾਰਾਜ ਜੀ, ਭਗਤ ਸਾਹਿਬ ਜੀ ਆਪ ਜੀ ਬਚਨ ਕਰਨਾ ਕਰਦੇ ਹੋ, ਵਾਹਿਗੁਰੂ ਜੀ ਦੇ ਜਨ ਬਣਨਾ ਕਰੋ। ਇਹ ਜਨ ਸ਼ਬਦ ਬਹੁਤ ਵਾਰੀ ਆਇਆ, ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏ, ਨ ਹਰਿ ਸਿਉ ਲੈਨ ਮਿਲਾਏ। ਜਨ ਕੌਣ ਹੁੰਦਾ ਜੀ? ਜਿਹੜਾ ਕੇਵਲ ਤਾਂ ਕੇਵਲ ਇੱਕ ਨਾਮ ਵਿੱਚ ਲੱਗਾ ਹੋਵੇ। ਜਨ ਲਾਗਾ ਹਰ ਏਕੈ ਨਾਏ, ਤੇ ਜਿਹੜਾ ਕੇਵਲ ਤਾਂ ਕੇਵਲ ਇੱਕ ਨਾਮ ਦੇ ਸਿਮਰਨ ਵਿੱਚ ਲੱਗਾ ਹੈ, ਤਾਂ ਕਿ ਆਸ ਨਾ ਬਿਰਥੀ ਜਾਏ। ਉਸ ਦੀ ਕੋਈ ਵੀ ਜਿਹੜੀ ਆਸ ਹੈ ਬਿਰਥੀ ਨਹੀਂ ਜਾਂਦੀ ਹੈ, ਵਿਅਰਥ ਨਹੀਂ ਜਾਂਦੀ ਹੈ। ਸਭੇ ਆਸਾ ਪੂਰੀਆ ਜਾ ਪਾਇਆ ਅਗਮ ਅਪਾਰਾ, ਅਗਮ ਅਪਾਰ ਪਾਰਾਵਾਰ ਤੋਂ ਰਹਿਤ ਪਰਮਾਤਮਾ ਜੀ ਦਾ ਨਾਮ ਜਪਣਾ ਤਿੰਨਾਂ ਨੇ ਪਾਇਆ ਹੈ, ਤੇ ਸਾਰੀਆਂ ਆਸਾਂ ਮੁਰਾਦਾਂ ਸ਼ੁਭ ਭਾਵਨਾਵਾਂ ਤਿੰਨਾਂ ਦੀਆਂ ਪੂਰੀਆਂ ਹੋਈਆਂ ਨੇ। ਹੁਣ ਸਵਾਲ ਕਰ ਦਿੱਤਾ, ਭਗਤ ਸਾਹਿਬ ਜੀ ਜਨ ਕੌਣ ਹੁੰਦਾ ਹੈ?
ਕੈਸੇ ਜਨ ਸਾਨੂੰ ਬਣਨਾ ਚਾਹੀਦਾ ਕਿ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਵੇ। ਤੇ ਭਗਤ ਕਬੀਰ ਸਾਹਿਬ ਜੀ ਨੇ ਫਿਰ ਇੱਕ ਦ੍ਰਿਸ਼ਟਾਂਤ ਦਿੱਤਾ ਹੈ, ਇੱਕ ਉਦਾਹਰਣ ਦਿੱਤੀ ਹੈ। ਕਹਿਣ ਲੱਗੇ ਭਾਈ ਰੋੜੇ ਵਰਗਾ ਜੀਵਨ ਹੋਵੇ, ਰੋੜੇ ਵਰਗਾ। ਰੋੜੇ ਨੂੰ ਕੋਈ ਠੁੱਡ ਮਾਰ ਦੇਵੇ, ਕੋਈ ਠੋਕਰ ਮਾਰ ਦੇਵੇ, ਕੋਈ ਚੁੱਕ ਕੇ ਪਰਾਂ ਸੁੱਟ ਦੇਵੇ, ਰੋੜਾ ਕਿਸੇ ਦਾ ਵਿਰੋਧ ਨਹੀਂ ਕਰਦਾ, ਕਿਸੇ ਦੇ ਨਾਲ ਉੱਠ ਕੇ ਲੜਦਾ ਥੋੜਾ। ਕਦੇ ਵੇਖਿਆ ਸੜਕ ਦਾ ਪੱਥਰ ਉੱਠ ਕੇ ਕਿਸੇ ਦੇ ਗਲ ਪੈ ਗਿਆ ਹੋਵੇ, ਮੈਨੂੰ ਠੁੱਡ ਕਿਉਂ ਮਾਰੀ ਹੈ? ਰੋੜੇ ਵਰਗਾ ਜੀਵਨ ਹੋਵੇ, ਕੋਈ ਤਰਕਾਂ ਰੂਪੀ ਠੁੱਡੇ ਮਾਰਦਾ ਰਵੇ, ਕੋਈ ਤਾਨਿਆਂ ਰੂਪੀ ਠੁੱਡੇ ਮਾਰਦਾ ਰਵੇ, ਕੋਈ ਭਲਾ ਬੁਰਾ ਕਹਿਣ ਰੂਪੀ ਚੁੱਕ ਕੇ ਪਰਾਂ ਹੀ ਸੁੱਟ ਦੇਵੇ, ਤੈਨੂੰ ਮਿਲਣਾ ਹੀ ਨਹੀਂ, ਤੂੰ ਕੰਗਾਲ ਹੈ, ਤੂੰ ਨਾਮ ਜਪਦਾ ਰਹਿੰਦਾ। ਆਮ ਘਰਾਂ 'ਚ ਕਈ ਵਾਰ ਐਸਾ ਵੀ ਹੁੰਦਾ ਜਦੋਂ ਘਰ ਦੇ ਵਿੱਚੋਂ ਕੋਈ ਜੀਵ ਨਾਮ ਜਪਣ ਲੱਗਦਾ ਤੇ ਘਰ ਦੇ ਜੀਆਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਐਸੇ ਗੁਰਮੁਖ ਮੋਗੇ ਦੇ ਕੋਲ ਰਹਿਣ ਵਾਲੇ ਦੱਸਿਆ ਜੀ, ਜਦੋਂ ਪਹਿਲਾਂ ਅੰਮ੍ਰਿਤ ਛਕਿਆ ਨਾ, ਬਚਪਨ ਦੀ ਅਵਸਥਾ ਸੀ ਅਜੇ, ਤੇ ਅੰਮ੍ਰਿਤ ਵੇਲੇ ਉੱਠ ਕਰਕੇ ਗੁਟਕਾ ਸਾਹਿਬ ਫੜ ਕੇ ਬੈਠ ਜਾਣਾ, ਜੀ ਮੈਂ ਨਿਤਨੇਮ ਕਰਨਾ ਹੈ। ਤੇ ਭਰਾਵਾਂ ਨੇ ਕਹਿਣਾ ਕਣਕਾਂ ਪੱਕੀਆਂ ਨੇ, ਚੱਲ ਜਾ ਕਰਕੇ ਫਸਲ ਸਾਂਭੀਏ। ਉਹਨੇ ਕਹਿਣਾ ਭਰਾਵਾ ਮੈਨੂੰ ਨਿਤਨੇਮ ਕਰ ਲੈਣ ਦੇ। ਤੇ ਇੱਕ ਦਿਨ ਵੱਡਾ ਭਰਾ ਤੂੜੀ ਇਕੱਠੀ ਕਰਨ ਵਾਲੀ ਤੰਗਲੀ ਹੁੰਦੀ ਨਾ, ਤੰਗਲੀ ਲੈ ਕੇ ਮਾਰਨ ਪੈ ਗਿਆ। ਠਹਿਰ, ਤੈਨੂੰ ਮੈਂ ਪਾਠ ਕਰਾਉਣਾ ਹੈ, ਸਾਡਾ ਕੰਮ ਰੁਕਿਆ, ਤੈਨੂੰ ਪਾਠ ਦੀ ਪਈ ਹੈ। ਇਸ ਪ੍ਰਕਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਤੇ ਭਗਤ ਜੀ ਫਰਮਾਉਂਦੇ ਨੇ ਕੋਈ ਵਿਰੋਧ ਕਰੇ, ਕੋਈ ਨਿੰਦਿਆ ਕਰੇ, ਕੋਈ ਚੁਗਲੀ ਕਰੇ, ਕਿਸੇ ਦੀਆਂ ਤਰਕਾਂ ਦਾ ਜਵਾਬ ਨਾ ਦੇਣਾ, ਰੋੜੇ ਵਾਂਗੂ ਸਭਨਾਂ ਦੇ ਠੁੱਡੇ ਸਹਾਰ ਲੈਣੇ, ਸਭਨਾਂ ਦੀਆਂ ਠੋਕਰਾਂ ਸਹਾਰ ਲੈਣੀਆਂ, ਐਸਾ ਜੀਵਨ ਬਣਾਵੇ ਤੇ ਤਾਂ ਜਨ ਬਣਦਾ ਹੈ। ਤੇ ਆਪਣੀ ਬਾਣੀ ਦੇ ਅੰਦਰ ਇਸ ਦ੍ਰਿਸ਼ਟਾਂਤ ਨੂੰ ਆਪ ਜੀ ਨੇ ਦਰਜ ਕਰਨਾ ਕੀਤਾ ਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪਾਵਨ ਉਪਦੇਸ਼ਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਇਮਾਨ ਕਰ ਦਿੱਤਾ ਹੈ। ਆਪ ਜੀ ਬਚਨ ਕਰਨਾ ਕਰਦੇ ਨੇ, ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ। ਮਨ ਦੇ ਅੰਦਰ ਹੰਕਾਰ ਨਹੀਂ ਕਰਨਾ, ਸਾਰੇ ਹੰਕਾਰ ਨੂੰ ਛੱਡ ਕੇ, ਰਾਗ ਦਵੈਸ਼ ਨੂੰ ਛੱਡ ਕਰਕੇ, ਰਸਤੇ ਦਾ ਰੋੜਾ ਹੋ ਕਰਕੇ ਰੋੜੇ ਵਾਂਗੂ ਆਪਣਾ ਜੀਵਨ ਬਣਾ ਲੈਣਾ ਕਰ। ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਐਸਾ ਦਾਸ ਹੋਵੇ ਤਰਕਾਂ ਝੱਲ ਲਵੇ, ਬੋਲੀਆਂ ਝੱਲ ਲਵੇ, ਕਬੋਲ ਸਹਾਰ ਲਵੇ, ਮਿਹਣੇ ਤਾਣੇ ਸਹਾਰ ਲਵੇ, ਸਭਨਾਂ ਦੀਆਂ ਖੋਟੀਆਂ ਗੱਲਾਂ ਵੀ ਸਹਾਰ ਲਵੇ, ਤੇ ਤਾਂ ਵੀ ਮਨ ਦੇ ਵਿੱਚ ਮਾਣ ਨਾ ਕਰੇ, ਮਨ ਦੇ ਮਾਣ ਦਾ ਹੰਕਾਰ ਦਾ ਵੀ ਤਿਆਗ ਕੀਤਾ ਹੋਵੇ। ਇਵੇਂ ਸਿਮਰਨ ਕਰਦਾ ਰਹੇ ਤਾਂ ਰੱਬ ਮਿਲੇਗਾ, ਤਾਂ ਜਨ ਬਣਦਾ। ਤੇ ਜਗਿਆਸੂ ਨੇ ਫਿਰ ਸਵਾਲ ਕਰ ਦਿੱਤਾ, ਮਹਾਰਾਜ ਜੀ ਜੇ ਰੋੜੇ ਵਰਗਾ ਜੀਵਨ ਬਣਾ ਲਈਏ ਫਿਰ ਭਗਵਾਨ ਜੀ ਮਿਲ ਜਾਣਗੇ, ਫਿਰ ਪਰਮਾਤਮਾ ਜੀ ਨਾਲ ਸਾਡਾ ਮਿਲਾਪ ਹੋ ਜਾਵੇਗਾ? ਤੇ ਭਗਤ ਸਾਹਿਬ ਜੀ ਵਿਚਾਰ ਕਰਕੇ ਕਹਿਣ ਲੱਗੇ, ਨਹੀਂ ਭਾਈ, ਰੋੜੇ ਤੋਂ ਵੀ ਸ੍ਰੇਸ਼ਟ ਬਣਾਉਣਾ ਪਏਗਾ। ਰੋੜੇ 'ਚ ਵੀ ਇੱਕ ਔਗਣ ਹੈ। ਮਹਾਰਾਜ ਰੋੜੇ ਵਿੱਚ ਕਿਹੜਾ ਔਗਣ ਹੈ? ਤੇ ਕਿਹੜਾ ਕੀਤਾ, ਰੋੜੇ ਦੇ ਅੰਦਰ, ਪੱਥਰ ਦੇ ਅੰਦਰ ਕਠੋਰਤਾ ਹੈ, ਸਖਤਪਨ ਹੈ। ਜੇ ਕਿਸੇ ਦਾ ਪੈਰ ਵੱਜ ਜਾਵੇ ਲਹੂ ਲੁਹਾਨ ਕਰ ਦਿੰਦਾ ਹੈ, ਪੈਰ ਪਾੜ ਦਿੰਦਾ ਹੈ। ਤੇ ਜਿਵੇਂ ਰੋੜਾ ਦੂਸਰਿਆਂ ਨੂੰ ਠੋਕਰਾਂ ਲੈ ਕਰਕੇ ਪੈਰ ਪਾੜਦਾ, ਦੁੱਖ ਦਿੰਦਾ ਨਾ, ਪਰਮਾਤਮਾ ਜੀ ਦੇ ਪਿਆਰੇ ਦੇ ਜੀਵਨ ਵਿੱਚ ਰੋੜੇ ਵਾਂਗੂ ਕਠੋਰਤਾ ਨਹੀਂ ਹੋਣੀ ਚਾਹੀਦੀ। ਰੋੜੇ ਵਾਂਗੂ ਠੋਕਰਾਂ ਤੇ ਝੱਲ ਲਵੇ ਪਰ ਰੋੜੇ ਵਰਗੀ ਕਠੋਰਤਾ ਨਾ ਹੋਵੇ। ਫਿਰ ਕੈਸਾ ਹੋਵੇ ਜੀ? ਬਚਨ ਕਰਨਾ ਕੀਤਾ, ਧੂੜ ਵਰਗਾ ਹੋ ਜਾਵੇ, ਮਿੱਟੀ ਵਰਗਾ ਹੋ ਜਾਵੇ। ਮਿੱਟੀ ਨੂੰ ਕੋਈ ਪੈਰਾਂ ਹੇਠਾਂ ਲਤਾੜ ਕੇ ਲੰਘ ਜਾਵੇ ਤੇ ਕਿਸੇ ਦਾ ਪੈਰ ਥੋੜਾ ਭੰਨਦੀ ਏ, ਜਿਹੜੀ ਹੈ ਹੀ ਮਿੱਟੀ ਏ, ਹੈ ਹੀ ਰੇਤਾ ਏ, ਹੈ ਹੀ ਧੂੜ ਆ, ਕੀ ਕਿਸੇ ਦਾ ਪੈਰ ਭੰਨੇਗੀ? ਤੇ ਇਸੇ ਪ੍ਰਕਾਰ ਜਿਵੇਂ ਧੂੜ ਪੈਰਾਂ ਦੇ ਨਾਲ ਲੱਗ ਜਾਂਦੀ ਏ, ਤਲੀਆਂ ਦੇ ਨਾਲ ਲੱਗ ਜਾਂਦੀ ਏ, ਇਵੇਂ ਸਤ ਸੰਗਤ ਦੇ ਚਰਨਾਂ ਦੀ ਧੂੜ ਹੋ ਕਰਕੇ ਰਹਿਣਾ ਕਰੇ ਤੇ ਕਦੇ ਮਾਣ ਨਾ ਕਰੇ, ਕਠੋਰ ਪੁਣ ਨੂੰ ਤਿਆਗ ਦੇਣਾ ਕਰੇ। ਤੇ ਧੂੜ ਦਾ ਇੱਕ ਗੁਣ ਇਹ ਹੁੰਦਾ ਕਿ ਪੈਰਾਂ ਹੇਠਾਂ ਰਹਿੰਦੀ ਏ। ਪੈਰਾਂ ਹੇਠਾਂ ਰਹਿਣ ਤੋਂ ਭਾਵ ਸਦਾ ਨਿਮਰਤਾ ਧਾਰਨ ਕਰਕੇ ਰੱਖੇ। ਤੇ ਬਚਨ ਕਰਨਾ ਕੀਤਾ, ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕਉ ਦੁਖ ਦੇ। ਇਹ ਤੇ ਰਾਹਗੀਰਾਂ ਨੂੰ, ਮੁਸਾਫਰਾਂ ਨੂੰ ਦੁੱਖ ਦਿੰਦਾ, ਪੈਰ ਪਾੜ ਦਿੰਦਾ, ਲਹੂ ਲੁਹਾਨ ਕਰ ਦਿੰਦਾ। ਐਸਾ ਤੇਰਾ ਦਾਸ ਹੈ ਜੋ ਧਰਨੀ ਮਹਿ ਖੇਹ। ਵਾਹਿਗੁਰੂ ਜੀ, ਆਪ ਜੀ ਦਾ ਦਾਸ, ਤੇਰਾ ਦਾਸ ਤੇ ਐਸਾ ਹੋਣਾ ਚਾਹੀਦਾ ਜਿਵੇਂ ਧਰਤੀ ਤੇ ਖੇਹ ਹੈ, ਐਸੀ ਨਿਮਰਤਾ ਧਾਰਨ ਕਰੇ। ਤੇ ਜਗਿਆਸੂ ਨੇ ਫਿਰ ਸਵਾਲ ਕਰ ਦਿੱਤਾ, ਜੀ ਜੇ ਖੇਹ ਵਰਗਾ, ਮਿੱਟੀ ਵਰਗਾ, ਧੂੜ ਵਰਗਾ ਜੀਵਨ ਨਿਮਰਤਾ ਵਾਲਾ ਧਾਰਨ ਕਰ ਲਈਏ ਫਿਰ ਤਾਂ ਪ੍ਰਮਾਤਮਾ ਜੀ ਮਿਲ ਜਾਣਗੇ ਨਾ ਜੀ, ਫਿਰ ਤਾਂ ਕਿਰਪਾ ਹੋ ਜਾਏਗੀ। ਤੇ ਭਗਤ ਜੀ ਨੇ ਕਹਿਣਾ ਕੀਤਾ, ਜੀਵਨ ਧੂੜ ਦੇ ਵਿੱਚੋਂ ਨਿਰਮਾਣਤਾ ਦਾ ਤੱਤ ਲੈਣਾ, ਨਿਮਰਤਾ ਵਾਲਾ, ਨਿਰਮਾਣਤਾ ਵਾਲਾ ਤੇ ਹੋਵੇ, ਪਰ ਧੂੜ ਦੇ ਵਿੱਚ ਵੀ ਇੱਕ ਔਗਣ ਹੈ, ਉਸ ਔਗਣ ਨੂੰ ਧਾਰਨ ਨਹੀਂ ਕਰਨਾ। ਮਹਾਰਾਜ ਹੁਣ ਧੂੜ ਵਿੱਚ ਕਿਹੜਾ ਔਗਣ ਹੈ ਉਹ ਵੀ ਦੱਸ ਦਿਓ। ਤੇ ਬਚਨ ਕਰਨਾ ਕੀਤਾ, ਕਬੀਰ ਖੇਹ ਹੋਈ ਤੋ ਕਿਆ ਭਇਆ, ਜੋ ਉੱਡ ਲਾਗੈ ਅੰਗ।
ਜਿਹੜੀ ਖੇ ਹੈ ਉੱਡ ਕਰਕੇ ਅੰਗਾਂ ਨੂੰ ਲੱਗਦੀ ਏ, ਹੱਥਾਂ ਤੇ ਪੈ ਜਾਂਦੀ ਏ, ਚਿਹਰੇ ਤੇ ਪੈ ਜਾਂਦੀ ਏ, ਦਾੜੇ ਤੇ ਪੈ ਜਾਂਦੀ ਏ, ਮੁਖ ਤੇ ਪੈ ਜਾਂਦੀ ਏ, ਸਰੀਰਾਂ ਤੇ ਪੈ ਜਾਂਦੀ ਏ, ਬਸਤਰਾਂ ਤੇ ਪੈ ਜਾਂਦੀ ਏ, ਤੇ ਜਿੱਥੇ ਪੈਂਦੀ ਏ ਉੱਥੇ ਹੀ ਲੱਗ ਜਾਂਦੀ ਏ। ਤੇ ਜਿਹੜਾ ਪ੍ਰਮਾਤਮਾ ਜੀ ਦਾ ਜਾਨਾ ਪਿਆਰਾ, ਐਸਾ ਜੀਵਨ ਨਹੀਂ ਹੋਣਾ ਚਾਹੀਦਾ ਕਿ ਘਰ-ਬਾਰ ਤੇ ਛੱਡ ਦਿੱਤਾ ਹੈ, ਚੇਲੇ ਚੇਲੀਆਂ ਬਣਾ ਲਏ, ਇਤਿਆਦਿਕ ਮਾਇਆ ਦੇ ਜੰਜਾਲ ਵਿੱਚ ਫਸ ਗਿਆ। ਜਿਵੇਂ ਧੂੜ ਕਿਸੇ ਦੇ ਅੰਗਾਂ ਦੇ ਨਾਲ ਲੱਗ ਜਾਂਦੀ ਏ, ਐਵੇਂ ਪ੍ਰਮਾਤਮਾ ਜੀ ਦਾ ਪਿਆਰਾ ਹੋ ਕਰਕੇ ਕਿਸੇ ਦੇ ਅੰਗਾਂ ਨਾਲ ਲੱਗਣਾ ਕੀ ਹੈ? ਮੋਹ ਕਰਨਾ। ਸਰੀਰਾਂ ਦਾ ਤੇ ਪਦਾਰਥਾਂ ਦਾ ਮੋਹ ਨਾ ਕਰੇ, ਮੋਹ ਕਰਨ ਰੂਪੀ ਕਿਸੇ ਦੇ ਅੰਗਾਂ ਦੇ ਨਾਲ ਹੀ ਨਾ ਜੁੜ ਜਾਵੇ। ਐਸਾ ਪ੍ਰਮਾਤਮਾ ਜੀ ਦਾ ਪਿਆਰਾ ਚਾਹੀਦਾ ਹੈ। ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ, ਪਾਣੀ ਵਰਗਾ ਜੀਵਨ ਹੋਵੇ। ਪਾਣੀ ਸਭਨਾਂ ਦੀ ਪਿਆਸ ਨੂੰ ਦੂਰ ਕਰਦਾ ਹੈ। ਅਮੀਰ ਨਹੀਂ ਦੇਖਦਾ, ਗਰੀਬ ਨਹੀਂ ਦੇਖਦਾ, ਕਿਸੇ ਦੀ ਜਾਤ ਨਹੀਂ ਪਰਖਦਾ, ਕਿਸੇ ਦਾ ਸਰੀਰ ਨਹੀਂ ਪਰਖਦਾ। ਹੁਣ ਪਾਣੀ ਦੀ ਨਦੀ ਹੈ, ਪੰਛੀ ਆਏ ਜਲ ਪੀ ਗਏ, ਜਾਨਵਰ ਆਏ ਪਾਣੀ ਪੀ ਗਏ, ਮਨੁੱਖ ਆ ਗਏ ਪਾਣੀ ਪੀ ਗਏ। ਕਿਸੇ ਨੇ ਨਹਾ ਵੀ ਲਿਆ, ਕਿਸੇ ਨੇ ਕੱਪੜੇ ਵੀ ਧੋ ਲਏ, ਕੱਪੜਿਆਂ ਦੀ ਮੈਲ ਕੱਢ ਲਈ, ਸਰੀਰ ਦੀ ਤਪਸ਼ ਨਿਵਾਰ ਲਈ, ਪਿਆਸਾ ਨਿਵਰਤ ਕਰ ਲਈ। ਪਾਣੀ ਕਿਸੇ ਦਾ ਵਿਰੋਧ ਨਹੀਂ ਕਰਦਾ, ਸਭਨਾਂ ਦੀਆਂ ਲੋੜਾਂ ਪੂਰੀਆਂ ਕਰੀ ਜਾਂਦਾ ਹੈ। ਪਿਆਸਾ ਮਿਟਾ ਕੇ, ਬਸਤਰ ਧੋ ਕੇ, ਸਰੀਰ ਨੂੰ ਠੰਡਕ ਦੇ ਕਰਕੇ। ਤੇ ਪਾਣੀ ਦੇ ਅੰਦਰ ਨਿਰਮਾਣਤਾ ਬੜੀ ਹੈ। ਧਰਤੀ ਪੈਰਾਂ ਹੇਠ ਹੈ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਧਰਤੀ ਤੇ ਪਹਿਲਾਂ ਹੀ ਪੈਰਾਂ ਥੱਲੇ ਹੈ, ਜਿਹੜੀ ਪੈਰਾਂ ਥੱਲੇ ਧਰਤੀ ਹੈ ਉਹਦੇ ਵੀ ਥੱਲੇ ਜਾ ਕਰਕੇ ਵਾਸਾ ਕਰਦਾ। ਇਤਨੀ ਨਿਮਰਤਾ ਵਾਲਾ ਹੈ। ਫਿਰ ਜਿਹੜਾ ਪਾਣੀ ਹੈ ਨਿਰਮਲ ਹੈ, ਸੀਤਲ ਹੈ, ਸ਼ੁੱਧ ਹੈ, ਸਭਨਾਂ ਦੀ ਮੈਲ ਧੋਂਦਾ ਹੈ। ਏਦਾਂ ਧੂੜ ਤੋਂ ਵੀ ਥੱਲੇ, ਮਿੱਟੀ ਤੋਂ ਵੀ ਥੱਲੇ, ਧਰਤੀ ਤੋਂ ਵੀ ਥੱਲੇ ਰਹਿਣ ਵਾਲੇ ਪਾਣੀ ਵਾਂਗੂ ਨਿਮਰਤਾ ਧਾਰਨ ਕਰੇ, ਸਭਨਾਂ ਨੂੰ ਸੁਖ ਦੇਵੇ। ਆਇਆ ਤਾਕਾ ਸਫਲ ਹੈ ਜੋ ਪਰ ਉਪਕਾਰੀ ਹੋਏ, ਦੁੱਖ ਸਹਿ ਸਿਰ ਆਪਣੇ ਸੁਖਦਾਈ ਸਭ ਕੋਏ। ਆਪਣੇ ਸਿਰ ਤੇ ਦੁੱਖ ਝੱਲ ਕੇ ਵੀ ਦੂਜਿਆਂ ਨੂੰ ਸੁਖ ਦੇਵੇ। ਐਵੇਂ ਨਿਮਰਤਾ ਭਰਪੂਰ ਪਰ ਉਪਕਾਰ ਵਾਲਾ ਪਾਣੀ ਵਰਗਾ ਜੀਵਨ ਹੋਵੇ ਤਾਂ ਪ੍ਰਮਾਤਮਾ ਜੀ ਦੀਆਂ ਖੁਸ਼ੀਆਂ ਮਿਲਦੀਆਂ ਨੇ। ਤੇ ਜਗਿਆਸੂ ਨੇ ਫਿਰ ਅਗਲਾ ਸਵਾਲ ਕਰ ਦਿੱਤਾ, ਮਹਾਰਾਜ ਜੀ ਜੇ ਪਾਣੀ ਵਰਗਾ ਜੀਵਨ ਹੋ ਜਾਵੇ ਫਿਰ ਤਾਂ ਪ੍ਰਮਾਤਮਾ ਜੀ ਦੀ ਪ੍ਰਾਪਤੀ ਹੋ ਜਾਏਗੀ ਨਾ, ਫਿਰ ਤਾਂ ਰੱਬ ਨੂੰ ਮਿਲ ਪਾਵਾਂਗੇ। ਤੇ ਭਗਤ ਸਾਹਿਬ ਜੀ ਕਹਿਣ ਲੱਗੇ, ਪਿਆਰਿਓ ਪਾਣੀ ਦੇ ਵਿੱਚੋਂ ਸੀਤਲਤਾ ਲੈਣੀ ਏ, ਨਿਮਰਤਾ ਲੈਣੀ ਏ, ਨਿਰਮਾਣਤਾ ਲੈਣੀ ਏ, ਠੰਡਕ ਦਾ ਗੁਣ ਲੈਣਾ ਹੈ, ਪਰ ਪਾਣੀ ਦੇ ਵਿੱਚੋਂ ਵੀ ਔਗਣ ਧਾਰਨ ਨਹੀਂ ਕਰ ਲੈਣਾ। ਮਹਾਰਾਜ ਪਾਣੀ ਵਿੱਚ ਵੀ ਔਗਣ ਹੈ? ਜੀ ਹਾਂ, ਪਾਣੀ 'ਚ ਔਗਣ ਹੈ। ਕਿਹੜਾ ਔਗਣ ਹੈ ਜੀ? ਤੇ ਆਪ ਜੀ ਫਰਮਾਨ ਕਰਦੇ ਨੇ, ਜਦੋਂ ਗਰਮੀਆਂ ਹੁੰਦੀਆਂ ਤੇ ਟੋਭਿਆਂ ਦਾ ਪਾਣੀ, ਛਪੜੀਆਂ ਦਾ ਪਾਣੀ, ਭਾਂਡੇ ਵਿੱਚ ਰੱਖਿਆ ਥੋੜਾ ਪਾਣੀ ਤਪ ਜਾਂਦਾ ਹੈ। ਤੇ ਜਦੋਂ ਸਿਆਲ ਹੁੰਦਾ ਹੈ, ਘਰਾਂ ਵਿੱਚ, ਬਰਤਨਾਂ ਵਿੱਚ, ਬਾਲਟੀਆਂ, ਗਲਾਸਾਂ ਦੇ ਵਿੱਚ, ਜੱਗ ਦੇ ਵਿੱਚ, ਘੜੇ ਵਿੱਚ, ਜਿੱਥੇ ਵੀ ਪਾਣੀ ਰੱਖਿਆ ਬੜਾ ਠਰਦਾ ਹੈ। ਇੰਨਾ ਠਰਦਾ ਕਿ ਸਰੀਰ ਨੂੰ ਸੁੰਨ ਕਰ ਦਿੰਦਾ ਹੈ। ਪਾਣੀ ਦਾ ਔਗਣ ਇਹ ਹੈ, ਉਹ ਠਰ ਜਾਂਦਾ ਤੇ ਤਪ ਜਾਂਦਾ ਹੈ। ਇਸ ਕਰਕੇ ਕਬੀਰ ਪਾਣੀ ਹੁਆ ਤੋ ਕਿਆ ਭਇਆ ਸੀਰਾ ਤਾਤਾ ਹੋਏ, ਇਹ ਤੇ ਠੰਡਾ ਤੱਤਾ ਹੁੰਦਾ ਹੈ। ਤੇ ਰੱਬ ਦੇ ਪਿਆਰੇ ਦਾ ਜੀਵਨ ਐਸਾ ਨਹੀਂ ਚਾਹੀਦਾ। ਕੋਈ ਸੇਵਾ ਕਰਨ ਵਾਲੇ ਆ ਗਏ, ਭਾਵਨਾ ਵਾਲੇ ਆ ਗਏ, ਸਤੋ ਗੁਣੀ ਆ ਗਏ ਤੇ ਬੜਾ ਪਿਆਰ ਕਰੇ। ਤੇ ਜੇ ਇਸੇ ਪ੍ਰਕਾਰ ਵਿਸ਼ਈਆਂ ਦੀ ਸੰਗਤ ਹੋ ਗਈ ਤੇ ਫਿਰ ਵਿਸ਼ਈ ਹੋ ਗਿਆ। ਮਾਇਆ ਧਾਰੀਆਂ ਦੀ ਸੰਗਤ ਕਰਕੇ ਮਾਇਆ ਧਾਰੀ ਹੋ ਗਿਆ, ਤੇ ਸਤਿਪੁਰਖਾਂ ਦੀ ਸੰਗਤ ਕਰਕੇ ਵਾਹਿਗੁਰੂ ਵਾਹਿਗੁਰੂ ਬੋਲਣ ਲੱਗ ਗਿਆ। ਐਵੇਂ ਨਹੀਂ, ਮਨ ਦੀ ਅਵਸਥਾ ਸਦਾ ਇੱਕੋ ਜਿਹੀ ਹੋਵੇ, ਨਾ ਤਪੇ ਤੇ ਨਾ ਠਰੇ, ਨਾ ਸੁਣ ਕਰੇ ਨਾ ਸਾੜੇ ਕਿਸੇ ਨੂੰ। ਸਾੜਨ ਤੋਂ ਭਾਵ ਹੈ ਸਰਾਪ ਦੇਣੇ। ਵਰਾਂ ਸਰਾਪਾਂ ਦੇ ਵਿੱਚ ਪੈ ਕਰਕੇ ਉਲਝ ਨਾ ਜਾਵੇ। ਇਹ ਪਾਣੀ ਵਾਂਗੂ ਤਪਣਾ ਤੇ ਸੀਤਲ ਹੋਣਾ ਹੈ, ਠੰਡੇ ਹੋਣਾ ਹੈ, ਠਰ ਜਾਣਾ ਹੈ। ਮਹਾਰਾਜ ਜੀ ਫਿਰ ਪਾਣੀ ਦਾ ਇਹ ਐਬ ਵੀ ਧਾਰਨ ਨਹੀਂ ਕਰਨਾ ਤੇ ਪ੍ਰਮਾਤਮਾ ਦਾ ਪਿਆਰਾ ਕੈਸਾ ਹੋਵੇ। ਤੇ ਆਪ ਜੀ ਫਰਮਾਵਣਾ ਕਰਦੇ ਨੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਦਾ ਜਨ ਇਹੋ ਜਿਹਾ ਚਾਹੀਦਾ ਜਿਹੋ ਜਿਹਾ ਹਰੀ ਆਪ ਹੈ। ਹਰ ਜਨ ਇੱਕ ਸਮਾਨ। ਪਰਮਾਤਮਾ ਦੇ ਅੰਦਰ ਤੇ ਪਰਮਾਤਮਾ ਜੀ ਦੇ ਪਿਆਰਿਆਂ ਦੇ ਅੰਦਰ ਕੋਈ ਫਰਕ ਨਹੀਂ, ਕੋਈ ਵਿਥ ਨਹੀਂ, ਕੋਈ ਭੇਦ ਨਹੀਂ, ਕੋਈ ਦਵੈਤ ਨਹੀਂ, ਕੋਈ ਫਾਸਲਾ ਨਹੀਂ ਹੋਇਆ ਕਰਦਾ। ਇੱਕ ਹੀ ਸਰੂਪ ਹੋ ਜਾਣਾ ਚਾਹੀਦਾ ਹੈ। ਐਸਾ ਪਰਮਾਤਮਾ ਦਾ ਦਾਸ। ਮਹਾਰਾਜ ਜੀ ਪਰਮਾਤਮਾ ਜੀ ਤੇ ਬੜੇ ਬੇਅੰਤ ਨੇ, ਤੇ ਬੇਅੰਤਤਾਈ ਸਾਡੀ ਸਮਝ ਵਿੱਚ ਨਹੀਂ ਆਉਂਦੀ। ਕੁਛ ਗੁਣ ਪ੍ਰਗਟ ਕਰਕੇ ਦੱਸੋ। ਤੇ ਬਚਨ ਕਰਨਾ ਕਰਦੇ ਨੇ, ਵਾਹਿਗੁਰੂ ਜੀ ਇੱਕ ਓੰਕਾਰ ਨੇ, ਦੁੰਦਵਾਦ ਤੋਂ ਰਹਿਤ ਨੇ। ਤੇ ਜਿਹੜਾ ਜਨਦਾ ਹਿਰਦਾ ਉਹ ਦੁੰਦਵਾਦ ਤੋਂ ਰਹਿਤ ਹੋਣਾ ਚਾਹੀਦਾ ਹੈ। ਇੱਕ ਪ੍ਰਮਾਤਮਾ ਜੀ ਦੇ ਅੰਦਰ ਜੁੜਿਆ ਹੋਵੇ, ਨਾਨਾ ਪ੍ਰਕਾਰ ਦੀ ਉਪਾਸਨਾ ਪਿੱਛੇ ਨਾ ਭੱਜੇ। ਵਾਹਿਗੁਰੂ ਜੀ ਨਿਰਭਉ ਨੇ, ਨਿਰਵੈਰ ਨੇ, ਸਤ ਸਰੂਪ ਨੇ। ਤੇ ਵਾਹਿਗੁਰੂ ਦਾ ਜਨ ਵੀ ਸਤਵਾਦੀ ਹੋਵੇ, ਨਿਰਭਉ ਹੋਵੇ। ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਡਰ ਕਿਸੇ ਨੂੰ ਦੇਣਾ ਨਹੀਂ, ਨਾ ਈਨ ਕਿਸੇ ਦੀ ਮੰਨਣੀ ਹੈ। ਨਾ ਕਿਸੇ ਨੂੰ ਡਰਾਵੇ, ਨਾ ਕਿਸੇ ਤੋਂ ਡਰੇ। ਇਸੇ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਜੀ ਦੇ ਬਚਨ ਨੇ ਕਿ ਜਿਹੜਾ ਜੀਵ ਹੈ ਵੈਰ ਤੋਂ ਵੀ ਰਹਿਤ ਹੋਵੇ। ਵੈਰ ਵੀ ਨਾ ਕਰੇ, ਡਰ ਵੀ ਨਾ ਰੱਖੇ, ਲੋਭ ਵੀ ਨਾ ਕਰੇ,
ਸਵਤਵਾਦੀ ਹੋਵੇ, ਪਰਮਾਤਮਾ ਜੀ ਸਭਨਾਂ ਦਾ ਭਲਾ ਕਰਦੇ ਨੇ ਤੇ ਵਾਹਿਗੁਰੂ ਜੀ ਦਾ ਪਿਆਰਾ ਸਭਨਾਂ ਦਾ ਭਲਾ ਕਰਨ ਵਾਲਾ ਹੀ ਹੋਵੇ। ਕਠੋਰਤਾਈ ਨੂੰ ਤਿਆਗ ਦੇਵੇ, ਮੋਹ ਨੂੰ ਤਿਆਗ ਦੇਵੇ, ਤਪਣਾ ਤੇ ਸੀਤਲ ਹੋਣਾ। ਸੀਤਲ ਤੋਂ ਭਾਵ ਹੈ ਇੱਥੇ ਸੁੰਨ ਕਰਨਾ ਦੂਸਰਿਆਂ ਨੂੰ। ਇਸ ਪ੍ਰਕਾਰ ਠਰ ਜਾਣਾ ਤੇ ਤਪ ਜਾਣਾ, ਔਗਣਾ ਵਿਕਾਰਾਂ ਨੂੰ ਛੱਡ ਕਰਕੇ ਵਾਹਿਗੁਰੂ ਜੀ ਵਰਗਾ ਨਿਰਭਉ, ਨਿਰਵੈਰ, ਸਤਵਾਦੀ, ਪਰਉਪਕਾਰੀ ਹੋ ਜਾਵੇ ਤਾਂ ਵਾਹਿਗੁਰੂ ਜੀ ਦਾ ਜਨ ਸੋਭਦਾ ਹੈ। ਐਸਾ ਹੈ ਵਾਹਿਗੁਰੂ ਜੀ ਦਾ ਪਿਆਰਾ। ਤੇ ਜਿਹੜੇ ਐਸੇ ਹੋ ਜਾਂਦੇ ਨੇ, ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ, ਉਹ ਵਾਹਿਗੁਰੂ ਜੀ ਦਾ ਸਰੂਪ ਹੋ ਜਾਂਦੇ, ਕੋਈ ਦੂਜਾ ਭੇਦ ਨਹੀਂ। ਹਜ਼ੂਰ ਫਰਮਾਵਣਾ ਕਰਦੇ ਨੇ, ਐਸਾ ਪ੍ਰਮਾਤਮਾ ਜੀ ਦਾ ਦਾਸ ਬਣਨਾ ਕਰੇ। ਇਸੇ ਹੀ ਪ੍ਰਕਾਰ ਸੋ ਜਨ ਦੁਖ ਨਾ ਵਿਆਪੀਐ, ਜਿਹੜਾ ਐਸਾ ਵਾਹਿਗੁਰੂ ਜੀ ਦਾ ਜਨ ਬਣ ਜਾਂਦਾ ਹੈ, ਨਿਰਭਉ ਹੋ ਜਾਂਦਾ ਹੈ, ਨਿਰਵੈਰ ਹੋ ਜਾਂਦਾ ਹੈ, ਰਾਗ ਦਵੈਸ਼ ਨੂੰ ਛੱਡ ਦਿੰਦਾ ਹੈ। ਇਹ ਸਾਰੀਆਂ ਦਾਤਾਂ ਉਦੋਂ ਮਿਲਦੀਆਂ ਜਦੋਂ ਸਤ ਸੰਗਤ ਦੁਆਰਾ ਹਿਰਦੇ ਅੰਦਰ ਨਾਮ ਵਸ ਜਾਂਦਾ ਹੈ। ਤੇ ਜਦੋਂ ਨਾਮ ਵਸ ਗਿਆ ਫਿਰ ਮਹਾਤਮ ਇਹ ਮਿਲਦਾ ਹੈ, ਤਿਸ ਜਨ ਦੁਖ ਨਾ ਵਿਆਪੀ ਹੈ, ਉਸ ਜਨ ਨੂੰ ਜੰਮਣ ਮਰਨ ਰੂਪੀ ਦੁੱਖ ਨਹੀਂ ਪਾਉਂਦਾ ਹੈ। ਸਰੀਰ ਦੇ ਉੱਪਰ ਰੋਗ ਆ ਵੀ ਜਾਵੇ ਤੇ ਮਨ ਐਸੀ ਚੜ੍ਹਦੀ ਕਲਾ ਦੀ ਅਵਸਥਾ ਦੇ ਅੰਦਰ ਹੁੰਦਾ ਹੈ ਕਿ ਸਰੀਰ ਦਾ ਰੋਗ ਉਸ ਨੂੰ ਦੁੱਖ ਬਣ ਕੇ ਨਹੀਂ ਪਾਉਂਦਾ, ਨਹੀਂ ਵਿਆਪਦਾ ਹੈ। ਜਾ ਕਉ ਗੁਰ ਹਰ ਮੰਤਰ ਦੇ, ਸੋ ਇਹ ਦਾਤ ਕਿਹਨਾਂ ਨੂੰ ਮਿਲਦੀ ਹੈ? ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਗੁਰ ਮੰਤਰ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਵਾਹਿਗੁਰੂ ਗੁਰ ਮੰਤਰ ਜਪਣੇ ਦੀ ਦਾਤ ਜਿਸ ਨੂੰ ਬਖਸ਼ਦੇ ਨੇ। ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ, ਚੌਂਕੜਾ ਮਾਰਦੇ ਨੇ, ਵਾਹਿਗੁਰੂ 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 ਦਾ ਸਿਮਰਨ ਕਰਨ ਵਾਸਤੇ ਜੁੜ ਜਾਂਦੇ ਨੇ। ਗੁਰਮੁਖਾਂ ਦਾ ਜੀਵਨ ਅੰਮ੍ਰਿਤ ਵੇਲੇ ਉੱਠਦੇ ਨੇ। ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਗੁਰਮੁਖ ਜੀਵਨ ਹੈ। ਅੰਮ੍ਰਿਤ ਵੇਲੇ ਜਦੋਂ ਉੱਠਦੇ ਨੇ ਤੇ ਉੱਠਦਿਆਂ ਸਾਰ ਚੌਂਕੜਾ ਮਾਰ ਲੈਂਦੇ ਨੇ ਸਿਰਹਾਣੇ ਵੱਲ ਨੂੰ ਮੁੱਖ ਕਰਕੇ ਤੇ 5 10 15 ਮਿੰਟ ਵਾਹਿਗੁਰੂ 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 ਦਾ ਜਾਪ ਕਰਦੇ ਨੇ। ਵਾਹਿਗੁਰੂ ਦਾ ਜਦੋਂ ਜਾਪ ਕਰਦੇ ਨੇ ਤੇ ਫਿਰ ਸਾਧ ਸੰਗਤ ਜੀ ਜਿਹੜਾ ਮਨ ਹੈ ਵਾਹਿਗੁਰੂ ਜੀ ਦੇ ਸਿਮਰਨ ਦੇ ਅੰਦਰ ਲੀਨ ਹੋ ਜਾਂਦਾ ਹੈ। ਗੁਰ ਪਰਮੇਸ਼ਰ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਨੇ, ਗੁਰਮੁਖ ਪਿਆਰੇ ਗਰੀਬ ਨਿਵਾਜ ਸਤਿਗੁਰੂ ਜੀ, ਆਪ ਜੀ ਨੇ ਕਿਰਪਾਲਤਾ ਕੀਤੀ ਹੈ, ਅੰਮ੍ਰਿਤ ਵੇਲਾ ਬਖਸ਼ਿਆ ਹੈ, ਜ਼ਿੰਦਗੀ ਦਾ ਅੱਜ ਦਾ ਇੱਕ ਦਿਨ ਹੋਰ ਬਖਸ਼ਿਸ਼ ਕਰਨਾ ਕੀਤਾ ਹੈ। ਕਿਉਂਕਿ ਕਿਸੇ ਨੇ ਪਟਾ ਥੋੜਾ ਲਿਖਾਇਆ ਹੋਇਆ ਕਿੰਨੇ ਸਾਲ ਜਿਉਣਾ ਹੈ। ਹਰ ਜਪਦਿਆਂ ਖਿਨ ਢਿੱਲ ਨਾ ਕੀਜਈ, ਮਤ ਜਾਪੈ ਸਾਹੋ ਆਵੈ ਕਿ ਨਾ ਆਵੈ ਰਾਮ। ਜਿਹੜਾ ਸਾਹ ਲੈ ਲਿਆ ਉਹੀ ਆਪਣਾ, ਅਗਲੇ ਦਾ ਨਹੀਂ ਪਤਾ ਆਉਣਾ ਕਿ ਨਹੀਂ ਆਉਣਾ। ਗਰੀਬ ਨਿਵਾਜ ਰਾਤਰੀ ਆਪ ਜੀ ਦੇ ਭਾਣੇ ਦੇ ਅੰਦਰ ਬਤੀਤ ਹੋਈ ਹੈ। ਆਪ ਜੀ ਨੇ ਨਵੀਂ ਸੁਬਾਹ, ਨਵਾਂ ਸਵੇਰਾ, ਅੰਮ੍ਰਿਤ ਵੇਲਾ, ਨਵਾਂ ਦਿਨ ਇੱਕ ਹੋਰ ਬਖਸ਼ਿਆ। ਆਪ ਜੀ ਦਾ ਕੋਟਾਨ ਕੋਟ ਧੰਨਵਾਦ। ਤੇ ਧੰਨਵਾਦ ਸ਼ੁਕਰਾਨੇ ਦੇ ਅੰਦਰ ਮਨ ਜੁੜਿਆ ਹੋਇਆ ਤੇ ਉਸ ਜੁੜੀ ਹੋਈ ਮਨ ਦੀ ਅਵਸਥਾ ਦੇ ਨਾਲ ਹੀ ਉੱਠ ਕਰਕੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਇਸ਼ਨਾਨ ਕਰਨਾ, ਬਸਤਰ ਪਹਿਨਣੇ, ਦਸਤਾਰਾ ਸਜਾਉਣਾ, ਕੇਸਾਂ ਨੂੰ ਕੰਘਾ ਕਰਕੇ ਤੇ ਫਿਰ ਚੌਂਕੜਾ ਮਾਰ ਕੇ ਬੈਠ ਜਾਣਾ ਤੇ ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਕਰਨਾ। ਸਤਿਗੁਰੂ ਜੀ ਦੀ ਬਖਸ਼ੀ ਹੋਈ ਜੁਗਤ ਇਹੋ ਹੀ ਹੈ। ਅੰਮ੍ਰਿਤ ਵੇਲੇ ਉੱਠ ਕਰਕੇ ਪਹਿਲਾਂ ਨਾਮ ਦਾ ਅਭਿਆਸ ਕਰਨਾ, ਮੂਲ ਮੰਤਰ ਦਾ, ਗੁਰ ਮੰਤਰ ਦਾ ਅਭਿਆਸ ਕਰਨਾ, ਉਸ ਤੋਂ ਉਪਰੰਤ 5 ਬਾਣੀਆਂ ਦਾ ਪਾਠ ਕਰਨਾ। ਤੇ ਸਾਧ ਸੰਗਤ ਜੀ ਜਿਹੜਾ ਸਾਡਾ ਅਕਸਰ ਉਲਾਂਭਾ ਤੇ ਸਵਾਲ ਹੁੰਦਾ ਨਾ, ਮਨ ਨਹੀਂ ਜੁੜਦਾ, ਇਸ ਜੁਗਤ ਨੂੰ ਅਪਣਾ ਕਰਕੇ ਦੇਖ ਲਓ, ਫਰਕ ਥੋੜੇ ਦਿਨਾਂ ਦੇ ਵਿੱਚ ਆਪਣੇ ਆਪ ਨਜ਼ਰ ਆਵੇਗਾ। ਉੱਠ ਕਰਕੇ ਸਰਾਣੇ ਵੱਲ ਮੁੱਖ ਕਰਕੇ 5 10 15 ਮਿੰਟ ਸਮੇਂ ਦੇ ਮੁਤਾਬਿਕ ਸੋ ਜਾਪ ਕਰਕੇ ਫਿਰ ਯਾਦ ਦੇ ਵਿੱਚ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਜੁੜਿਆ ਹੋਇਆ ਹੀ ਇਸ਼ਨਾਨ ਇਤਿਆਦਿਕ ਕਰਕੇ ਚੌਂਕੜਾ ਮਾਰ ਕੇ ਬੈਠਣਾ ਤੇ ਪਹਿਲਾਂ 5 10 15 ਮਿੰਟ ਜਿਤਨਾ ਕੁ ਸਮਾਂ ਬਣ ਆਵੇ ਪ੍ਰੇਮ ਦੇ ਨਾਲ ਮੂਲ ਮੰਤਰ ਦਾ ਅਭਿਆਸ, ਫਿਰ ਗੁਰ ਮੰਤਰ ਦਾ ਅਭਿਆਸ। ਤੇ ਜਦੋਂ ਮੂਲ ਮੰਤਰ ਦਾ ਪਾਠ ਕਰਨਾ ਨਾ, ਫਿਰ ਧੁਨ ਮਹਿ ਧਿਆਨ, ਆਵਾਜ਼ ਇਤਨੀ ਕੁ ਜ਼ਰੂਰ ਹੋਵੇ ਕਿ ਆਪਣੇ ਕੰਨਾਂ ਨੂੰ ਆਪਣੀ ਆਵਾਜ਼ ਸੁਣਾਈ ਦੇਵੇ। ਤੇ ਜਿਹੜੀ ਆਵਾਜ਼ ਸੁਣਾਈ ਦਿੰਦੀ ਏ ਆਪਣੀ ਰਸਨਾ ਦੁਆਰਾ ਕੀਤੇ ਹੋਏ ਉਚਾਰਨ ਨੂੰ ਕੰਨਾਂ ਦੁਆਰਾ ਸੁਣ ਕੇ ਤੇ ਜਿਹੜਾ ਧਿਆਨ ਹੈ, ਜਿਹੜੀ ਸੁਰਤ ਹੈ, ਉਹ ਅਰਥਾਂ ਦੇ ਵਿੱਚ ਲਗਾਵਣੀ ਹੈ। ਇੱਕ ਓੰਕਾਰ, ਹੁਣ ਆਪਣੀ ਆਵਾਜ਼ ਕੰਨਾਂ ਦੇ ਨਾਲ ਸੁਣੀ ਵੀ ਹੈ, ਧੁਨ ਮਹਿ ਧਿਆਨ, ਆਵਾਜ਼ ਦੇ ਵਿੱਚ ਧਿਆਨ ਤੇ ਵਿਚਾਰ ਅਰਥਾਂ ਦੀ। ਪਰਮਾਤਮਾ ਇੱਕ ਹੈ, ਸਭਨਾਂ ਦਾ ਰਖਵਾਲਾ ਹੈ। ਸਤਨਾਮ ਸਤ ਸਰੂਪ ਹੈ, ਨਾਸ ਤੋਂ ਰਹਿਤ ਹੈ, ਪ੍ਰਸਿੱਧ ਹੈ, ਕਰਤਾ ਪੁਰਖ, ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਵਿਆਪਕ ਸਰੂਪ ਹੈ। ਇਸ ਪ੍ਰਕਾਰ ਜਿਹੜਾ ਜਿਹੜਾ ਸ਼ਬਦ ਮੁਖ ਚੋਂ ਉਚਾਰਿਆ ਜਾਂਦਾ ਉਸ ਦੇ ਅਰਥਾਂ ਵਿੱਚ ਸੁਰਤ ਟਿਕਾਵਣੀ। ਸੁਰਤ ਨੂੰ ਅਰਥਾਂ ਵਿੱਚ ਲਿਜਾ ਕਰਕੇ ਜਾਪ ਦੀ ਆਵਾਜ਼ ਨੂੰ ਸਰਵਣ ਕਰਦਿਆਂ ਹੋਇਆਂ ਕੁਝ ਸਮਾਂ ਪਹਿਲਾਂ ਮੂਲ ਮੰਤਰ, ਫਿਰ ਗੁਰ ਮੰਤਰ ਦਾ ਅਭਿਆਸ ਤੇ ਫਿਰ ਇਸੇ ਜੁਗਤ ਦੇ ਨਾਲ ਨਿਤਨੇਮ ਕਰਨਾ ਹੈ। ਜਿਤਨੀ ਬਾਣੀ ਪੜ੍ਹਨੀ ਹੈ ਕੰਨਾਂ ਦੇ ਨਾਲ ਉਸ ਨੂੰ ਸੁਣਨਾ ਏ। ਤੇ ਬਹੁਤਿਆਂ ਦਾ ਸਾਡਾ ਕੀ ਹੁੰਦਾ ਹੈ, ਜਪਜੀ ਸਾਹਿਬ ਸ਼ੁਰੂ ਕਰ ਲਿਆ, ਧਿਆਨ ਪਤਾ ਨਹੀਂ ਕਿੱਥੇ ਚਲਿਆ ਗਿਆ, ਜਦੋਂ
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਚੇਤਾ ਆਉਂਦਾ ਜਪਜੀ ਸਾਹਿਬ ਕਰਦਾ ਸੀ, ਪੂਰਾ ਹੋ ਵੀ ਗਿਆ। ਕਿਉਂ ਨਹੀਂ ਪਤਾ ਲੱਗਾ? ਕਿਉਂਕਿ ਸੁਣਿਆ ਨਹੀਂ। ਸੁਣ ਕੇ ਕਰੋ। ਜਿਹੜੀ ਪੌੜੀ ਸੁਣ ਕੇ ਕੀਤੀ ਹੈ, ਅਗਲੀ ਪੌੜੀ ਵਿੱਚ ਧਿਆਨ ਖੁੰਝ ਗਿਆ। ਨਹੀਂ ਸੁਣਿਆ, ਜੇ 2-4 ਪੰਕਤੀਆਂ ਪੜੀਆਂ ਗਈਆਂ ਮੁੜ ਕੇ ਫਿਰ ਉੱਥੇ ਹੀ ਆ ਜਾਓ। ਜਿੱਥੋਂ ਨਹੀਂ ਸੁਣਿਆ ਉੱਥੋਂ ਹੀ ਸ਼ੁਰੂ ਕਰੋ। 1 ਵਾਰ 2 ਵਾਰ 10 ਵਾਰ 20 ਵਾਰ ਜਦੋਂ ਐਵੇਂ ਕਰਾਂਗੇ ਨਾ, ਫਿਰ ਹੌਲੀ ਹੌਲੀ ਸੁਣਨ ਦੀ, ਸੁਣ ਕੇ ਕਰਨ ਦੀ ਆਦਤ ਪੈ ਜਾਵੇਗੀ। ਫਿਰ ਧਿਆਨ ਟਿਕੇਗਾ। ਧੁਨ ਮਹਿ ਧਿਆਨ। ਇਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਮਝਾਈ ਹੋਈ ਜੁਗਤ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਇਹ ਵਾਹਿਗੁਰੂ ਗੁਰ ਮੰਤਰ ਜਪਣੇ ਦੀ ਦਾਤ ਪੂਰੇ ਸਤਿਗੁਰੂ ਜੀ ਨੇ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕਰਨਾ ਕੀਤੀ ਹੈ। ਇਸੇ ਹੀ ਪ੍ਰਕਾਰ ਜਾ ਕਉ ਗੁਰ ਹਰ ਮੰਤਰ ਦੇ। ਹਰੀ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ, ਵਾਹਿਗੁਰੂ ਗੁਰ ਮੰਤਰ, ਜਿਨ੍ਹਾਂ ਸਿੱਖਾਂ ਨੂੰ ਸਤਿਗੁਰੂ ਜੀ ਨੇ ਖੰਡੇ ਦੀ ਪਾਹੁਲ ਬਖਸ਼ ਕਰਕੇ 5 ਪਿਆਰਿਆਂ ਦੁਆਰਾ ਬਖਸ਼ਿਸ਼ ਕਰਨਾ ਕੀਤਾ ਹੈ, ਉਹੀ ਅੱਜ ਦੇ ਸਮੇਂ ਦੇ ਅੰਦਰ ਵਾਹਿਗੁਰੂ ਗੁਰ ਮੰਤਰ ਦਾ ਅਭਿਆਸ ਕਰਦੇ ਨੇ। ਨਹੀਂ ਤੇ ਕੱਚਿਆਂ ਪਿੱਲਿਆਂ ਦੇ ਡੇਰਿਆਂ ਤੇ ਜਾਣ ਵਾਲੇ ਕੰਨਾਂ ਦੇ ਵਿੱਚ ਮੰਤਰ ਲੈ ਕਰਕੇ ਤੇ ਕੱਚ ਪਿੱਚ ਦੇ ਵਿੱਚ ਹੀ ਲੱਗੇ ਰਹਿੰਦੇ ਨੇ। ਕਹਿੰਦੇ ਜੀ ਅਸੀਂ ਮੰਤਰ ਦਿੱਤਾ ਹੈ, ਨਾਮ ਦਿੱਤਾ ਹੈ। ਤੇ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਰਮਾਵਣਾ ਕਰਦੇ ਨੇ, ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ, ਸੇ ਕੂੜਿਆਰ ਕੂੜੇ ਝੜ ਪੜੀਐ। ਉਹ ਝੂਠੇ ਨੇ, ਝੜ ਪੈਣਗੇ, ਢਹਿ ਪੈਣਗੇ, ਟੇਡੀਆਂ ਜੂਨਾਂ 'ਚ ਜਾਣਗੇ, ਭਲਾ ਨਹੀਂ ਹੋਣਾ। ਨਾਮ ਦੇ ਦਾਤੇ ਤੇ ਹੈ ਹੀ ਸਤਿਗੁਰੂ ਜੀ ਨੇ। ਤੇ ਸਤਿਗੁਰ ਦੀ ਰੀਸ ਤੇ ਕੱਚੇ ਪਿੱਲੇ ਕਹਿੰਦੇ ਜੀ ਅਸੀਂ ਨਾਮ ਦਿੰਨੇ ਆ। ਪਿਆਰਿਓ, ਉਹਨਾਂ ਦੇ ਪਾਸੋਂ ਕਦੇ ਵਾਹਿਗੁਰੂ ਗੁਰ ਮੰਤਰ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਤੇ 10 ਗੁਰੂ ਸਾਹਿਬਾਨ ਜੀ ਨੇ ਕਿਰਪਾ ਕਰਕੇ ਵਾਹਿਗੁਰੂ ਗੁਰ ਮੰਤਰ ਦਿੱਤਾ। ਹੁਣ 5 ਪਿਆਰਿਆਂ ਦੁਆਰਾ, ਕਿਉਂਕਿ ਸਰੀਰ ਪੰਥ ਵਿੱਚ 5 ਪਿਆਰਿਆਂ 'ਚ ਪ੍ਰਗਟ ਹੈ। ਵਾਹਿਗੁਰੂ ਗੁਰ ਮੰਤਰ ਜਿਨ੍ਹਾਂ ਨੂੰ ਸਤਿਗੁਰੂ ਜੀ ਕਿਰਪਾਲਤਾ ਕਰਕੇ ਬਖਸ਼ਿਸ਼ ਕਰਨਾ ਕਰਦੇ ਨੇ, ਉਹੀ ਇਸ ਗੁਰ ਮੰਤਰ ਦਾ ਅਭਿਆਸ ਕਰਦੇ ਹਨ ਜੀ। ਸੋ ਉਬਰਿਆ ਮਾਇਆ ਅਗਨ ਤੇ ਜਿਨ੍ਹਾਂ ਨੇ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਨਾਮ ਜਪਣਾ ਕੀਤਾ ਹੈ, ਆਰਾਧਨਾ ਕੀਤਾ ਹੈ, ਅਭਿਆਸ ਕਰਨਾ ਕੀਤਾ ਹੈ, ਮਾਇਆ ਦੀ ਅਗਨੀ ਤੋਂ, ਮਾਇਆ ਦੀ ਤਪਸ਼ ਤੋਂ ਉਹੀ ਉਬਰੇ ਹਨ। ਇਸੇ ਪ੍ਰਕਾਰ ਜੜ ਮਾਇਆ, ਚੇਤਨ ਮਾਇਆ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਮਾਤਾ ਦੇ ਉਦਰ ਦੇ ਅਗਨੀ ਵਰਗੀ ਹੈ ਪ੍ਰਤੱਖ ਮਾਇਆ ਦੀ ਤਪਸ਼। ਹਿਰਦੇ ਨੂੰ ਸਾੜਦੀ ਹੈ, ਈਰਖਾ ਦੀ ਅੱਗ ਸਾੜਦੀ ਹੈ, ਤ੍ਰਿਸ਼ਨਾ ਦੀ ਅੱਗ ਸਾੜਦੀ ਹੈ। ਹੋਰ ਪ੍ਰਾਪਤ ਕਰ ਲਵਾਂ, ਹੋਰ ਪ੍ਰਾਪਤ ਕਰ ਲਵਾਂ। ਇਹ ਮਾਇਆ ਦੀ ਤ੍ਰਿਸ਼ਨਾ ਦੀ ਜਿਹੜੀ ਅਗਨੀ ਹੈ ਨਾ, ਇਸ ਦੇ ਵਿੱਚੋਂ ਉਹੀ ਜੀਵ ਉਬਰਦਾ ਹੈ, ਬਚਦਾ ਹੈ, ਜਿਹੜਾ ਵਾਹਿਗੁਰੂ ਜੀ ਦੇ ਨਾਮ ਦਾ ਅਭਿਆਸ ਕਰਦਾ ਹੈ ਜੀ। ਨਾਨਕ ਕਉ ਪ੍ਰਭ ਮਇਆ ਕਰ। ਇਸ ਕਰਕੇ ਸਿੱਖੋ, ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆ ਕੇ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਕਰਦੇ ਹੀ ਰਹਿਣਾ। ਹੇ ਪ੍ਰਭੂ ਪਰਮਾਤਮਾ ਜੀ, ਸਾਨੂੰ ਆਪਣੇ ਦਰ ਪਿਆਂ ਨੂੰ ਜਾਣ ਕਰਕੇ, ਸ਼ਰਨਾਰਥੀ ਜਾਣ ਕਰਕੇ, ਅਣਜਾਣ ਜਾਣ ਕਰਕੇ, ਦੀਨ ਜਾਣ ਕਰਕੇ ਸੱਚੇ ਪਾਤਸ਼ਾਹ ਸਾਡੇ ਤੇ ਇਹ ਮਇਆ ਕਰਨਾ ਕਰੋ, ਕਿਰਪਾਲਤਾ ਕਰੋ, ਮਿਹਰ ਕਰੋ ਜੀ। ਮੇਰਾ ਮਨ ਤਨ ਵਾਸੈ ਨਾਮ ਹਰ। ਸੋ ਕਿਹੜੀ ਕਿਰਪਾ ਜੀ ਮਹਾਰਾਜ, ਇਹ ਕਿਰਪਾ ਕਰ ਦਿਓ ਸਾਡੇ ਤਨ ਦੇ ਅੰਦਰ ਤੇ ਮਨ ਦੇ ਅੰਦਰ ਹਰੀ ਪ੍ਰਮਾਤਮਾ ਜੀ ਆਪ ਜੀ ਦਾ ਨਾਮ ਵਸ ਜਾਵੇ। ਤਨ ਕਰਕੇ, ਰਸਨਾ ਕਰਕੇ ਵੀ ਨਾਮ ਜਪੀਏ, ਤਨ ਕਰਕੇ ਗੁਰਮੁਖ ਰੋਮ ਰੋਮ ਹਰ ਧਿਆਵੈ ਅਵਸਥਾ ਪ੍ਰਾਪਤ ਕਰਕੇ ਨਾਮ ਜਪੀਏ, ਤੇ ਮਨ ਕਰਕੇ ਅੰਤਰ ਗੁਰ ਆਰਾਧਨਾ, ਹਿਰਦੇ ਦੇ ਪਿਆਰ ਸਦਕਾ ਆਪ ਜੀ ਦੇ ਨਾਮ ਨੂੰ ਸਦਾ ਜਪਦੇ ਰਹੀਏ। ਮਹਾਰਾਜ ਇਹ ਕਿਰਪਾਲਤਾ ਸਾਡੇ ਤੇ ਕਰ ਦੇਵੋ ਜੀ। ਗੌੜੀ ਮਹੱਲਾ ਪੰਜਵਾ। ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀ। ਰਸਨਾ ਜਪੀਐ ਏਕ ਨਾਮ। ਇਹ ਸੱਚੇ ਪਾਤਸ਼ਾਹ ਜੀ, ਦੁਨੀਆ ਦੇ ਅੰਦਰ ਬਹੁਤ ਤਰ੍ਹਾਂ ਦੇ ਜਪੀ ਨੇ, ਬਹੁਤ ਤਰ੍ਹਾਂ ਦੇ ਤਪੀ ਨੇ, ਬਹੁਤ ਸਾਰੇ ਜਪ ਨੇ, ਬਹੁਤ ਸਾਰੇ ਜੁਗਤੀਆਂ ਦੇ ਤਪ ਨੇ। ਤੇ ਅਸਲ ਦੇ ਵਿੱਚ ਤਪ ਕਰਨਾ ਕਿਹੜਾ ਚਾਹੀਦਾ ਹੈ, ਮੰਤਰ ਜਪਣਾ ਕਿਹੜਾ ਚਾਹੀਦਾ ਹੈ। ਆਪ ਜੀ ਨੇ ਗੁਰਮੰਤਰ ਬਖਸ਼ਿਸ਼ ਕਰਨਾ ਕੀਤਾ ਹੈ ਤੇ ਗੁਰਮੰਤਰ ਦਾ ਉਪਦੇਸ਼ ਦਿੱਤਾ ਹੈ। ਸੰਸਾਰ ਦੇ ਅੰਦਰ ਗਾਇਤਰੀ ਮੰਤਰ ਨੇ, ਹੋਰ ਟੂਣੇ ਟਾਮਣ ਨੇ, ਜੰਤਰ ਮੰਤਰ ਤੰਤਰ ਨੇ। ਸਭਨਾਂ ਤੋਂ ਸਰਬਸ਼੍ਰੇਸ਼ਟ ਕਿਹੜਾ ਹੈ ਜਿਸ ਦੇ ਨਾਲ ਅਸੀਂ ਸਫਲੇ ਹੋ ਜਾਈਏ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਓ, ਰਸਨਾ ਦੇ ਨਾਲ ਕੇਵਲ ਤਾਂ ਕੇਵਲ ਇੱਕ ਹਰੀ ਪਰਮਾਤਮਾ ਜੀ ਦਾ ਨਾਮ ਹੀ ਜਪਿਆ ਸਫਲਾ ਹੈ। ਇਸੇ ਹੀ ਪ੍ਰਕਾਰ ਰਸਨਾ ਜਪੀਐ ਏਕੁ ਨਾਮ। ਇੱਕ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਰਸਨਾ ਦੇ ਨਾਲ ਜਪਣਾ ਕਰੀਏ ਤਾਂ ਰਸਨਾ ਸਫਲੀ ਹੁੰਦੀ ਏ, ਤਾਂ ਮਨੁੱਖਾ ਜਨਮ ਸਫਲਾ ਹੁੰਦਾ ਹੈ,
ਤਾਂ ਜੀਵ ਆਵਣ ਜਾਣ ਤੋਂ ਰਹਿ ਜਾਂਦਾ ਹੈ। ਜਿਹੜਾ ਵਾਹਿਗੁਰੂ ਜੀ ਦੇ ਨਾਮ ਨੂੰ ਛੱਡ ਕਰਕੇ ਹੋਰ ਮੰਤਰਾਂ ਵਿੱਚ ਲੱਗਦਾ ਹੈ, ਵਾਹਿਗੁਰੂ ਕੇ ਮੰਤਰ ਬਿਨ ਜਪੈ ਔਰ ਕੋਈ ਜਾਪ ਸੋ ਸਾਕਤ ਸਿੱਖ ਮੂਲ ਨ ਹੈ ਬਚਨ ਹੈ ਸ੍ਰੀ ਮੁਖ ਵਾਕ। ਉਹ ਸਿੱਖ ਥੋੜਾ ਹੈ, ਉਹ ਤੇ ਸਾਕਤ ਹੈ, ਹੋਵੇ ਗੁਰੂ ਕਾ ਸਿੱਖ ਤੇ ਮੰਤਰ ਕੋਈ ਹੋਰ ਜਪਦਾ ਫਿਰੇ, ਉਹ ਫਿਰ ਸਿੱਖ ਨਹੀਂ ਹੋ ਸਕਦਾ। ਇਸ ਕਰਕੇ ਇੱਕ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਗੁਰ ਮੰਤਰ ਜੋ ਪੂਰੇ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਬਖਸ਼ਿਸ਼ ਕਰਨਾ ਕੀਤਾ ਹੈ, ਉਸੇ ਨੂੰ ਹੀ ਆਪਣੀ ਰਸਨਾ ਦੇ ਨਾਲ ਜਪਣਾ ਹੈ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ। ਸੋ ਰਸਨਾ ਦੇ ਨਾਲ ਹਰ ਵੇਲੇ ਨਾਮ ਨੂੰ ਆਰਾਧਨਾ ਕਰਨਾ ਹੈ ਸਿੱਖੋ। ਈਹਾ ਸੁਖ ਆਨੰਦ ਘਨਾ। ਸੋ ਰਸਨਾ ਦੇ ਨਾਲ ਜਪਣੇ ਦਾ ਮਹਾਤਮ ਇਹ ਪ੍ਰਾਪਤ ਹੁੰਦਾ, ਈਹਾ ਸੁਖ। ਇਥੇ ਇਸ ਲੋਕ ਦੇ ਵਿੱਚ ਤਾਂ ਅਤਿਅੰਤ ਸੁਖ ਮਿਲਦੇ ਨੇ, ਬਾਲੇ ਹੀ ਸੁਖ ਮਿਲਦੇ ਨੇ, ਸਾਰੇ ਹੀ ਸੁਖ ਮਿਲਦੇ ਨੇ, ਤੇ ਦਰਗਾਹ ਦੇ ਅੰਦਰ ਵੀ ਆਨੰਦ ਪ੍ਰਾਪਤ ਹੁੰਦਾ ਹੈ। ਅਥਵਾ ਅੱਗੇ ਪਰਲੋਕ ਦੇ ਵਿੱਚ ਆਨੰਦ ਸਰੂਪ ਹਰੀ ਪਰਮਾਤਮਾ ਜੀ ਦੇ ਨਾਲ ਮਿਲਾਪ ਹੁੰਦਾ ਹੈ। ਆਗੈ ਜੀਅ ਕੈ ਸੰਗ ਕਾਮ। ਤੇ ਅੱਗੇ ਪਰਲੋਕ ਦੇ ਵਿੱਚ ਜੀਵ ਆਤਮਾ ਦੇ ਨਾਲ ਜਾਂਦਾ ਹੈ, ਨਾਲ ਜਾਂਦਾ ਤੇ ਕਾਮ ਕੰਮ ਆਉਂਦਾ ਹੈ। ਦਰਗਾਹ ਦੇ ਵਿੱਚ ਜਿੱਥੇ ਕੋਈ ਵਸਤੂ ਨਾਲ ਨਹੀਂ ਜਾਂਦੀ, ਕੰਮ ਨਹੀਂ ਆਉਂਦੀ, ਉਥੇ ਪ੍ਰਮਾਤਮਾ ਜੀ ਦਾ ਹੀ ਨਾਲ ਜਾਂਦਾ ਤੇ ਕੰਮ ਆਉਂਦਾ ਹੈ। ਇਸੇ ਹੀ ਪ੍ਰਕਾਰ ਈਹਾ ਸੁਖ ਆਨੰਦ ਘਨਾ। ਇਥੇ ਵੀ ਸੁਖ ਸਰੂਪ ਪ੍ਰਮਾਤਮਾ ਜੀ ਦੇ ਸਰੂਪ ਅੰਦਰ ਭੇਦਤਾ ਪ੍ਰਾਪਤ ਕਰਕੇ ਸੁਖ ਘਨਾ, ਬਹੁਤਾ ਹੀ ਘਣਾ, ਬਹੁਤਾ ਹੀ ਜ਼ਿਆਦਾ, ਬਹੁਤਾ ਹੀ ਸੰਘਣਾ, ਬੇਅੰਤ ਆਨੰਦਤਾਈ ਦੇ ਦਾਤੇ ਸੁਖ ਸਰੂਪ ਪ੍ਰਮਾਤਮਾ ਜੀ ਨੂੰ ਪ੍ਰਾਪਤ ਕਰਕੇ ਹਿਰਦੇ ਦਾ ਆਤਮ ਸੁਖ ਪਾਉਂਦਾ ਹੈ। ਆਗੈ ਜੀਅ ਕੈ ਸੰਗ ਕਾਮ। ਤੇ ਅੱਗੇ ਦਰਗਾਹ ਦੇ ਵਿੱਚ ਵੀ ਕੰਮ ਆਉਂਦਾ ਹੈ, ਤੇ ਜਿਹੜਾ ਇਹ ਨਾਮ ਹੈ ਕਾਮ ਸਾਰੀਆਂ ਕਾਮਨਾਵਾਂ ਵੀ ਪੂਰੀਆਂ ਕਰ ਦਿੰਦਾ ਹੈ ਜੀ। ਰਹਾਉ ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ, ਕਟਿਐ ਤੇਰਾ ਅਹੰਗ ਰੋਗ। ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਹਿਰਦੇ ਦੇ ਅੰਦਰੋਂ ਹਉਮੈ ਦਾ ਰੋਗ ਨਹੀਂ ਜਾਂਦਾ, ਇਸ ਦਾ ਵੀ ਕੋਈ ਇਲਾਜ ਦੱਸੋ। ਤੇ ਗਰੀਬ ਨਿਵਾਜ ਫਰਮਾਉਂਦੇ ਨੇ, ਸਿੱਖੋ ਸਾਰੀਆਂ ਬਿਮਾਰੀਆਂ ਦਾ ਇੱਕੋ ਇਲਾਜ ਹੈ, ਸਰਬ ਰੋਗ ਕਾ ਔਖਦ ਨਾਮ। ਕੇਵਲ ਤਾਂ ਕੇਵਲ ਇੱਕ ਹਰੀ ਪਰਮਾਤਮਾ ਜੀ ਦੇ ਨਾਮ ਨੂੰ ਜਪਣਾ ਕਰੋ, ਕਟਿਆ ਤੇਰਾ ਅਹੰਗ ਰੋਗ। ਤੇਰੇ ਹਿਰਦੇ ਦੇ ਅੰਦਰੋਂ ਹਉਮੈ ਦਾ ਰੋਗ ਵੀ ਨਾਮ ਦੇ ਨਾਲ ਹੀ ਕਟਿਆ ਜਾਵੇਗਾ। ਦੁਨੀਆ ਦੇ ਅੰਦਰ ਬੜੇ ਡਾਕਟਰ ਨੇ, ਬੜੇ ਵੈਦ ਹੋਏ ਨੇ, ਧਨੰਤਰ ਵੈਦ ਵਰਗੇ ਵੈਦ ਹੋ ਗੁਜ਼ਰੇ, ਜਿਨ੍ਹਾਂ ਨੂੰ ਸੰਸਾਰ ਦੇ ਲੋਕਾਂ ਨੇ ਭਗਵਾਨ ਦਾ ਅਵਤਾਰ ਮੰਨਿਆ। 24 ਅਵਤਾਰਾਂ ਚੋਂ ਇੱਕ ਅਵਤਾਰ ਧਨੰਤਰ ਵੀ ਕਿਹਾ ਜਾਂਦਾ। ਪਰ ਕੋਈ ਦੁਨੀਆ ਦਾ ਵੈਦ ਕੋਈ ਐਸੀ ਇੱਕ ਗੋਲੀ, ਐਸੀ ਕੋਈ ਜੜੀ ਬੂਟੀ ਪ੍ਰਗਟ ਨਹੀਂ ਕਰ ਸਕਿਆ ਜਾਂ ਬਣਾ ਨਹੀਂ ਸਕਿਆ ਗੋਲੀ ਕੈਪਸੂਲ ਕਿ ਇੱਕੋ ਹੀ ਦਵਾਈ ਸਾਰੇ ਰੋਗਾਂ ਨੂੰ ਕੱਟ ਦੇਵੇ। ਜਿਹੜੀ ਦਵਾਈ ਦੇ ਨਾਲ ਸਿਰ ਪੀੜ ਵੀ ਹਟ ਜਾਵੇ, ਜ਼ੁਕਾਮ ਵੀ ਹਟ ਜਾਵੇ, ਬੁਖਾਰ ਵੀ ਉਤਰ ਜਾਵੇ, ਢਿੱਡ ਪੀੜ ਵੀ ਹਟ ਜਾਵੇ, ਉਸੇ ਗੋਲੀ ਨਾਲ TB ਵੀ ਹਟ ਜਾਵੇ, ਦਮਾ ਵੀ ਹਟ ਜਾਵੇ, ਕੈਂਸਰ ਵੀ ਹਟ ਜਾਵੇ, ਕੋੜ ਵੀ ਹਟ ਜਾਵੇ। ਕੋਈ ਦੁਨੀਆ ਦਾ ਡਾਕਟਰ, ਕੋਈ ਵੈਦ ਐਸੀ ਗੋਲੀ ਬਣਾ ਸਕਿਆ? ਕੋਈ ਐਸੀ ਦਵਾਈ ਬਣਾ ਸਕਿਆ? ਨਾ ਬਣਾ ਸਕਿਆ ਤੇ ਨਾ ਕਦੇ ਬਣਾ ਸਕੇਗਾ। ਪਰ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਐਸੀ ਇੱਕ ਹੀ ਦਵਾਈ ਦੇ ਦਿੱਤੀ ਜਿਹੜੀ ਸਾਰੇ ਰੋਗਾਂ ਨੂੰ ਕੱਟ ਦਿੰਦੀ ਏ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਇੱਕੋ ਹੀ ਦਵਾਈ ਕੱਟਦੀ ਏ। ਸ਼ਬਦ, ਸਪਰਸ਼, ਰੂਪ, ਰਸ, ਗੰਧ ਵਾਸਤੇ ਵੀ ਉਹੀ ਦਵਾਈ। ਮਨੋ ਕਾਮਨਾ ਪੂਰੀਆਂ ਕਰਨੀਆਂ ਨੇ ਤਾਂ ਵੀ ਉਹ ਦਵਾਈ। ਘਰ ਦੇ ਵਿੱਚ ਸੁੱਖ ਸਮਰਿੱਧੀ ਦੀ ਦਾਤ ਚਾਹੀਦੀ ਏ ਤਾਂ ਵੀ ਉਹ ਦਵਾਈ। ਤਰੱਕੀਆਂ ਚਾਹੀਦੀਆਂ ਨੇ, ਕਾਰੋਬਾਰਾਂ ਵਿੱਚ ਵਾਧੇ ਚਾਹੀਦੇ ਨੇ ਤਾਂ ਵੀ ਉਹੀ ਦਵਾਈ। ਤੇ ਜੇ ਜੰਮਣ ਮਰਨ ਦੇ ਰੋਗ ਨੂੰ ਕੱਟਣਾ, ਮੁਕਤ ਹੋਣਾ ਚਾਹੁੰਦਾ ਤੇ ਤਾਂ ਵੀ ਉਹ ਦਵਾਈ। ਉਹ ਦਵਾਈ ਕਿਹੜੀ ਹੈ? ਸਰਬ ਰੋਗ ਕਾ ਔਖਦ ਨਾਮ। ਸਾਰਿਆਂ ਰੋਗਾਂ ਦਾ ਇੱਕ ਹੀ ਇਲਾਜ ਹੈ, ਸਤਨਾਮ ਸ੍ਰੀ ਵਾਹਿਗੁਰੂ। ਬਸ ਸਿੱਖੋ ਆ ਨਾਮ ਜਪੀ ਜਾਓ, ਸਭ ਕੁਝ ਇਹਨੇ ਹੀ ਠੀਕ ਕਰ ਦੇਣਾ, ਸਾਰੇ ਰੋਗ ਇਹਨੇ ਹੀ ਕੱਟ ਦੇਣੇ ਨੇ। ਕਟਿਆ ਤੇਰਾ ਅਹੰਗ ਰੋਗ। ਸਿੱਖਾ ਤੇਰੇ ਹਿਰਦੇ ਦੇ ਵਿੱਚੋਂ, ਤੁਹਾਡੇ ਸਾਰਿਆਂ ਦੇ ਹਿਰਦੇ ਦੇ ਵਿੱਚੋਂ ਹਉਮੈ ਦਾ ਰੋਗ ਵੀ ਇਸ ਨਾਮ ਨੇ ਹੀ ਨਿਵਰਤ ਕਰ ਦੇਣਾ ਹੈ। ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕਰਕੇ ਗੁਰ ਪ੍ਰਸਾਦ ਦਾ ਧਾਰਨੀ ਬਣ ਤੇ ਗੁਰੂ ਦੀ ਕਿਰਪਾ ਦੇ ਨਾਲ, ਬਖਸ਼ਿਸ਼ ਦੇ ਨਾਲ ਕਰ ਰਾਜ ਜੋਗ। ਜੋਗ ਤੋਂ ਭਾਵ ਹੈ ਜੁੜਨਾ। ਪ੍ਰਕਾਸ਼ ਸਰੂਪ ਹਰੀ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਜੁੜ ਜਾਣਾ ਕਰ। ਤੇ ਜਦੋਂ ਜੁੜ ਜਾਣਾ ਕਰੇਗਾ ਤੇ ਫਿਰ ਰਾਜ ਭਾਵ ਗਿਆਨ, ਆਤਮ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ।
ਦੁਨੀਆ ਦੇ ਅੰਦਰ ਰਹਿੰਦਾ, ਘਰ ਪਰਿਵਾਰ ਦੇ ਅੰਦਰ ਰਹਿੰਦਾ ਹੋਇਆ ਵੀ ਸੁਰਤ ਉੱਚੀ ਰੱਖ ਕਰਕੇ, ਵਾਹਿਗੁਰੂ ਜੀ ਦੇ ਅੰਦਰ ਸੁਰਤ ਜੋੜ ਕਰਕੇ ਰੱਖ, ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ, ਦੁਨੀਆ ਦੇ ਸੁੱਖ ਮਾਣਦਾ ਹੋਇਆ ਵੀ ਗੁਰੂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਜੀ ਦੇ ਅੰਦਰ ਜੁੜ ਕਰਕੇ ਆਤਮ ਗਿਆਨ ਨੂੰ ਪ੍ਰਾਪਤ ਕਰ ਲੈਣਾ ਕਰੇਗਾ। ਹਰ ਰਸ ਜਿਨ ਜਨ ਚਾਖਿਆ, ਜਿਨ੍ਹਾਂ ਪ੍ਰਮਾਤਮਾ ਜੀ ਦੇ ਪਿਆਰਿਆਂ ਨੇ, ਗੁਰਸਿੱਖਾਂ ਨੇ ਹਰੀ ਪ੍ਰਮਾਤਮਾ ਜੀ ਦੇ ਨਾਮ ਦੇ ਅੰਦਰੋਂ ਨਾਮ ਰਸ ਨੂੰ ਚਖਣਾ ਕੀਤਾ ਹੈ, ਜਿਹੜਾ ਅਤ ਸਵਾਦਲਾ ਹੈ, ਅਤਿਅੰਤ ਸੁਖਦਾਈ ਹੈ, ਜੰਮਣ ਮਰਨ ਨੂੰ ਕੱਟਣ ਵਾਲਾ ਹੈ, ਅਤਿਅੰਤ ਮਿੱਠਾ ਹੈ, ਕੂਜਾ, ਮੇਵੇ, ਸ਼ਹਿਦ, ਗੁੜ, ਮਠਿਆਈਆਂ, ਸੁੱਕੇ ਮੇਵੇ ਜਿਸ ਦੇ ਸਦਰਸ਼ ਨਹੀਂ ਪੁੱਜਦੇ, ਐਸਾ ਪ੍ਰਮਾਤਮਾ ਜੀ ਦਾ ਜਿਹੜਾ ਹਰ ਰਸ ਨਾਮ ਹੈ, ਰਸਨਾ ਦੇ ਨਾਲ ਜਪਦਿਆਂ ਤਿਸ ਨੂੰ ਚਖਣਾ ਕਰ। ਤਾਂ ਕੀ ਤ੍ਰਿਸ਼ਨਾ ਲਾਥਿਆ, ਤੇ ਜਿਨ੍ਹਾਂ ਨੇ ਵੀ ਹਰੀ ਪ੍ਰਮਾਤਮਾ ਜੀ ਦੇ ਨਾਮ ਨੂੰ, ਰਸ ਨੂੰ, ਅੰਮ੍ਰਿਤ ਰਸ ਨੂੰ, ਨਾਮ ਰਸ ਨੂੰ ਚਖਣਾ ਕੀਤਾ ਨਾ, ਤਿੰਨਾਂ ਦੇ ਪਦਾਰਥਾਂ ਨੂੰ ਇਕੱਠਿਆਂ ਕਰਨੇ ਦੀ ਤੇ ਖਾਣੇ ਪੀਣੇ ਭੋਗਣੇ ਦੀ ਸਾਰੀ ਜਿਹੜੀ ਤ੍ਰਿਸ਼ਨਾ ਸੀ ਉਹ ਲਾਥੀਆ ਲੱਥ ਗਈ ਹੈ। ਕਿਸੇ ਪ੍ਰਕਾਰ ਦੀ ਤ੍ਰਿਸ਼ਨਾ ਵੀ ਨਹੀਂ ਰਹਿੰਦੀ ਏ। ਪ੍ਰਮਾਤਮਾ ਜੀ ਦੇ ਨਾਮ ਦਾ ਸਿਮਰਨ ਐਸਾ ਜਿਹੜਾ ਹਿਰਦੇ ਦੇ ਵਿੱਚੋਂ ਤ੍ਰਿਸ਼ਨਾ ਨੂੰ ਵੀ ਬੁਝਾ ਦਿੰਦਾ ਹੈ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ। ਪ੍ਰਮਾਤਮਾ ਜੀ ਦੇ ਸਵਰੂਪ ਸਤਿਗੁਰੂ ਜੀ ਦੇ ਬਚਨਾਂ ਦੇ ਨਾਲ ਵੱਡਾ ਭਾਰੀ ਸੰਤੋਖ ਮਨ ਨੂੰ ਪ੍ਰਾਪਤ ਹੋ ਜਾਂਦਾ ਹੈ। ਤ੍ਰਿਸ਼ਨਾ ਦੀ ਮੱਚਦੀ ਹੋਈ ਅੱਗ ਹਿਰਦੇ ਚੋਂ ਬੁਝ ਜਾਂਦੀ ਹੈ। ਪ੍ਰਭ ਸਿਓ ਲਾਗੈ ਪੂਰਨ ਧਿਆਨ, ਤੇ ਮੁਕੰਮਲ ਰੂਪ ਦੇ ਵਿੱਚ ਹਰੀ ਪ੍ਰਮਾਤਮਾ ਜੀ ਦੇ ਨਾਮ ਦੇ ਅੰਦਰ ਧਿਆਨ ਲੱਗ ਜਾਂਦਾ ਹੈ, ਸਰੂਪ ਰੂਪ ਦੇ ਅੰਦਰ ਧਿਆਨ ਲੱਗ ਜਾਂਦਾ ਹੈ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਹਰੀ ਪ੍ਰਮਾਤਮਾ ਜੀ ਦੇ ਨਾਮ ਨੂੰ ਜਪਿਆ, ਤਿੰਨਾਂ ਦੀ ਸਾਰੀ ਮਨ ਦੀ ਤ੍ਰਿਸ਼ਨਾ ਵੀ ਲੱਥ ਗਈ ਹੈ ਜੀ। ਹਰ ਬਿਸਰਾਮ ਨਿਧ ਪਾਇਆ, ਤੇ ਉਹਨਾਂ ਨਾਮ ਦੇ ਰਸੀਆਂ ਨੇ ਹਰੀ ਪ੍ਰਮਾਤਮਾ ਜੀ ਜਿਹੜੇ ਸਾਰੇ ਨਿਧੀਆਂ ਦੇ ਖਜ਼ਾਨੇ ਨੇ, ਅਥਵਾ ਨਿਧ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਨੌ ਨਿਧੀਆਂ ਦਾ ਖਜ਼ਾਨਾ ਪ੍ਰਮਾਤਮਾ ਜੀ ਦਾ ਨਾਮ ਹੈ ਨਾ। ਤੇ ਜਿਨ੍ਹਾਂ ਨੇ ਨਾਮ ਦੇ ਅੰਦਰ ਆਪਣੀ ਬਿਰਤੀ ਨੂੰ ਅਸਥਿਰ ਕਰਨਾ ਪਾਇਆ ਹੈ, ਭਾਵ ਬਿਰਤੀ ਨੂੰ ਟਿਕਾਵਣਾ ਕੀਤਾ ਹੈ, ਨਾਮ ਦੇ ਅੰਦਰ ਸਥਿਤੀ ਪ੍ਰਾਪਤ ਕੀਤੀ ਹੈ, ਸਾਰੀਆਂ ਨਿਧੀਆਂ ਦੇ ਖਜ਼ਾਨੇ ਵਾਹਿਗੁਰੂ ਜੀ ਦੇ ਅੰਦਰ ਧਿਆਨ ਨੂੰ ਕੇਂਦਰਿਤ ਕੀਤਾ ਹੈ, ਜੋੜ ਲਿਆ ਹੈ। ਤੂੰ ਬਹੁਰ ਨਾ ਕਤਹੀ ਧਾਇਆ, ਬਹੁੜੋਂ ਉਹ ਕਦੇ ਵੀ ਜੂਨਾਂ ਦੇ ਅੰਦਰ ਹੋਰਨਾਂ ਸਰੀਰਾਂ ਨੂੰ ਧਾਰਨ ਕਰਕੇ ਧਾਇਆ ਦੌੜਦਾ ਨਹੀਂ ਹੈ, ਹੋਰਨਾਂ ਜੂਨਾਂ ਨੂੰ ਪ੍ਰਾਪਤ ਨਹੀਂ ਕਰਦਾ ਹੈ। ਇਸੇ ਹੀ ਪ੍ਰਕਾਰ ਤੂੰ ਬਹੁਰ ਨਾ ਕਤਹੀ ਧਾਇਆ, ਤੇ ਜਦੋਂ ਸਾਰੀਆਂ ਨਿਧੀਆਂ ਦੇ ਖਜ਼ਾਨੇ ਹਰੀ ਪ੍ਰਮਾਤਮਾ ਜੀ ਦੇ ਅੰਦਰ ਤੇ ਇਸ ਦਾ ਨਾਮ ਲੱਗ ਗਿਆ ਨਾ, ਫਿਰ ਦੁਨੀਆ ਦੇ ਹੋਰਨਾਂ ਪਦਾਰਥਾਂ ਵਾਸਤੇ ਕਤਹੀ ਉਸ ਦਾ ਮਨ ਧਾਇਆ ਦੌੜਦਾ ਨਹੀਂ ਹੈ। ਜਦੋਂ ਸਾਰੀਆਂ ਦਾਤਾਂ ਦੇ ਦਾਤੇ ਨੂੰ ਹੀ ਪ੍ਰਾਪਤ ਕਰ ਲਿਆ, ਫਿਰ ਇਕੱਲੇ ਪਦਾਰਥ ਪਿੱਛੇ ਦੌੜਨ ਦੀ ਕੋਈ ਲੋੜ ਹੈ। ਜਦੋਂ ਦਾਤੇ ਨੂੰ ਪ੍ਰਾਪਤ ਕਰ ਲਿਆ ਤੇ ਦਾਤਾ ਸਾਰੇ ਪਦਾਰਥਾਂ ਦਾ ਮਾਲਕ ਹੈ, ਮਾਲਕ ਦੇ ਨਾਲ ਪਿਆਰ ਪਾ ਲਿਆ ਤੇ ਸਾਰੇ ਪਦਾਰਥ ਸੁਤੇ ਸਿੱਧੀ ਸੁਭਾਵਕ ਹੀ ਨਿਰਜਤਨ ਹੀ ਆਪਣੇ ਹੋ ਗਏ। ਫਿਰ ਪਦਾਰਥਾਂ ਦੇ ਪਿੱਛੇ ਜਿਹੜਾ ਮਨ ਹੈ ਉਹ ਦੌੜਦਾ ਨਹੀਂ ਹੈ, ਧਾਵਦਾ ਨਹੀਂ ਹੈ ਜੀ। ਹਰ ਹਰ ਨਾਮ ਜਾ ਕਉ ਗੁਰ ਦੀਆ, ਜਿਨ੍ਹਾਂ ਜਗਿਆਸੂਆਂ ਦੇ ਉੱਤੇ ਕਿਰਪਾਲਤਾ ਕਰਕੇ ਸਭਨਾਂ ਨੂੰ ਹਰਿਆਂ ਭਰਿਆਂ ਕਰਨੇ ਵਾਲੇ ਹਰੀ ਪ੍ਰਮਾਤਮਾ ਜੀ ਦਾ ਨਾਮ ਪੂਰੇ ਸਤਿਗੁਰੂ ਜੀ ਨੇ ਗੁਰ ਮੰਤਰ, ਮੂਲ ਮੰਤਰ, ਨਿਤਨੇਮ ਸਤਿਗੁਰੂ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਰੂਪ ਦੇ ਅੰਦਰ ਬਖਸ਼ਿਸ਼ ਕਰ ਦੇਣਾ ਕੀਤਾ ਹੈ। ਨਾਨਕ ਤਾਕਾ ਭਉ ਗਿਆ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਸਿੱਖੋ ਉਹਨਾਂ ਦਾ ਸਰੀਰਕ ਰੋਗਾਂ ਦਾ ਭਾਉ ਵੀ ਚਲਿਆ ਗਿਆ, ਮਾਨਸਿਕ ਰੋਗਾਂ ਦਾ ਭਾਉ ਵੀ ਚਲਿਆ ਗਿਆ, ਇਸੇ ਪ੍ਰਕਾਰ ਉਹਨਾਂ ਦਾ ਜੰਮਣ ਮਰਨ ਦਾ ਦੁੱਖ ਵੀ ਚਲਿਆ ਗਿਆ, ਵਿਕਾਰਾਂ ਰੂਪੀ ਦੁਸ਼ਮਣਾਂ ਦਾ ਦੁੱਖ ਵੀ ਚਲਿਆ ਗਿਆ, ਤੇ ਪ੍ਰਤੱਖ ਦੁਸ਼ਮਣਾਂ ਦਾ ਡਰ ਵੀ ਉਹਨਾਂ ਦਾ ਚਲਿਆ ਗਿਆ। ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ, ਕਿਸੇ ਪ੍ਰਕਾਰ ਦਾ ਖੌਫ ਨਹੀਂ ਰਹਿੰਦਾ, ਭਾਵ ਨਹੀਂ ਰਹਿੰਦਾ ਹੈ ਉਹਨਾਂ ਨੂੰ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਮ ਬਖਸ਼ਣਾ ਕੀਤਾ, ਸਤਨਾਮ ਸ੍ਰੀ ਵਾਹਿਗੁਰੂ। ਐਸੀ ਨਾਮ ਦੀ ਦਾਤ ਹੈ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਨਿਰਭਉ ਪ੍ਰਮਾਤਮਾ ਜੀ ਦੇ ਨਾਮ ਨੂੰ ਜਪ ਕਰਕੇ ਬੇਖੌਫ ਹੋ ਜਾਂਦਾ ਹੈ ਤੇ ਸਾਰੇ ਬੰਧਨਾਂ ਤੋਂ ਛੁੱਟ ਜਾਂਦਾ ਹੈ। ਇਸ ਕਰਕੇ ਸਿੱਖੋ ਹੋਰ ਤੰਤਰਾਂ ਨੂੰ, ਮੰਤਰਾਂ ਨੂੰ, ਜਪਾਂ ਨੂੰ, ਤਪਾਂ ਨੂੰ ਤਪਾਵਣੇ ਦੀ ਲੋੜ ਨਹੀਂ। ਰਸਨਾ ਦੇ ਨਾਲ ਕੇਵਲ ਤਾਂ ਕੇਵਲ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਜਪਣਾ ਹੈ, ਜਿਸ ਦੇ ਨਾਲ ਸਰੀਰ ਸਫਲਾ ਹੁੰਦਾ ਹੈ, ਲੋਕ ਸਫਲਾ ਹੁੰਦਾ ਹੈ, ਪਰਲੋਕ ਸਫਲਾ ਹੁੰਦਾ ਹੈ, ਲੋਕ ਦੀਆਂ ਦਾਤਾਂ ਮਿਲਦੀਆਂ ਨੇ,
ਪਰਲੋਕ ਦੇ ਸੁੱਖ ਮਿਲਦੇ ਨੇ, ਨੌ ਨਿਧੀਆਂ ਦੇ ਖਜ਼ਾਨੇ ਰੂਪ ਪ੍ਰਮਾਤਮਾ ਜੀ ਨੂੰ ਪ੍ਰਾਪਤ ਕਰੀਦਾ ਹੈ, ਤੇ ਜੰਮਣ ਮਰਨ ਦਾ ਤੇ ਅਗਿਆਨਤਾ ਦਾ, ਵਿਕਾਰਾਂ ਦਾ, ਪ੍ਰਤੱਖ ਦੁਸ਼ਮਣਾਂ ਦਾ ਸਾਰਾ ਡਰ ਹੀ ਮਿਟ ਜਾਂਦਾ ਹੈ। ਤੇ ਜਿਹੜਾ ਜੀਵ ਹੈ ਫਿਰ ਡਰ ਭੈ ਤੋਂ ਰਹਿ ਧੋ ਕਰਕੇ, ਭਾਵ ਤੋਂ ਰਹਿ ਧੋ ਕਰਕੇ ਆਨੰਦਮਈ ਪਿਆਰ ਵਾਲੇ ਜੀਵਨ ਨੂੰ ਬਤੀਤ ਕਰਨਾ ਕਰਦਾ ਹੈ। ਐਸੇ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਜਪਣਾ ਕਰੋ, ਜੋ ਪਰਮਾਤਮਾ ਜੀ ਸਾਰੀਆਂ ਬਖਸ਼ਿਸ਼ਾਂ ਦੇ ਦਾਤੇ ਤੇ ਨਾਮ ਦੇ ਦਾਤੇ ਨੇ। ਤਿਸ ਦੇ ਚਰਨੀ ਪੈ ਕਰਕੇ, ਗੁਰੂ ਦੁਆਰਾ ਤਿਸ ਦੀ ਸ਼ਰਨ ਪੈ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਕਰਨਾ ਕਰੋ ਸਿੱਖੋ, ਸਰਬਤ ਪ੍ਰਕਾਰ ਸੁਖੀ ਹੋ ਜਾਵੋਗੇ। ਇਹ ਪਾਵਨ ਉਪਦੇਸ਼ ਗੁਰਸਿੱਖਾਂ ਦੀਆਂ ਬੇਨਤੀਆਂ ਕਰਨੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਨੇ ਪਵਿੱਤਰ ਰਸਨਾ ਤੋਂ ਉਚਾਰਨ ਕਰਕੇ ਬਖਸ਼ਿਸ਼ ਕਰਨਾ ਕੀਤਾ ਹੈ ਜੀ। ਪਾਵਨ ਗੁਰੂ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਖਤ ਸਾਹਿਬ ਤੇ ਸ਼ੋਭਨੀਕ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਸ਼ੋਭਨੀਕ ਹੋ। ਕਿਰਪਾਲਤਾ ਕਰਕੇ ਪੂਰੇ ਸਤਿਗੁਰੂ ਜੀ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮੱਤ ਬਖਸ਼ੋ ਜੀ। ਗੁਰ ਗੋਦ ਦੇ ਅੰਦਰ ਸਜੀ ਹੋਈ ਗੁਰ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ, ਅੱਗੇ ਵਾਸਤੇ ਸਮੱਤ ਬਖਸ਼ੋ ਜੀ। ਸਤਿਗੁਰੂ ਜੀ ਦੇ ਪਾਵਨ ਕਲਿਆਣਕਾਰੀ ਅੰਮ੍ਰਿਤ ਪ੍ਰਵਚਨਾਂ ਨੂੰ ਹਿਰਦੇ ਦੇ ਅੰਦਰ ਵਸਾ ਲਈਏ, ਜਿਸ ਦੇ ਨਾਲ ਸਾਡਾ ਵੀ ਲੋਕ ਪਰਲੋਕ ਸਫਲਾ ਹੋ ਜਾਵੇ, ਸਤਿਗੁਰੂ ਜੀ ਦੀ ਸਨਮੁਖਤਾ ਪ੍ਰਾਪਤ ਹੋਵੇ। ਗਰੀਬ ਨਿਵਾਜ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਕਰੋਂ ਪਿਆਰੀ ਗੁਰਸਿੱਖੀ ਬਖਸ਼ ਕਰਕੇ ਕਿਰਤਾਰਥ ਕਰਨ, ਯਾਤਰਾ ਸਫਲ ਕਰਨ ਜੀ। ਗੁਰ ਉਪਦੇਸ਼ ਦੀਆਂ ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਹਰਿ ਹਰਿ ਨਾਮ ਜਾ ਕਉ ਗੁਰ ਦੀਆ, ਨਾਨਕ ਤਾ ਕਾ ਭਉ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੀ ਅਚੁੱਤ ਹੀ ਪਾਰ ਬ੍ਰਹਮ, ਅਬਿਨਾਸੀ ਅਗਨਾਸ। हे पूरन हे सर्ब मैं, दुख पंजन गुणतास। हे संगी हे निरंकार, हे निर्गुण सब टेक। हे गोविद हे गुण निधान, जाकै सदा विवेक। हे अपरंपर हर हरे, हह पी होवनहार। हे संतह कै सदा संग, निधारा आधार। हे ठाकुर हव दासरो, मैं निर्गुण गुण नहीं कोई। नानक दीजै नाम दान, राखो हियै परोई। आई प्रभ सरनागति, कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़े सो उतरै पार। जो सरदा कर सेव दे, गुर पार तारन हार। कथा निता प्रत होत है, सुनो सो सिंह सुजान। नानक गुरु गोबिंद सिंह जी, सदा कर कल्याण। नानक गुरु गोबिंद सिंह जी, सदा कर कल्याण। वाहिगुरु जी का खालसा, वाहिगुरु जी की फतेह। गाज के जयकारा गजावे, सो निहाल हो जावे। सत श्री अकाल। गुरबर अकाल देग तेग, फतेह गुरु पंथ खालसे दे। चढ़दी कला रखनी सच्चे पातशाह जी महाराज।